Ji, Vaheguru Ji Ka Khalsa, Vaheguru Ji Ki Fateh. Welcome to the 11th session of Baba Nakri Kabir Ji Ke, and we will be going over the third pauri again. Allah lahon to kya kahon, kaho ta ko upkar, batak beej mein rab rahe ho, jaako teen lok bisthar. And we will continue down the discussion that we've been having for the last couple of weeks, and also take on tangentially some of the current happenings and how they may relate to the discussions that we have been having. So, Gurjeet, please. ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. So we are still continuing with the third pauri because our theme is not to finish a pauri but to grab as much as we can through the process. You can't say everything in one, even in 100 lectures you can't say. This is something ਅਕਥ ਕਥਾ ਹੈ, ਇਹਨੂੰ ਮੁਕਾਇਆ ਨਹੀਂ ਜਾ ਸਕਦਾ. ਜਿੰਨਾ ਡੀਪ ਕੋਈ ਗੱਲ ਆਉਂਦੀ ਹੈ ਮਾਈਂਡ 'ਚ ਉਹਨਾਂ ਆਪਾਂ ਉਹਨੂੰ ਡਿਸਕਸ ਕਰ ਲੈਂਦੇ ਹਾਂ. I was thinking ਕਿ ਜਿਹੜਾ ਵਰਡ ਉਹ ਹੈ ਉਹ ਤਾਂ ਪ੍ਰੋਨਾਊਨ ਹੈ. ਸੋ ਉਹ ਜਿਹਨੂੰ ਅਸੀਂ the one which is worth worshipping, ਅਸੀਂ ਤਾਂ ਪ੍ਰੋਨਾਊਨ ਨਾਲ ਵੀ ਸਾਡਾ ਕੰਮ ਚੱਲ ਜਾਂਦਾ. that word is enough, sufficient ਹੈ. ਅੱਲਾ ਉਹਨੂੰ ਇੱਕ ਪ੍ਰੋਪਰ ਨਾਊਨ ਦੇ ਦਿੱਤਾ ਹੈ. ਸੋ ਉਹ ਜੇ ਅਸੀਂ ਵਰਡਸ ਦੇ ਨਾਮਾਂ ਦੇ ਚੱਕਰ 'ਚ ਪਾਵਾਂਗੇ ਤਾਂ ਉਹ ਇਹ ਗੁਰਬਾਣੀ ਤਾਂ ਕਹਿੰਦੀ ਹੈ ਦੈਟਸ ਨਾਟ what is required. There is an indication, ਕੋਈ ਇਸ਼ਾਰਾ ਹੈਗਾ. ਐਂਡ ਉਹ ਉਹਦੀ ਵਰਚੂ ਅੱਗੇ ਉਪਕਾਰ ਵਾਲੀ ਹੈ. ਜੇ ਅਸੀਂ ਉਹਨੂੰ ਉਪਕਾਰੀ ਹੀ ਨਹੀਂ ਮੰਨਦੇ ਫਿਰ ਅਸੀਂ ਅੱਲਾ ਨੂੰ ਜਾਂ ਰਾਮ ਨੂੰ ਮੰਨ ਹੀ ਨਹੀਂ ਰਹੇ, ਬਿਕਾਜ਼ ਸਾਨੂੰ ਉਹਦਾ ਵਿਜ਼ੀਬਿਲਿਟੀ 'ਚ ਤਾਂ ਕੁਛ ਨਹੀਂ ਦਿਖਦਾ, ਪਰ ਉਹਦੇ ਸਾਨੂੰ ਐਕਸ਼ਨਸ ਦਿਖਦੇ ਨੇ. ਉਹਦੇ ਐਕਸ਼ਨਸ ਜੋ ਹੈ ਉਹ ਉਪਕਾਰ ਕਰਨ ਵਾਲੇ ਨੇ. ਸੋ ਜੇ ਅਸੀਂ ਆਪਣੇ ਆਪ 'ਚ ਦੇਖਾਂਗੇ ਸਾਡੇ ਪਰ ਉਪਕਾਰ ਹੋਇਆ, ਫਿਰ ਅਸੀਂ ਦੂਸਰਿਆਂ 'ਚ ਦੇਖਾਂਗੇ. ਸੋ ਜਸਟ ਰਿਪੀਟਿੰਗ ਅ ਵਰਡ ਜਾਂ ਉਹਨੂੰ ਅਸੀਂ ਡਿਫਾਈਨ ਵੀ ਕਰ ਲਈਏ, ਉਹਦੀ ਅਸਲੀ ਜੋ ਟੈਸਟ ਹੈ ਉਪਕਾਰ 'ਤੇ ਖੜਾ ਕਿ ਕੀ ਉਹਨੇ ਮੇਰੇ 'ਤੇ ਕੋਈ ਉਪਕਾਰ ਕੀਤਾ. ਜੇ ਕੀਤਾ ਹੈ ਤਾਂ ਕੀ ਮੈਂ ਉਹਦਾ ਕਹਿਣ ਦਾ ਮਤਲਬ ਸ਼ੁਕਰਗੁਜ਼ਾਰ ਹੈ. ਸੋ ਦਿਸ ਇਜ਼ ਹਾਊ ਵੀ ਗੈਟ ਕਨੈਕਟਿਡ ਟੂ ਹਿਮ. ਵਰਡ ਨਾਲ ਨਹੀਂ ਹੈ, ਕੋਈ ਐਕਸ਼ਨ ਦੇ ਨਾਲ ਕਨੈਕਟ ਹੁੰਦੇ ਆਪਾਂ. ਤੇ ਉਪਕਾਰ ਨੂੰ ਆਪਾਂ ਮੰਨਿਆ ਕਿ ਛੋਟੀ ਕਾਰ ਹੈ ਜੋ ਅਸੀਂ ਪੜ੍ਹਦੇ ਹਾਂ ਮੱਤ, ਉਹਦੇ ਵਿੱਚ ਇੱਕ ਹੀ ਤੋਂ ਵੱਡੀ ਕਾਰ ਵੀ ਹੋਣੀ ਹੈ ਜੀ. ਇੱਕ ਦੂਸਰੇ ਪਾਤਸ਼ਾਹ ਜੀ ਦਾ ਸ਼ਲੋਕ ਹੈ, ਇਹ ਬੜਾ ਰੇਅਰਲੀ ਦੂਸਰੇ ਪਾਤਸ਼ਾਹ ਜੀ ਦੀ ਬਾਣੀ ਆਪਣੇ ਆਉਂਦੀ ਹੈ ਸਾਹਮਣੇ, ਕਿਉਂਕਿ ਉਹ ਸਾਰੇ ਸ਼ਲੋਕ ਹੀ ਆ ਉਹਨਾਂ ਦੇ. ਸੋ ਦਿਸ ਇਜ਼ ਵਟ ਹੀ ਵਾਂਟ ਟੂ ਟੈਲ ਅਬਾਊਟ ਉਪਕਾਰ, ਕਿ ਧਰਮ ਵਿੱਚ ਇਸ ਤਰ੍ਹਾਂ ਦੀ ਫਾਰਮੈਲਿਟੀਆਂ ਚੱਲਦੀਆਂ. ਧਰਮ ਨੂੰ ਆਪਾਂ ਫਾਰਮਲ ਨਾ ਬਣਾਈਏ ਤਾਂ ਠੀਕ ਰਹੇਗਾ. ਉਹਨਾਂ ਦਾ ਇਹ ਉਪਦੇਸ਼ ਹੈ ਸਾਨੂੰ ਕਿ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ, ਨਾਨਕ ਕਾਰਜ ਸਾਰ. ਉਹੀ ਵਰਡ ਆ ਗਏ ਜਿਹੜੇ ਆਪਾਂ ਲਿਖੇ ਹੋਏ ਆ ਉੱਪਰ. ਕਾਰਜ ਦੀ ਉਹ ਗੱਲ ਹੈ. ਬੱਧਾ ਚੱਟੀ ਹੈਗਾ ਕਿ ਐਜ਼ ਏ ਪਨਿਸ਼ਮੈਂਟ ਆਪਾਂ ਨਹੀਂ ਕਰਨਾ ਇਹਨੂੰ. ਸਾਨੂੰ ਚਾਅ ਹੋਣਾ ਚਾਹੀਦਾ ਕਿ ਇੱਕ ਸਾਨੂੰ ਇੰਨੇ ਇਨਕਾਰਨੇਸ਼ਨਸ ਤੋਂ ਬਾਅਦ ਜਿਹੜਾ ਹੁਣ ਲਾਈਫ ਮਿਲੀ ਹੈ, ਇਹਨੂੰ ਅਸੀਂ ਚਾਅ ਨਾਲ ਉਸ ਨੂੰ ਰਿਜ਼ਲਟਸ ਲਈਏ, ਨਾ ਕਿ ਅਸੀਂ ਕਿਸੇ ਫਾਰਮੈਲਿਟੀ 'ਚ ਫਸ ਜਾਈਏ. ਉਹ ਸਾਨੂੰ ਇਸ ਗੱਲ ਲਈ ਕਹਿਣ ਦਾ ਮਤਲਬ ਸਮਝਾ ਰਹੇ ਹੈ, ਉਪਦੇਸ਼ ਦੇ ਰਹੇ ਹੈ ਕਿ ਜੇ ਧਰਮ ਧਾਰਨਾ ਤਾਂ ਉਹਨੂੰ ਚਾਅ ਨਾਲ ਧਾਰੋ. ਨਹੀਂ, ਕਬੀਰ ਜੀ ਵੀ ਕਹਿੰਦੇ ਵੀ ਕਾਚੀ ਸਰਸੋਂ ਪੇਲ ਕੇ ਨਾ ਖਲ ਪਈ ਨਾ ਤੇਲ. ਜਿਹੜਿਆਂ ਦਾ ਮਸਟਰਡ ਸੀਡਸ ਨਾਲ ਵਾਹ ਹੈ ਉਹਨਾਂ ਨੂੰ ਪਤਾ ਹੈ ਕੋਈ ਵੀ ਫਸਲ ਆਪਾਂ ਪੱਕੀ ਵੱਢੀ ਦੀ ਹੈ, ਕੱਚੀ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੁੰਦਾ. ਕੱਚੀ 'ਚੋਂ ਜੋ ਮਿਲਣਾ ਸੀ ਕਾਰਬੋਹਾਈਡਰੇਟ ਉਹ ਤਾਂ ਅਜੇ ਉਹਦਾ ਪੂਰਾ ਹੀ ਨਹੀਂ ਹੋਇਆ. ਸੋ ਜਿਹੜਾ ਤੇਲ ਹੈ ਉਹ ਆਪਾਂ ਨੂੰ ਨੋਰਮਲੀ ਮਸਟਰਡ ਸੀਡਸ 'ਚੋਂ ਹੀ ਇੰਡੀਆ ਜ਼ਿਆਦਾ, ਜਾਂ ਤੇਲਾਂ 'ਚੋਂ, ਇਹਨਾਂ ਦੋਵਾਂ ਦੇ ਐਗਜ਼ਾਮਪਲ ਜ਼ਿਆਦਾ ਹੁੰਦੇ ਹੈ. ਉਹ ਕਹਿੰਦੇ ਵੀ ਜੇ ਪੱਕੀ ਨਾ ਹੋਵੇ ਸਰੋਂ ਆ, ਉਹਨੂੰ ਤੁਸੀਂ ਕੋਲੂ ਦੇ ਥਰੂ ਪ੍ਰੋਸੈਸ ਕਰੋ ਤੇ ਉਹਦੇ 'ਚੋਂ ਖਲ ਹੁੰਦੀ ਹੈ ਜਿਹੜੀ ਪਸ਼ੂ ਖਾਂਦੇ ਆ,
ਤੇ ਅੱਜ ਕੱਲ ਤਾਂ ਉਹ ਆਰਗੈਨਿਕ ਖੇਤੀ 'ਚ ਬੜੀ ਯੂਜ਼ ਹੁੰਦੀ ਹੈ, ਬਿਕੋਜ਼ ਵਿੱਚ ਫੈਟ ਹੁੰਦਾ, ਬਾਕੀ ਸਟਫ ਵੀ ਹੁੰਦਾ। ਤੇਲ ਜਿਹੜਾ ਹੈਗਾ ਉਹ ਬੰਦੇ ਦੇ ਹਿਊਮਨ ਕੰਜ਼ੰਪਸ਼ਨ ਦੇ ਆਉਂਦਾ, ਉਹ ਉਹਦੇ 'ਚ ਕੁਛ ਵੀ ਨਹੀਂ ਲੱਭਦਾ। ਉਹੀ ਇਹ ਕਹਿੰਦੇ ਆ ਵੀ ਉਹਦਾ ਇੱਕ ਗੁਣ ਹੈ, ਜੋ ਸਰੋਂ ਅਸੀਂ ਬੀਜੀ ਸੀ ਉਹਦਾ ਕੋਈ ਰਿਜ਼ਲਟ ਲੈਣਾ ਸੀ, ਉਹੀ ਹਿਊਮਨ ਲਾਈਫ 'ਚੋਂ ਵੀ ਆਪਾਂ ਕੋਈ ਰਿਜ਼ਲਟ ਲੈਣਾ ਸੀ। ਤੇ ਗੁਣ ਤੇ ਔਂਕੜ ਲੱਗਿਆ ਹੋਇਆ ਵੀ ਗੁਣ ਨਹੀਂ ਜੇ ਪੈਦਾ ਹੋ ਰਹੇ, ਜੇ ਸਾਨੂੰ ਪਹਿਲੇ ਉਪਕਾਰ ਦੇ ਰੂਪ 'ਚ ਤਾਂ ਗੁਣੇ ਮਿਲਣੇ ਆ ਆਪਣੇ ਮੂਲ ਦੇ, ਉਹੀ ਸੱਤ ਤੇ ਕਾਰ ਹੋਣੀ ਹੈ। ਉਸ ਤੋਂ ਅੱਗੇ ਜਦੋਂ ਪੂਰੇ ਹੋ ਗਏ ਫੇਰ ਪਰਉਪਕਾਰ ਹੋ ਜਾਏਗੀ। ਸੋ ਇਸ ਗੱਲ ਨੂੰ ਬੜੇ ਐਂਗਲਾਂ ਤੋਂ ਆਪਾਂ, ਕਿਉਂਕਿ ਉਪਕਾਰ ਵਰਡ ਨੂੰ ਡਿਫਾਈਨ ਕਰ ਲਿਆ, ਤਾਂ ਹੁਣ ਜਿੱਥੇ ਵੀ ਦੇਖਦੇ ਆ ਉਪਕਾਰ ਵਰਡ ਦੇ ਜੋ ਮੀਨਿੰਗ ਆ ਐਕਸਟੈਂਡ ਹੋ ਗਏ ਹੈ ਕਿ ਗੁਣੀ ਉਪਕਾਰ ਹੈ। ਗੁਣੇ ਧਾਰਦੇ ਆ ਆਪਾਂ, ਜੇ ਆਪਾਂ ਵਰਡਸ ਰਿਪੀਟ ਕਰੀ ਜਾਵਾਂਗੇ ਜਾਂ ਕੁਛ ਕਰਾਂਗੇ ਉਹਦੇ ਨਾਲ ਗੁਣ ਨਹੀਂ ਧਾਰ ਹੁੰਦੇ। ਗੁਣ ਤਾਂ ਵਿਚਾਰ ਨਾਲ ਹੀ ਧਾਰੇ ਜਾਂਦੇ ਹੈ। ਔਰ ਵਿਚਾਰ ਕਰਨ ਲਈ ਸਾਡੇ ਕੋਲ ਦੋ ਐਂਟੀਟੀਜ਼ ਹੈ, ਇੱਕ ਆਊਟਰ ਕੌਨਸ਼ੀਅਸਨੈਸ ਹੈ, ਇੱਕ ਇਨਰ ਕੌਨਸ਼ੀਅਸਨੈਸ ਹੈ। ਇਹ ਲਿਵਿੰਗ ਬੀਇੰਗ ਦੇ ਵਿੱਚ ਅਵੇਲੇਬਲ ਹੈ। ਜਿਹੜੇ ਨੋਨ ਲਿਵਿੰਗ ਆਪਾਂ ਕਹੀਏ ਉਹਨਾਂ 'ਚ ਕੌਨਸ਼ੀਅਸਨੈਸ ਨਹੀਂ ਹੈ ਅੰਦਰ, ਉਹ ਸਪਲਿਟ ਵਾਲੀ ਤਾਂ ਫਿਰ ਗੱਲੇ ਨਹੀਂ ਆਉਣੀ, ਉਹ ਆਪਸ ਕਿਵੇਂ ਵਿਚਾਰ ਕਰਨਗੇ। ਸੋ ਵਿਦਿਨ ਆਲ ਦੀ ਐਨੀਮਲ ਕਿੰਗਡਮ ਇਹ ਖਾਸ ਉਪਦੇਸ਼ ਆਪਾਂ ਨੂੰ ਹਿਊਮਨਸ ਨੂੰ ਮਿਲਿਆ, ਤੇ ਆਪਾਂ ਨੂੰ ਇਹ ਇਸ ਲੈਂਗੁਏਜ 'ਚ ਮਿਲਿਆ, ਜਿਹਦੇ ਨਾਲ ਸਾਡਾ ਕੀ ਹੁਣ ਅੱਜ ਕੱਲ੍ਹ ਤਾਂ ਹੋਰ ਵੀ ਫਾਇਦਾ ਕਿ ਵੀ ਕੈਨ ਟ੍ਰਾਂਸਲੇਟ, ਐਕਸਟੈਂਸ਼ਨ ਹੋ ਜਾਂਦੀ ਹੈ ਵਰਡ ਦੀ, ਕਿਉਂਕਿ ਇੰਗਲਿਸ਼ ਡਿਕਸ਼ਨਰੀ ਜਿਹੜੀਆਂ ਥੋੜ੍ਹੀਆਂ ਜ਼ਿਆਦਾ ਡੈਪਥ 'ਚ ਲਿਖੀਆਂ ਹੋਈਆਂ, ਆਪਾਂ ਜਿਹੜੀਆਂ ਪੰਜਾਬੀ 'ਚੋਂ ਪੜ੍ਹਦੇ ਬਹੁਤ ਵਾਰ ਆਪਾਂ ਨੂੰ ਕਲੀਅਰ ਨਹੀਂ ਹੁੰਦਾ ਮੀਨਿੰਗ। ਇਹ ਐਫਰਟ ਸਾਡਾ ਜਾਰੀ ਰਹਿਣਾ ਚਾਹੀਦਾ। ਡਿਕਸ਼ਨਰੀ ਜਿੰਨੀ ਸਾਡੀ ਸਟਰੋਂਗ ਹੋਏਗੀ ਉਨਾ ਕੁ ਆਪਾਂ ਉਸ ਚੀਜ਼ ਦੀ ਉਨੀ ਡੈਪਥ ਨਾਲ ਸਮਝ ਲਾਂਗੇ ਵਰਡਸ ਨੂੰ। ਹੁਣ ਆਪਾਂ ਦੇਖਦੇ ਹਾਂ ਕਿ ਵਟ ਵੀ ਹੈਵ ਟੂ ਡੂ ਨੈਕਸਟ। ਇਹ ਜਿਹੜਾ ਆਪਾਂ ਉਹ ਕਿਹਾ ਸੀ ਵਰਡ, ਵੈਸੇ ਊੜੇ ਤੇ ਥੱਲੇ ਔਂਕੜ ਨਹੀਂ ਆਉਂਦਾ ਜਦੋਂ ਉਹਦਾ ਮੂੰਹ ਖੁੱਲਾ ਹੁੰਦਾ। ਪਰ ਗੁਰਬਾਣੀ 'ਚ ਇੱਕ ਰੂਲ ਇਹ ਵੀ ਹੈ ਕਿ ਇੱਕ ਵਰਡ ਤੇ ਦੋ ਵੈਲਸ ਅਟੈਚ ਹੋ ਜਾਂਦੇ ਆ। ਪਰ ਜਿਹੜਾ ਇਸੇ ਹੀ ਬਾਣੀ 'ਚ 41st ਪੌੜੀ ਆਏਗੀ ਉੱਥੇ ਊੜੇ ਤੇ ਵੀ ਲੱਗਿਆ ਹੋਇਆ ਹੈਗਾ ਔਂਕੜ, ਜਿਹੜਾ ਆਪਾਂ ਰੈਡ ਸ਼ੋ ਕੀਤਾ, ਤੇ ਹਾਹੇ ਤੇ ਤਾਂ ਹੋਣਾ ਹੀ ਸੀ, ਬਿਕੋਜ਼ ਉਹ ਸਿੰਗੂਲਰ ਐਂਟੀਟੀ ਨੂੰ ਜਾਂ ਸੈਂਸ਼ੀਐਂਟ ਨੂੰ ਸਪੈਸੀਫਾਈ ਕਰਦਾ। ਸੋ ਇਹ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੱਥੇ ਇੱਕ ਕੋਈ ਗ੍ਰਾਮੈਟੀਕਲ ਹੈਗਾ ਇਹ ਐਰਰ ਹੋਇਆ ਹੋਇਆ। ਸੋ ਇਹ ਵਿਚਾਰ ਲਿਓ ਜਿਨ੍ਹਾਂ ਦੀ ਹੋਰ ਲੈਂਗੁਏਜ ਦੀ ਹੈ, ਆਪਾਂ ਹਰੇਕ ਲਈ ਓਪਨਲੀ ਗੱਲ ਛੱਡ ਦਿੰਦੇ ਹਾਂ ਕਿ ਜਿਹੜਾ ਵਰਡ ਆ ਹੈਗਾ ਉਹ ਇਹਦੇ ਤੇ ਊੜੇ ਥੱਲੇ ਔਂਕੜ ਇੱਕ ਐਕਸਟਰਾ ਲੱਗਿਆ ਹੋਇਆ, ਜਿਹੜਾ ਕਿ ਨੋਰਮਲ ਭਾਸ਼ਾ 'ਚ ਪੰਜਾਬੀ 'ਚ ਤਾਂ ਬਿਲਕੁਲ ਨਹੀਂ ਲੱਗਦਾ, ਗੁਰਬਾਣੀ 'ਚ ਲੱਗਦਾ ਹੈ, ਪਰ ਇੱਥੇ ਇਹਦੀ ਕੋਈ ਸੈਂਸ ਨਹੀਂ ਬਣਦੀ ਕਿ ਊਹੂ ਤੇ ਉਹ ਵਰਡ ਜੇ ਆਪਾਂ ਦੇਖਦੇ ਹਾਂ ਉਹੀ ਆਉਂਦਾ ਹਮੇਸ਼ਾ। ਦੋ ਤਿੰਨ ਜਗ੍ਹਾ ਸ਼ਾਇਦ ਉਹ ਲੱਗ ਗਿਆ ਹੈਗਾ, ਉਹ ਆਪਾਂ ਇਹਨੂੰ ਉਹੀ ਕਹਾਂਗੇ ਉਹ ਕੰਤ, ਇੱਥੇ ਉਹਨੂੰ ਕੰਤ ਕਹਿਤਾ। ਤ੍ਰਿਆ ਇੱਕ ਵਰਡ ਐਸੋਸੀਏਟ ਹੋਇਆ ਉਹਦੇ ਨਾਲ ਆਪਾਂ ਨੂੰ ਇਹ ਵੀ ਯਾਦ ਰੱਖਾਂਗੇ ਵੀ ਆਪਾਂ ਤ੍ਰਿਆ ਵਰਡ ਨੂੰ ਡਿਫਾਈਨ ਕਰਾਂਗੇ, ਕਿਉਂਕਿ ਸਰਟਨਲੀ ਜਦੋਂ ਅਸੀਂ ਤ੍ਰਿਆ ਚਰਿੱਤਰ ਗੱਲ ਕਰਦੇ ਹਾਂ ਸਾਨੂੰ ਉੱਥੇ ਉਹ ਵਿਮਨ ਲੱਗਣ ਲੱਗ ਜਾਂਦੀ ਹੈ, ਜਦ ਕਿ ਤ੍ਰਿਆ ਇਜ਼ ਯੂਰ ਓਨ ਵਿਜ਼ਡਮ, ਜਿਹੜੀ ਕਿ ਰਿਲੀਜਨ ਨੂੰ ਧਾਰਨ ਵਿੱਚ ਸਭ ਤੋਂ ਪਹਿਲਾ ਕੰਮ ਇਹ ਤ੍ਰਿਆ ਦਾ ਹੈਗਾ। ਜੇ ਤ੍ਰਿਆ ਨੂੰ ਗੱਲ ਨਹੀਂ ਸਮਝ ਆਏਗੀ ਉਹ ਫਿਰ ਅੱਗੇ ਕਿਸੇ ਨੂੰ ਆਪਣੇ ਹੀ ਜਿਹੜਾ ਉਹਦਾ ਸੈਕਿੰਡ ਅਨਕੌਂਸ਼ੀਅਸ ਪਾਰਟ ਹੈ ਉਹਨੂੰ ਉਹ ਫਿਰ ਅਵੇਅਰ ਨਹੀਂ ਕਰਾ ਸਕਦੀ। ਸੋ ਇਹ ਸਾਡੀ ਆਪਣੀ ਡਿਕਸ਼ਨਰੀ ਹੈ, ਬਹੁਤ ਵਾਰ ਅਸੀਂ ਜਿਹੜੇ ਮੀਨਿੰਗਸ ਹੈ ਕਿਉਂਕਿ ਅਸੀਂ ਨੋਨ ਸੈਂਸ਼ਨ ਵਰਲਡ 'ਚ ਜ਼ਿਆਦਾ ਚੱਲਦੇ ਹਾਂ, ਸੋ ਉਹਦੇ ਕਰਕੇ ਅਸੀਂ ਉਹ ਵਰਡਸ ਤੇ ਐਮਫੇਸਿਸ ਰੱਖੀਏ ਕਿ ਇਹ ਬ੍ਰਹਮ ਗਿਆਨ ਹੈ। ਬ੍ਰਹਮ ਗਿਆਨ 'ਚ ਤ੍ਰਿਆ ਜਿਹੜਾ ਹੈ ਤੁਹਾਡੀ ਵਿਜ਼ਡਮ ਨੂੰ ਕਿਹਾ ਜਾਂਦਾ। ਤੇ ਕੰਤ ਜਿਹੜਾ ਹੈਗਾ ਕਹਾਵਾ ਲਿਖਿਆ ਕਹਿੰਦਾ ਮਤਲਬ ਐਜ਼ਿਊਮ ਕੀਤਾ ਹੋਇਆ ਸੀ, ਇਹ ਐਜ਼ੰਪਸ਼ਨਸ ਹੀ ਹੈ ਸਾਡੀਆਂ। ਜਿਵੇਂ ਵਾਟਰ ਨੂੰ ਕਹਿ ਦਿੰਦੇ ਆਪਾਂ 0 ਡਿਗਰੀ ਤੇ ਫਰੀਜ਼ ਕਰਦਾ, 100 ਡਿਗਰੀ ਤੇ ਬੋਇਲ ਕਰਦਾ, ਉਹ ਇੱਥੇ ਮੰਨਿਆ ਜਾਂਦਾ ਹੈ। ਜਿਹੜੇ ਫਾਰਨਹਾਈਟਸ ਵਾਲੇ ਆ ਉਹਨਾਂ ਦੀ ਸਕੇਲ ਡਿਫਰੈਂਟ ਹੈ, ਪਰ ਐਟ ਦੀ ਐਂਡ ਉਹ ਟੈਂਪਰੇਚਰ ਤਾਂ ਸੇਮ ਹੀ ਹੈ, ਜੇ ਟੱਚ ਕਰਾਂਗੇ ਉਹੋ ਜਿਹਾ ਹੀ ਫੀਲ ਹੋਏਗਾ। ਸੋ ਅਸੀਂ ਉਹ ਸਕੇਲਸ ਦੇ ਆਪਸ ਝਗੜੇ ਨਹੀਂ ਪਾਉਣੇ, ਬੇਸਿਕ ਹੈ ਕਿ ਉਹ ਸਾਨੂੰ ਮੈਸੇਜ ਕੀ ਮਿਲ ਰਿਹਾ। ਹੁਣ ਇਸ ਤਰ੍ਹਾਂ ਇੱਕ ਵਰਡ ਦੁਬਾਰਾ ਰਿਪੀਟ ਹੁੰਦਾ ਉਹ,
जैसे कुंभ उदक पूर आयो तब ओह भिन्न दृष्टो। इत्थे भी लग रहा भी ऊड़े ते देयर इज एन एक्स्ट्रा हा हा सॉरी एक्स्ट्रा औंकड़। ਹੁਣ ਇੱਕ ਹੋਰ ਵਰਡ ਹੈ ਇਹਦੇ ਨਾਲ ਰਿਲੇਟ ਹੁੰਦਾ, ਕਿਉਂਕਿ ਜਦ ਤੁਸੀਂ ਊੜੇ ਖੁੱਲੇ ਮੂੰਹ ਵਾਲੇ ਥੱਲੇ ਔਂਕੜ ਪਾਇਆ ਉਹ ਚਾਰੇ ਵਰਡ ਸਰਚ ਕਰ ਲੈਂਦਾ, ਫਿਰ ਤੁਹਾਡਾ ਮਾਈਂਡ ਚੱਲਦਾ ਵੀ ਇਹ ਕੋਈ ਰੂਲ ਹੈ ਜਾਂ ਕਿਤੇ ਡਿਸਕ੍ਰਿਪੈਂਸੀ ਹੈ। ਪਰ ਜਿਹੜਾ ਹੁਣ ਓਏ ਸੁਖ ਕਾ ਸੀਓ ਬਰਨ ਸੁਣਾਵਤ, ਇਹ ਜੋ ਹੈਗਾ ਇਹਦੇ ਬਾਰੇ ਪ੍ਰੋਫੈਸਰ ਸਾਹਿਬ ਜੀ ਨੇ ਕਮੈਂਟ ਕੀਤਾ ਹੋਇਆ ਕਿ ਓਏ ਲਫ਼ਜ਼ ਉਹ ਤੋਂ ਬਹੁਵਚਨ, ਦੈਟਸ ਵਾਟ ਹਿਸ ਰਿਸਰਚ ਇਜ਼। ਉਹਨਾਂ ਨੂੰ ਐਂ ਲੱਗ ਰਿਹਾ ਵੀ ਉਹ ਉਹਦਾ ਉਹ ਹੈਗਾ, ਪਰ ਉਹ ਤੇ ਉਹਨਾਂ ਨੇ ਔਂਕੜ ਕਿਉਂ ਲਾਇਆ, ਉਹ ਆਈ ਡੋਨਟ ਨੋ ਕਿਉਂ ਲਾਇਆ ਉਹਨਾਂ ਨੇ। ਅੱਖਰ ਉਹ ਦੇ ਨਾਲ ਦੋ ਲੱਗਾ ਹਨ, ਅਸਲ ਲਫ਼ਜ਼ ਓਏ ਹੈ। ਇੱਥੇ ਤਾਂ ਸਪੈਸੀਫਾਈ ਹੋ ਜਾਂਦੀ ਹੈ ਗੱਲ, ਉਈ ਤੇ ਓਏ, ਤੇ ਉਹ ਕਹਿੰਦੇ ਇੱਥੇ ਉਈ ਪੜ੍ਹਨਾ ਹੈ। ਪਰ ਕਿਤੇ ਹੋਰ ਜਿੱਥੇ ਇਹ ਮਾਤਰਾ ਵਾਕਿਆ ਹੀ ਮੈਟਰ ਕਰਦੀ ਹੈ, ਆਪਾਂ ਉੱਥੇ ਵੀ ਦੇਖਾਂਗੇ ਵੀ ਕੀ ਕਰਦਾ। ਇੱਕ ਜਗ੍ਹਾ ਇਕੱਠਾ ਹੀ ਆਇਆ ਹੋਇਆ ਗੌੜੀ ਰਾਗ ਵਿੱਚ, ਉਈ ਪੀਓ ਉਈ ਖੀਓ ਗੁਰੇ ਦਿਓ ਦਾਨ ਕੀਓ ਗੁਰਹਿ ਦਿਓ, ਕਿ ਜੋ ਪੀਣਾ ਹੈਗਾ ਜਿਹਦੇ ਨਾਲ ਮਨ ਖੀਵਾ ਹੋਣਾ ਹੈਗਾ ਉਹੀ ਦੀ ਸੈਂਸ 'ਚ ਹੀ ਆਉਂਦਾ। ਉਹੀ ਜਿਹੜਾ ਅਸੀਂ ਪੀਣਾ ਹੈਗਾ ਉਹੀ ਗਿਆਨ ਪੀਣ ਦੀ ਸੈਂਸ ਵੀ ਆ ਰਿਹਾ, ਖਾਣ ਦੀ ਸੈਂਸ ਵੀ ਆ ਰਿਹਾ। ਉਹ ਆਇਆ ਕਿੱਥੋਂ ਹੈ? ਗੁਰਹਿ ਦਿਓ, ਉਹ ਗੁਰ ਨੇ ਦਿੱਤਾ, ਉਹੀ ਗੁਰ ਪ੍ਰਸਾਦ ਹੈ, ਆਹੀ ਦਾਨ ਹੈ। ਜੇ ਅਸੀਂ ਸੋਚਦੇ ਹਾਂ ਕਿ ਕੋਈ ਹੋਰ ਫਿਜ਼ੀਕਲ ਚੀਜ਼ ਦਾ ਦਾਨ ਬਾਹਰਲੇ ਸਰੀਰ ਲਈ ਹੈ, ਉਹਨੂੰ ਇਸ ਤਰ੍ਹਾਂ ਦਾ ਦਾਨ ਨਹੀਂ ਮੰਨਿਆ ਹੋਇਆ ਜਿਹੜਾ ਮੁਕਤੀ ਕਰਦਾ। ਸੋ ਸਾਡਾ ਜਿੰਨਾ ਕਨਸੈਪਟ ਹੈ ਉਹ ਗੁਰ ਦੇ ਨਾਲ, ਗੁਰ ਤੋਂ ਹੀ ਦਾਨ ਲੈਣਾ, ਗੁਰ ਦੇ ਥਰੂ ਇਸ਼ਨਾਨ ਕਰਨਾ, ਇਹ ਆਪਣਾ ਜੋ ਹੈ ਥੀਮ ਰਹਿਣਾ ਚਾਹੀਦਾ। ਤੇ ਫਿਰ ਆਪਾਂ ਕੁਛ ਨਾ ਕੁਛ ਪ੍ਰੋਗਰੈਸ ਪਹਿਲਾਂ ਨਾਲੋਂ ਜ਼ਿਆਦਾ ਕਰਾਂਗੇ। ਉਹ ਸ਼ਬਦ ਦੇ ਗਾਹਾਂ ਡੈਫੀਨੇਸ਼ਨਸ 'ਚ ਹੋਰ ਵੀ ਵਰਡਸ ਆਈ ਜਾਂਦੇ ਆ, ਜਿਵੇਂ ਜਿਵੇਂ ਕੰਟੈਸਟ ਹੈ। ਹੁਣ ਪ੍ਰਭ 2 ਲੈਟਰ ਦਾ ਹੀ ਵਰਡ ਹੈਗਾ, ਉਸ ਤੋਂ ਬਾਅਦ ਉਹੀ ਜਿਹੜਾ ਉਹ ਹੈ ਉਹ ਸਤਿਗੁਰ ਵੀ ਹੈ, ਉਹਦੇ 'ਚ 4 ਲੈਟਰਸ ਹੋ ਗਈ ਹੈ। ਫਿਰ ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਖ ਹੈ। ਹੁਣ ਜਿਹੜੇ ਆਪਾਂ ਨੂੰ ਬੋਲ ਸੁਣਾਏ ਹੋਏ ਹੈ ਜਾਂ ਸਾਡੇ ਕੋਲ ਲਿਖੇ ਹੋਏ ਹੈ, ਇਹ ਤਾਂ ਆਏ ਹੈ ਕਿਉਂਕਿ ਇਹ ਪ੍ਰਭ ਨੂੰ ਭਾ ਗਿਆ ਸੀ, ਪਹਿਲਾਂ ਇਹ ਅਬੋਲ ਹੋ ਗਿਆ ਸੀ। ਉਸ ਤੋਂ ਬਾਅਦ ਹੀ ਫਿਰ ਹਰੀ ਗੁਣ ਭਾਖਣ ਦੀ ਵੇਦ ਮੱਤ ਵਿੱਚ ਆਗਿਆ ਹੈ। ਜਦ ਤਾਈਂ ਪ੍ਰਭ ਨੂੰ ਇਹ ਨਹੀਂ ਭਾਇਆ ਇਹ ਆਪਣੇ ਨੂੰ, ਫਿਰ ਅਗਲਾ ਪ੍ਰੋਸੈਸ ਨਹੀਂ ਚੱਲਦਾ। ਜੇ ਕੋਈ ਆਪਣੇ ਕੋਲੋਂ ਲਿਖ ਕੇ ਕੁਛ ਬੋਲਦਾ ਹੈ, ਉਹਦੀ ਉਹ ਵੈਲਿਊ ਨਹੀਂ ਹੈ ਜੋ ਇਸ ਟੈਕਸਟ ਦੀ ਹੈ, ਕਿਉਂਕਿ ਇਹਦੀ ਕੰਡੀਸ਼ਨ ਹੈਗੀ ਹੈ ਪ੍ਰਭ ਇਹ ਆਏਗਾ। ਦੇਖੋ ਇਸ ਪ੍ਰਭ ਨੂੰ ਤਾਂ ਹਰੇਕ ਪ੍ਰਭ ਪੜ੍ਹੇਗਾ, ਪਰ ਜਦ ਪ੍ਰਭ ਤੇ ਆਪਾਂ ਔਂਕੜ ਲੱਗ ਜਾਂਦਾ ਕਿਸੇ ਹੋਰ ਕੰਟੈਕਸਟ 'ਚ, ਉਹਨੂੰ ਉਹ ਪ੍ਰਭੂ ਪੜ੍ਹਦੇ ਹੈ ਤੇ ਅਸੀਂ ਉਹਨਾਂ ਨੂੰ ਕਾਪੀ ਕਰਦੇ ਹਾਂ, ਜਦ ਕਿ ਸਾਡੀ ਭਾਸ਼ਾ ਓਰੀਜਨਲ ਹੈ। ਅਸੀਂ ਜੇ ਇਹਨੂੰ ਪ੍ਰਭ ਪੜਾਂਗੇ ਤਾਂ ਔਂਕੜ ਵਾਲੇ ਨੂੰ ਵੀ ਪ੍ਰਭ ਪੜਾਂਗੇ, ਥੋੜਾ ਉਹਤੇ ਸਟ੍ਰੈਸ ਪਏਗਾ, ਪਰ ਉਹ ਵਰਡ ਦਾ ਜੋ ਨੇਚਰ ਹੈ ਉਹ ਪ੍ਰਭੂ ਵਾਲਾ ਨਹੀਂ ਹੋਏਗਾ, ਕਿਉਂਕਿ ਪ੍ਰਭੂ ਅਸੀਂ ਪਾਰ ਬ੍ਰਹਮ ਲਈ ਵਰਤਦੇ ਹਾਂ, ਉਹ ਕਲੈਕਟਿਵ ਨਾਉਨ ਦੀ ਸੈਂਸ 'ਚ ਆ ਜਾਂਦਾ। ਆਮ ਜਿਹੜੇ ਹੁਣ ਤੱਕ ਭਾਸ਼ਾ ਗਿਆਨੀ ਰਹੇ ਹੈ ਉਹਨਾਂ ਤੋਂ ਇਹ ਗੱਲ ਪਕੜ ਨਹੀਂ ਹੋਈ, ਉਹ ਪ੍ਰਭ ਔਰ ਪ੍ਰਭੂ 'ਚ ਫਰਕ ਨਹੀਂ ਸਮਝਦੇ, ਕਿਉਂਕਿ ਗੁਰਬਾਣੀ ਵਿੱਚ ਇਹਨਾਂ 'ਚ ਫਰਕ ਹੈ। ਇਸ ਤਰ੍ਹਾਂ ਹੀ ਸਤਿਗੁਰ ਸੇਵ ਲਿਖਿਆ ਹੋਇਆ, ਸੇਵੀ ਕਿਸੇ ਨੇ ਕਰਨੀ ਹੈ, ਸੇਵਾ ਕਿਹਨੇ ਕਰਨੀ ਹੈ, ਉਹ ਐਂਟੀਟੀ ਦਾ ਤਾਂ ਨਹੀਂ ਨਾਂ ਆਇਆ ਹੋਇਆ, ਪਰ ਉਹਦੀ ਸੇਵਾ ਕਰਨੀ ਹੈ ਇਹ ਦੱਸਿਆ ਹੋਇਆ। ਸੇਵਾ ਕਰਨ ਵਾਲੇ ਆਪਾਂ ਦੇਖਿਆ ਹੀ ਹੈ, ਜਾਂ ਮਨ ਹੈ ਜਾਂ ਬੁੱਧੀ ਹੈ, ਉਹ ਇਕੱਠੇ ਹੀ ਹੈ। ਸੋ ਅੰਮ੍ਰਿਤ ਸ਼ਬਦ ਭਖ ਹੈ, ਇਹ ਅੰਮ੍ਰਿਤ ਰੂਪੀ ਸ਼ਬਦ ਹੈ। ਦੇਖੋ ਇਹ ਮ੍ਰਿਤ ਲੋਕ 'ਚ ਇਹ ਸਾਨੂੰ ਮਾਇਆ ਤੋਂ ਉੱਪਰ ਕਰ ਦਿੰਦਾ। ਇਹ ਉਪਦੇਸ਼ ਹੈ ਕਿ ਜਿਹੜਾ ਸਾਨੂੰ ਮਾਇਆ ਨੂੰ ਝੂਠੀ ਸਾਬਤ ਕਰ ਦਿੰਦਾ, ਕਿ ਮਾਇਆ ਨਾਲ ਨਹੀਂ ਜਾਣੀ, ਨਾਲ ਤਾਂ ਗੁਣ ਜਾਣੇ ਸੀ, ਗੁਣ ਧਾਰੋ ਜਿਸ ਨੂੰ ਰਾਖੇ ਸੋ ਸੱਚ ਭਾਖੇ ਗੁਰ ਕਾ ਸ਼ਬਦ ਵਿਚਾਰਾ। ਇਹ ਵੀ ਉਹੀ ਜਿਹੜਾ ਉਹ ਹੈ ਉਹ ਪ੍ਰਭ ਵੀ ਹੈ, ਉਹਨੂੰ ਸਤਿਗੁਰ ਕਹਿ ਦਿੱਤਾ, ਉਹਨੂੰ ਸੱਚ ਵੀ ਕਹਿ ਦਿੱਤਾ। ਸੋ ਸਾਡੇ ਕੋਲ ਤਾਂ ਬਹੁਤ ਜ਼ਿਆਦਾ ਇਸ ਗੱਲ ਦੀ ਵੈਰਾਇਟੀ ਹੈ ਕਿ ਉਸੇ ਗੱਲ ਨੂੰ ਜੇ ਆਪਾਂ ਦੇਖਦੇ ਹਾਂ, ਭਗਤ ਰਵਿਦਾਸ ਜੀ ਨੇ ਕਿਹਾ ਤੇ ਨਰ ਦੋਚਕ ਜਾਏਂਗੇ ਸਤ ਭਾਖੇ ਰਵਿਦਾਸ। ਹੁਣ ਇਹ ਜੋ ਸ਼ਲੋਕ ਹੈ ਕਬੀਰ ਜੀ ਦੇ ਸ਼ਲੋਕਾਂ 'ਚ ਆਉਂਦਾ, ਪਰ ਇਹਦੇ ਵਿੱਚ ਰਵਿਦਾਸ ਜੀ ਦਾ ਨਾਮ ਆਉਂਦਾ। ਜਾਂ ਤਾਂ ਫਿਰ ਕਬੀਰ ਜੀ ਔਰ ਰਵਿਦਾਸ ਜੀ
ਉਹ ਇੱਕ ਦੂਸਰੇ ਦੇ ਸਮਕਾਲੀ ਹੋਣ ਕਰਕੇ ਦੇ ਆਰ ਨੈਕਸਟ ਟੂ ਈਚ ਅਦਰ। ਤੇ ਇਹ ਗੱਲ ਜਦੋਂ ਰਵਿਦਾਸ ਜੀ ਨੇ ਸੁਣੀ ਹੈ, ਇਹ ਗੱਲ ਕਬੀਰ ਜੀ ਦੀ ਉਹਨਾਂ ਨੇ ਐਕਸੈਪਟ ਕੀਤੀ ਹੋਈ ਹੈ, ਸਾਹੀ ਉਹਨਾਂ ਦੀ ਬਾਣੀ ਵੀ ਵਿੱਚ ਹੈ। ਸੋ ਇਹ ਆਪਸ 'ਚ ਭਗਤਾਂ ਦੀ ਜੋ ਹੈ ਉਸ ਸਮੇਂ ਸਾਰੇ ਭਗਤ ਇਕੱਠੇ ਹੀ ਹੋਏ ਹੈ ਲਗਭਗ, ਔਰ ਉਹੀ ਸੱਤ ਪੱਖ ਹੈ। ਇਹ ਰਵਿਦਾਸ ਜੀ ਦੀ ਪ੍ਰੌੜਤਾ ਕਰਦੇ ਕਬੀਰ ਜੀ। ਸੋ ਇੱਕ ਹੋਰ ਰਵਿਦਾਸ ਜੀ ਦਾ ਸ਼ਬਦ ਹੈ ਜਿਹਦੇ ਵਿੱਚ ਉਹ ਕਬੀਰ ਜੀ ਦੇ ਬਾਰੇ ਲਿਖਦੇ ਨੇ ਐਂ ਕਿ ਜਾ ਕੇ ਈਦ ਬਕਰੀਦ ਕੁਲ ਗਊਰੇ ਵੱਧ ਕਰੇ, ਕਿ ਕਬੀਰ ਜੀ ਦੀ ਪਿੱਛੇ ਜਿਹੜੀ ਐਂਸੈਸਟਰੀ ਸੀ ਉਹ ਮੁਸਲਮਾਨ ਸੀਗੇ, ਜਿਹੜਾ ਜਿਹਾ ਉਹਨਾਂ ਨੂੰ ਧਰਮ ਦੱਸਿਆ ਸੀ ਉਹ ਗਊ ਦਾ ਵੱਧ ਕਰਕੇ ਈਦ ਵਾਲੇ ਦਿਨ ਖਾਂਦੇ ਸੀ। ਤੇ ਪਰ ਕਬੀਰ ਜੀ ਨੇ ਉਹ ਮੱਤ ਨਹੀਂ ਮੰਨੀ, ਉਹ ਸ਼ਬਦ 'ਚ ਹੈ। ਉਹਦੇ ਵਿੱਚ ਫਿਰ ਆਪਣੀ ਗੱਲ ਵੀ ਉਹ ਦੱਸਦੇ ਆ ਕਿ ਮੇਰੀ ਜਿਹੜੀ ਜਾਤ ਦੇ ਲੋਕ ਹੈ ਤਾਂ ਪਸ਼ੂ ਮਰੇ ਹੋਏ ਪਸ਼ੂ ਢੋਂਦੇ ਸੀ। ਫਿਰ ਉਹਦੇ ਵਿੱਚ ਦੋ ਭਗਤਾਂ ਦਾ ਨਾਂ ਹੋਰ ਵੀ ਆਉਂਦਾ। ਇਹਦਾ ਮਤਲਬ ਉਹ ਇੱਕ ਦੂਸਰੇ ਨੂੰ ਜਾਣਦੇ ਸੀ, ਉਹ ਅਵੇਅਰ ਸੀਗੇ ਇੱਕ ਦੂਸਰੇ ਦੇ ਬਾਰੇ। ਸੋ ਇਹ ਵੀ ਆਪਾਂ ਐਕਸਟਰਾ ਇਹਦੇ ਵਿੱਚੋਂ ਕਨਕਲੂਜਨ ਕੱਢ ਸਕਦੇ ਹਾਂ। ਸੋ ਜੋ ਆਪਾਂ ਪਿਛਲੀ ਜਿੰਨਾ ਆਪਾਂ ਹੁਣ ਤੱਕ ਕਰਿਆ ਉਹਦਾ ਆਪਾਂ ਇੱਕ ਵਾਰ ਫੇਰ ਉਹਨੂੰ ਡਿਟੇਲ ਕਰ ਲਈਏ ਕਿ ਇਹ ਵਰਡਸ ਹੈ ਜਿਹੜੇ ਇਹ ਗੁਰਬਾਣੀ ਚੋਂ ਜਦੋਂ ਅਸੀਂ ਸਮਝਾਂਗੇ ਇਹਨਾਂ ਦੇ ਮੀਨਿੰਗਸ ਲਗਭਗ ਇਹ ਬਣਨਗੇ, ਇਹਨਾਂ ਤੋਂ ਰਿਫਾਈਨ ਹੋ ਸਕਦੇ ਆ। ਮੈਨੂੰ ਜਿੰਨੀ ਕੁ ਮੇਰੀ ਬੁੱਧੀ ਸੀ ਉਹਦੇ ਹਿਸਾਬ ਨਾਲ ਆਪਾਂ ਇੱਕ ਇਹਨਾਂ ਦਾ ਰਫ ਮਡ ਮੈਪ ਬਣਾਇਆ। ਸਮਝੋ ਕਿ ਜਿਹੜਾ ਵਰਡ ਵਰਭੰਡ ਹੈ ਗੁਰਬਾਣੀ 'ਚ ਉਹ ਮੈਟਰਲੀ ਆਏਗਾ, ਉਹਦੇ 'ਚ ਸੋਲਿਡ ਲਿਕੁਇਡ ਗੈਸ ਹੈ। ਜੇ ਆਪਾਂ ਇਹਨੂੰ ਹੋਰ ਡਿਟੇਲ 'ਚ ਲੈ ਜਾਵਾਂਗੇ ਉਹ ਗੈਸ ਤੋਂ ਹੀ ਲਿਕੁਇਡ ਬਣੇ ਹੈ, ਲਿਕੁਇਡ ਤੋਂ ਗਾਂ ਸੋਲਿਡ ਬਣੇ ਹੈ। ਉਹੀ 100 ਕੁਛ ਐਲੀਮੈਂਟਸ ਹੈ, ਉਹ ਹਾਈਡਰੋਜਨ ਤੋਂ ਹੀ ਆਪਾਂ ਨੂੰ ਪਤਾ ਜਿਹੜੀਆਂ ਨੇ ਸਟਾਰਸ ਡਿਟੇਲ 'ਚ ਬਣੇ ਆ ਉਹ ਗਾਹਾਂ ਹਾਈਡਰੋਜਨ ਤੋਂ ਹੀ ਗਾਹਾਂ ਤੋਂ ਗਾਹਾਂ ਬਣਦੇ ਜਾਂਦੇ ਆ। ਉਹ ਆਪਸ 'ਚ ਉਹਨਾਂ ਦਾ ਇੱਕ ਕੰਬੀਨੇਸ਼ਨ ਹੈ। ਸੋ ਉਹ ਵਰਭੰਡ ਗਿਣਿਆ ਜਾਂਦਾ। ਤੇ ਉਸਦੇ ਨੇੜੇ ਨੇੜੇ ਦਾ ਇੱਕ ਵਰਡ ਹੈਗਾ ਬ੍ਰਹਿਮੰਡ, ਕਿਉਂਕਿ ਬ੍ਰਹਿਮੰਡ ਦੇ ਵਿੱਚ ਬ੍ਰਹਮ ਸ਼ਬਦ ਆ ਗਿਆ। ਅਸਲ 'ਚ ਬ੍ਰਹਮ ਹੀ ਹੈ, ਹਾ ਮੰਮੇ ਤੱਕ ਤਾਂ ਫਿਰ ਉਹਦਾ ਸੰਧੀ ਹੋ ਗਈ ਸ਼ਬਦ ਦੀ ਬ੍ਰਹਮ ਅੰਡ, ਕਿਉਂਕਿ ਜਿਹੜਾ ਬ੍ਰਹਮ ਹੈ ਸਾਡਾ ਉਹ ਅੰਡ 'ਚ ਆਇਆ ਹੋਇਆ। ਉਹ ਹਰੇਕ ਜਦੋਂ ਬ੍ਰਹਮ ਓਮਨੀ ਪ੍ਰੈਜ਼ੈਂਟ ਹੁੰਦਾ ਉਹਦਾ ਆਕਾਸ਼ ਬਹੁਤ ਵੱਡਾ ਹੁੰਦਾ, ਉਹਦਾ ਸਰਵਵਿਆਪੀ ਹੁੰਦਾ। ਕਹਿੰਦਾ ਮਤਲਬ ਹੀ ਇਜ਼ ਐਵਰੀਵੇਅਰ। ਜਦੋਂ ਉਹ ਭਰਮ 'ਚ ਆ ਜਾਂਦਾ ਫਿਰ ਉਹਦਾ ਜਿਹੜਾ ਆਕਾਸ਼ ਹੈ ਉਹਦਾ ਸਾਈਜ਼ ਜਿਹੜਾ ਘਟ ਜਾਂਦਾ। ਜੋਤ ਵਿੱਚ ਉਨੀ ਸ਼ਕਤੀ ਨਹੀਂ ਰਹਿੰਦੀ, ਜੋਤ ਕੁਛ ਦੂਰ ਤੱਕ ਇਲੀਮੀਨੇਟ ਕਰਦੀ ਹੈ, ਉਸ ਤੋਂ ਅੱਗੇ ਨਹੀਂ ਕਰਦੀ। ਸੋ ਉਹ ਬ੍ਰਹਮੰਡ ਉਹਨੂੰ ਕਿਹਾ ਹੋਇਆ ਹੈ। ਉਹ ਬ੍ਰਹਮ, ਪਰ ਉਹ ਇੱਕ ਉਰਦੂ ਦਾ ਸ਼ਬਦ ਹੈ ਮਹਿਦੂਦ, ਉਹ ਇੱਕ ਸਰਕਲ 'ਚ ਹੈ, ਉਹਦੀ ਲਿਮਿਟ ਹੈ ਇੱਕ, ਉਹ ਲਿਮਿਟਲੈਸ ਤੋਂ ਲਿਮਿਟ 'ਚ ਆ ਗਿਆ ਹੈ। ਉਹ ਫਿਰ ਵੀ ਕੌਨਸ਼ੀਅਸ, ਹੋਰ ਉਹਦੇ 'ਚ ਕੁਛ ਨਹੀਂ ਹੋਇਆ, ਸਿਰਫ ਭਰਮ ਪਿਆ। ਬਾਕੀ ਉਹਦੇ 'ਚ ਕੋਈ ਐਸਾ ਮੇਜਰ ਚੇਂਜ ਨਹੀਂ ਆਇਆ ਕਿ ਉਹ ਰਿਵਰਟ ਬੈਕ ਨਹੀਂ ਹੋ ਸਕਦਾ। ਉਹ ਕੌਨਸ਼ੀਅਸਨੈਸ ਦੀ ਸੈਂਸ 'ਚ ਆਉਂਦਾ। ਇਹ ਜੇ ਆਪਾਂ ਚਾਹੁੰਦੇ ਹਾਂ ਵੀ ਗੁਰਬਾਣੀ ਦੇ ਆਪਾਂ ਅਰਥ ਸਹੀ ਕਰੀਏ ਫਿਰ ਆਪਾਂ ਨੂੰ ਇਹਨਾਂ ਵਰਡਸ ਦੇ ਮੀਨਿੰਗ ਇਸ ਤਰ੍ਹਾਂ ਲੈਣੇ ਪੈਣਗੇ। ਫਿਰ ਇੱਕ ਰਚਨਹਾਰ ਹੈ। ਰਚਨਹਾਰ ਜਿਹੜਾ ਹੈਗਾ ਉਹ ਮਾਈਂਡ ਨੂੰ ਕਿਹਾ ਹੋਇਆ ਸੀ, ਕਿਉਂਕਿ ਅਸੀਂ ਕੌਨਸ਼ੀਅਸਨੈਸ ਨੂੰ ਦੋ ਹਿੱਸਿਆਂ 'ਚ ਮੰਨਦੇ ਹਾਂ। ਜਿਹੜਾ ਸਾਡਾ ਮੂਲ ਹੈ ਜਿਹਦੇ 'ਚੋਂ ਮਾਈਂਡ ਪੈਦਾ ਹੁੰਦਾ ਉਹ ਮਾਇਆ 'ਚ ਨਹੀਂ ਰਚਦਾ, ਉਹ ਮਾਇਆ ਤੋਂ ਦੂਰ ਹੈ। ਪਰ ਉਹਨੇ ਆਪਣਾ ਇੱਕ ਸਿਸਟਮ ਬਣਾਇਆ ਹੋਇਆ, ਜਿਵੇਂ ਵੀ ਉਹਨੇ ਆਪਣਾ ਮਨ ਉਲਟਾ ਕੇ ਮਾਇਆ ਦੇ ਵਿੱਚ ਅਵੇਅਰਨੈਸ ਲਈ, ਆਪਣੀ ਅਵੇਅਰਨੈਸ ਵਧਾਉਣ ਲਈ ਇੱਕ ਟੂਲ ਵਰਤਿਆ ਉਹਨੇ ਮਾਈਂਡ। ਮਤਲਬ ਉਹਨੇ ਕੀ ਵਰਤਿਆ, ਹੁਕਮ ਦੀ ਖੇਡ ਹੈ, ਹੁਕਮ ਨੇ ਇਸ ਤਰ੍ਹਾਂ ਹੀ ਕਰਿਆ ਸੀ। ਸੋ ਉਹ ਮਾਈਂਡ ਦਾ ਸਹੀ ਯੂਜ਼ ਆਪਾਂ ਨੂੰ ਕਰਨਾ ਪਏਗਾ। ਆਪਾਂ ਪਿਛਲੀ ਵਾਰ ਵੀ ਕਰੇ ਸੀ, ਅੱਜ ਵੀ ਕਰਨੇ। ਮਾਈਂਡ ਦੇ ਪਿੱਛੇ ਵਿਜ਼ਡਮ ਹੁੰਦੀ ਹੈ, ਉਹ ਕਹੀ ਜੀ ਵਿਜ਼ਡਮ ਹੈ ਉਵੇਂ ਮਾਈਂਡ ਓਪਰੇਟ ਕਰਦਾ। ਉਹ ਵਿਜ਼ਡਮ ਨੂੰ ਆਪਾਂ ਐਫਰੈਸ਼ ਕਰਨਾ, ਇੱਕ ਵਰਡ ਮੈਂ ਲੱਭਿਆ ਵੀ ਉਹਨੂੰ ਅਸੀਂ ਦੁਬਾਰਾ ਇੱਕ ਫਰੈਸ਼ ਸਟੇਜ ਤੋਂ ਸ਼ੁਰੂ ਕਰਾਂਗੇ, ਫਿਰ ਸਾਨੂੰ ਗੱਲ ਸਮਝ ਆਏਗੀ। ਜੇ ਆਪਾਂ ਪਿੱਛੇ ਵਾਲਾ ਭਰਮੇ ਲੈ ਕੇ ਅੱਗੇ ਚੱਲਾਂਗੇ ਫਿਰ ਨਹੀਂ। ਉਵੇਂ ਜੋੜਨਹਾਰ, ਉਹ ਜਿਹੜਾ ਜੋੜਨਹਾਰ ਉਹ ਹੈ ਜਿਹਨੇ ਜੋੜੀ ਹੈ ਆਪਣੀ ਜਿਹੜੀ ਆਊਟਰ ਕੌਨਸ਼ੀਅਸਨੈਸ ਹੈ ਜਾਂ ਪਾਰਟ ਆਫ ਹਿਸ ਦੀ ਕੌਨਸ਼ੀਅਸਨੈਸ ਹੈ, ਉਹਨੇ ਉਹ ਜੋੜੀ ਹੈ, ਮਾਇਆ ਵਿੱਚ ਜੋੜੀ ਹੈ। ਬ੍ਰੇਨ ਦੇ ਥਰੂ, 5 ਸੈਂਸਿਸ ਦੇ ਥਰੂ ਜੋੜੀ ਹੋਈ ਹੈ ਗਾਹਾਂ। ਉਹ ਜਿਹੜੀਆਂ 5 ਸੈਂਸਿਸ ਹੈ ਉਹ ਦੋਹੇ ਪਰਪਸ ਸੋਲਵ ਕਰ ਸਕਦੀਆਂ।
ਉਹ ਇੱਕ ਸਾਨੂੰ ਐਨੀਮਲ ਲੈਵਲ ਤੇ ਜੀਣ ਦੀ ਵੀ ਬਖਸ਼ਣਗੇ, ਮਤਲਬ ਦੇ ਹੈਵ ਅ ਪਾਵਰ ਟੂ ਗਿਵ ਅਸ ਦੈਟ ਸੋਰਟ ਆਫ illumination, ਜੋ ਵੀ ਹੈ, ਜੋ ਵੀ ਸਾਨੂੰ ਦਿਖਦਾ ਹੈ, ਚਾਹੇ ਉਹ ਬੜੇ ਛੋਟੇ ਸਪੈਕਟਰਮ 'ਚ ਹੈ, ਜੋ ਸਾਨੂੰ ਸੁਣਦਾ ਹੈ ਉਹ ਵੀ ਬਹੁਤ ਇੱਕ ਛੋਟੀ ਰੇਂਜ ਹੈ, ਬਟ ਦੈਟਸ ਇਨਫ ਫॉर ਅਸ ਟੂ ਸਰਵਾਈਵ। ਸੋ ਜੋੜਨਹਾਰ ਉਹ ਜਿਹੜਾ ਹੈਗਾ ਇਹ ਪ੍ਰਾਇਮਰੀ ਕੌਨਸ਼ੀਅਸਨੈਸ ਹੈ। ਇਹਦੇ ਨਾਲ ਇਹ ਹੈ, ਇੱਕ ਇਹ ਤੋਂ ਇਲਾਵਾ ਕੌਨਸ਼ੀਅਸਨੈਸ ਹੋਰ ਵੀ ਹੈ ਜਿਹੜੀਆਂ ਕਿ ਬਾਕੀ ਮਤਾਂ 'ਚ ਮਿਸਿੰਗ ਹੈ। ਸਾਨੂੰ ਇਸ ਗੱਲ ਦੀ ਅਵੇਅਰਨੈਸ ਚਾਹੀਦੀ ਹੈ ਕਿ ਇੱਕ ਸਿਰਜਣਹਾਰ ਹੈ ਜਿਹਨੇ ਮੈਟਰ ਸਿਰਜਿਆ, ਫਿਰ ਮੈਟਰ ਤੋਂ ਬਾਅਦ ਕੁਝ ਸਮੇਂ ਬਾਅਦ ਫਿਰ ਜੀਵ ਆਉਂਦਾ ਇਹਦੇ ਵਿੱਚ। ਜੀਵ 'ਚ ਆਪਾਂ ਨੂੰ ਪਤਾ ਹੀ, ਆਪਾਂ ਪਹਿਲਾਂ ਵੀ ਕੀਤਾ ਵੀ ਪਹਿਲਾਂ ਆਟੋਟ੍ਰੋਫਸ ਆਉਂਦੇ ਨੇ ਕਿਉਂਕਿ ਉਹ ਆਪਣਾ ਫੂਡ ਆਪ ਮੈਨੂਫੈਕਚਰ ਕਰ ਲੈਂਦੇ ਨੇ। ਉਹ ਤੋਂ ਬਾਅਦ ਆਪਾਂ ਆਉਂਦੇ ਹਾਂ ਕਿਉਂਕਿ ਸਾਨੂੰ ਉਹ ਫੂਡ ਦੀ ਲੋੜ ਹੈ। ਸਨ ਪ੍ਰਾਇਮਰੀ ਸੋਰਸ ਹੈ, ਸਨ ਤੋਂ ਹੀ ਸਾਰਾ ਕੁਝ ਚੱਲਦਾ। ਜਿਹੜਾ ਜੀਵ ਹੈ, ਜਿਹੜਾ ਵਰਡ ਆਪਾਂ ਜੀਵ ਯੂਜ਼ ਕਰਦੇ ਹਾਂ ਉਹ ਦਾਲ ਲਈ ਹੈ, ਉਹ ਬੀਇੰਗ ਹੈ, ਪਰ ਉਹ ਸਪਲਿਟ ਕੌਨਸ਼ੀਅਸਨੈਸ ਹੈ, ਉਹ ਕੰਪਲੀਟ ਨਹੀਂ ਹੈ, ਉਹਦੇ ਵਿੱਚ ਮਿਸਅਲਾਈਨਮੈਂਟ ਹੈ ਕਿਤੇ। ਜਿਵੇਂ ਆਪਾਂ ਕੋਈ ਸ਼ੀਸ਼ੇ ਦੀ ਉਹ ਟੁੱਟ ਜਾਵੇ, ਜੇ ਆਪਾਂ ਉਹਨੂੰ ਸਹੀ ਨਾ, ਉਹਦੇ 'ਚ ਇੱਕ ਲਕੀਰ ਪਈ ਰਹਿੰਦੀ ਹੈ, ਆਲਮੋਸਟ ਲਾਈਕ ਦੈਟ। ਹੁਣ ਉਹ ਵਰਡ ਈਸ਼ਰ ਹੈ, ਈਸ਼ਰ ਜਿਹੜਾ ਹੈਗਾ ਉਹ ਪ੍ਰਾਇਮਰੀ ਕੌਨਸ਼ੀਅਸ ਲਈ ਆਉਂਦਾ। ਇਹ ਜਿੰਨਾ ਬ੍ਰਹਮ ਜਾਂ ਵਿਸ਼ਣ ਨਾ ਲਿਖਣਾ ਹੋਵੇ ਉਹਨੂੰ ਸਬਸਟੀਟਿਊਟ ਕਰ ਦਿੰਦਾ ਇਹ ਵਰਡ, ਹੈ ਇਨਰ ਕੌਨਸ਼ੀਅਸ ਲਈ। ਜਿਵੇਂ ਕੰਟੈਕਸਟ ਹੁੰਦਾ ਜਿੱਥੇ ਦੋ ਵਰਡ ਲਾਉਣੇ ਆ, ਦੋ ਲਾ ਦਿੰਦੇ ਆ ਆਪਾਂ, ਉਹ ਵੀ ਦੇਖ ਲਾਂਗੇ ਅੱਜ। ਤੋ ਉਹ ਜਿਹੜਾ ਵਰਡ ਜੱਗ ਹੈ, ਜੱਗ ਇਜ਼ ਪਿਓਰਲੀ ਮੈਟਰ। ਜੱਗ ਨੂੰ ਕੋਠੜੀ ਦੱਸਿਆ ਹੋਇਆ, ਜਗ ਕਾਜਲ ਕੀ ਕੋਠੜੀ, ਉਹ ਕੋਠੜੀ ਵੀ ਇਹ ਬੜੀ ਫੁੱਲ ਆਫ ਭਰਮ ਹੈ। ਉੱਥੇ ਜਿੰਨੇ ਆਏ ਹੈ ਸਭ, ਉਹ ਕੋਈ ਵੀ ਪਿਓਰ ਨਹੀਂ ਹੈ, ਉਹਨਾਂ 'ਚੋਂ ਸਭ ਇੰਪਿਓਰ ਹੀ ਹੈ। ਉਹ ਕਹਿੰਦੇ ਅੰਧ ਪੜੇ ਤੇ ਸਮਾਏ, ਜਿੰਨੇ ਅੰਨੇ ਹੋ ਗਏ ਸੀ, ਜਿਨ੍ਹਾਂ ਦੀ ਸਪਲਿਟਨੈਸ ਹੋ ਗਈ ਸੀ, ਉਹ ਹੀ ਆਏ ਹੋਏ ਆ ਜੱਗ ਦੇ ਵਿੱਚ, ਉਹੀ ਆਉਂਦੇ ਆ, ਪੂਰਨ ਨਹੀਂ ਆਉਂਦੇ। ਇੱਥੇ ਆ ਕੇ ਪੂਰਨ ਹੋਣ ਦੀ ਆਪਣੇ ਕੋਲ ਕਪੈਸਿਟੀ ਹੈ, ਇਸੇ ਲਈ ਇਹ ਜੱਗ ਸਾਜਿਆ ਹੋਇਆ ਤਾਂ ਕਿ ਜੀਵ ਪੂਰਨ ਹੋ ਜਾਵੇ। ਉਹ ਇੱਕ ਵਰਡ ਹੈ ਜਗਤ। ਜਗਤ ਜਿਹੜਾ ਹੈਗਾ ਉਹ ਈਸ਼ਰ ਪਲਸ ਜੱਗ ਦਾ ਜੋੜ ਹੈ, ਜੱਗ ਪਲਸ ਤੱਤ, ਇਹਦੀ ਵੀ ਸੰਧੀ ਹੋਈ ਹੈ। ਸੋ ਜੱਗ ਜਿਹੜਾ ਹੈਗਾ ਉਹ ਆਪਣਾ ਕੀ ਕਹਿੰਦੇ ਆ, ਟੋਟਲ ਮਿਲ ਕੇ ਇਹ ਬ੍ਰਹਿਮੰਡ ਬਣ ਜਾਂਦਾ, ਕਿਉਂਕਿ ਈਸ਼ਰ ਵੀ ਹੈਗਾ, ਈਸ਼ਰ ਅੰਦਰ ਬੈਠਾ, ਈਸ਼ਰ ਦੀ ਸੁਰਤ ਬਾਹਰ ਬੈਠੀ ਹੈ, ਉਹਦੇ ਵਿੱਚ ਹੀ ਹੈ। ਉਹ ਜੱਗ ਦਾ ਜਿਹੜਾ ਬਾਹਰ ਆਪਣਾ ਵਿਜ਼ੀਬਲ ਬੋਡੀ ਹੈ ਉਹਦੇ ਵਿੱਚ ਸਮਝੋ ਕੈਦ ਹੋਈ ਹੈ, ਪਰ ਇਹ ਕੁਛ ਨਾ ਕੁਛ ਐਕਸ਼ਨ ਪਰਫਾਰਮ ਕਰ ਸਕਦੀ ਹੈ। ਐਕਸ਼ਨ ਮਾਈਂਡ ਦੇ ਲੈਵਲ ਤੇ ਹੋਣੇ ਆ। ਸੋ ਦਿਸ ਇਜ਼ ਆ ਡਿਕਸ਼ਨਰੀ ਜਿਹੜੀ ਆਪਾਂ ਲਗਭਗ ਇਹੀ ਲੈ ਕੇ ਚੱਲਾਂਗੇ ਤਾਂ ਕਿ ਆਪਾਂ ਨੂੰ ਇਹ ਗੱਲ ਦੀ ਅਵੇਅਰਨੈਸ ਰਹੇ। ਜੇ ਇਹਦੇ ਬਾਰੇ ਕਿਸੇ ਨੂੰ ਕੋਈ ਕੁਐਸਚਨ ਹੈ so we can discuss it now. ਹਾਂਜੀ ਵੀਰ ਜੀ, can I ask one? ਹਾਂਜੀ, ਜਿਹੜਾ ਅੱਛਾ primary conscious versus the universal conscious, ਆਪਾਂ from what you described seems like ਜਿਹੜੀ primary conscious ਆ ਉਹ ਜਿਹੜੀ ਮੂਲ ਆ ਹਰ ਇੱਕ individual ਦੇ ਵਿੱਚ ਹੈ। So would it be saying be a universal consciousness to ਆਈ ਵੀ ਹੈ ਕਿ independent entity ਹੈ? How do we differentiate or how we put them together for our text? ਠੀਕ ਹੈ ਜੀ, ਵੈਰੀ ਨਾਈਸ ਕੁਐਸਚਨ। ਕਿਉਂਕਿ ਵੈਸੇ ਸਾਰੀ ਯੂਨੀਵਰਸਲ ਹੀ ਹੈ ਕੌਨਸ਼ੀਅਸਨੈਸ। ਹਾਂ ਜੀ, ਮੈਂ ਉਹਦਾ ਹਿੱਸਾ ਹੈਗਾ, ਆਈ ਐਮ ਅ ਪਾਰਟ ਆਫ ਇਟ। ਸੋ ਜਿਹੜੀ ਮੇਰੀ ਪ੍ਰਾਇਮਰੀ ਹੈ ਇਟਸ ਆਲਵੇਜ਼ ਅ ਪਾਰਟ ਆਫ ਇਟ। ਜਿਹੜੀ ਮੇਰੀ ਸੈਕੰਡਰੀ ਹੈਗੀ ਹੈ, ਜਿੰਨੀ ਮੇਰੀ ਅੰਡਰਸਟੈਂਡਿੰਗ ਹੈ, ਜਿਹਨੂੰ ਆਪਾਂ ਮਾਈਂਡ ਕਹਿੰਦੇ ਆ, ਉਹਦੇ ਵਿੱਚ ਥੋੜਾ ਜਿਹਾ ਡਿਫਰੈਂਸ ਹੈ। ਕਿਉਂਕਿ ਉਹ ਜੋ ਚੀਜ਼ ਸੁਣਦਾ ਹੈਗਾ ਉਹਦੇ ਤੇ ਇਫੈਕਟ ਹੁੰਦਾ। ਜਿਹੜੀ ਪ੍ਰਾਇਮਰੀ ਹੈ ਉਹ ਤਾਂ ਗਹਿਰ ਗੰਭੀਰ ਕਿਹਾ ਜਾਂਦਾ ਉਹਨੂੰ, ਤਾਂ ਉਹ ਮਰਜਡ ਇਨ ਦਾ ਯੂਨੀਵਰਸਲ। ਪਰ ਜਿਹੜੀ ਉਹਦੇ ਨਾਲ ਉਹਦੀ ਸੈਕੰਡਰੀ ਕੌਨਸ਼ੀਅਸਨੈਸ ਹੈ ਉਹਦੇ ਵਿੱਚ ਔਰ ਪ੍ਰਾਇਮਰੀ ਕੌਨਸ਼ੀਅਸਨੈਸ ਦੇ ਵਿੱਚ ਡਿਫਰੈਂਸ ਹੈ, ਉਹੀ ਪੂਰਾ ਆਪਾਂ ਕਰਨਾ ਹੈਗਾ। ਐਵਰੀਥਿੰਗ ਇਜ਼ ਅ ਪਾਰਟ ਆਫ ਯੂਨੀਵਰਸਲ ਕੌਨਸ਼ੀਅਸਨੈਸ। ਜੇ ਆਪਾਂ ਨੂੰ ਯੂਨੀਵਰਸਲ ਕੌਨਸ਼ੀਅਸਨੈਸ 'ਚ ਆਪਾਂ ਚਾਹੁੰਦੇ ਹਾਂ, ਸੋ ਆਪਣੀ ਜਿਹੜੀ ਸੈਕੰਡਰੀ ਕੌਨਸ਼ੀਅਸਨੈਸ ਹੈ ਉਹਦੀ ਅਵੇਅਰਨੈਸ ਆਪਾਂ ਐਕਸਟੈਂਡ ਕਰਨੀ ਹੈ।
ਉਹ ਲੈਸ ਅਵੇਅਰ ਹੈ, ਉਹਨੂੰ ਮੋਰ ਅਵੇਅਰ ਕਰਨਾ। ਸੋ ਵੀ ਇਹਨਾਂ ਦੇ ਕੋਈ ਪਰਪਸ ਹੈ ਜਿਹਨੂੰ ਆਪਾਂ ਡਿਫਰੈਂਸ਼ੀਏਟ ਕਰ ਰਹੇ ਹਾਂ? I mean, what would it be like just living in secondary consciousness versus, you know, totally bereft of primary consciousness, or is this just inherent in all of us? ਇਹ ਤਾਂ ਜਨਰਲ ਸਾਡਾ ਬਿਹੇਵੀਅਰ ਹੈ, ਕਿਉਂਕਿ society which there are not many people aware about primary, secondary and universal consciousness. ਇਹ ਤਾਂ ਭਗਤਾਂ ਨੇ ਹੀ ਸਾਨੂੰ ਟਾਈਮ ਟੇਬਲ ਦਿੱਤਾ ਹੈ ਕਿ this is the way you are. Our normal education doesn't tell us about these things. I just shared a thing, ਮੈਂ ਆਪਣੀ ਦੋ, they are quite smart people. ਇੱਕ Muslim ਹੈ by faith, another one is he's actually, he says himself admit ਕਿ ਇੱਕ stage ਤੇ communist ਸੀਗਾ but he left it. But ਜਿਹੜੀ ਉਹਨਾਂ ਦੋਹਾਂ ਦੀ ਆਪਾਂ ਜੇ ਉਹਨਾਂ ਦੀ ਆਪਸ ਚ discussion ਸੁਣੀਏ, they are not clear about ਕਿ ਉਹ ਇਨਰ ਕੌਨਸ਼ੀਅਸ ਬਾਰੇ ਕਲੀਅਰ ਨਹੀਂ ਹੈ। ਉਹ ਮਾਈਂਡ ਦੀ ਤਾਂ ਗੱਲ ਕਰਦੇ ਆ, ਵਿਚ ਇਜ਼ ਗੁੱਡ। ਉਹ ਕਹਿੰਦਾ ਦੂਸਰਾ ਮੇਰਾ ਮਾਈਂਡ ਹੈ, ਪਰ ਮਾਈਂਡ ਦੇ ਪਿੱਛੇ ਕੀ ਹੈ, ਉਹਦੇ ਪਿੱਛੇ ਕੀ ਹੈ, that is what is available to us, that is not available। ਤੋਂ ਪਤਾ ਲੱਗਦਾ ਕਿ even at that level they are not sure। ਉਹ ਇੱਕ ਕਹਿੰਦਾ the other one says ਵੀ consciousness ਹੈ, ਇੱਕ ਮੇਰੀ ਸੈਮੀ ਕੌਨਸ਼ੀਅਸਨੈਸ ਹੈ, ਠੀਕ ਹੈ ਨਾ ਜੀ, ਤੇ ਇੱਕ ਨੋ ਮੈਨਸ ਲੈਂਡ ਹੈ ਵਿਚਾਲੇ। ਸੋ ਥੋੜੀ ਥੋੜੀ ਗੱਲ ਤਾਂ ਕਰਦੇ ਆ, ਪਰ ਉਹਨਾਂ ਦੇ ਕੋਲ ਵਰਡਿੰਗ ਨਹੀਂ ਹੈ। ਉਹ ਆਪਣੇ ਗੁਰਬਾਣੀ 'ਚ ਤਾਂ ਇਹੀ ਚੱਲੀ ਜਾਂਦਾ ਕਨਸੈਪਟ। ਚਾਹੇ ਇੱਕ ਚੀਜ਼ ਮਿਸਿੰਗ ਹੁੰਦੀ ਆ, ਉਹ ਆਪਾਂ ਬੁੱਝਣ ਕੇ ਵਿੱਚ ਪਾਉਣਾ ਹੁੰਦਾ ਨਾ, ਉਹਦੇ ਇੱਕ ਪਜ਼ਲ ਦਾ ਪੀਸ ਮਿਸਿੰਗ ਹੁੰਦਾ ਹਮੇਸ਼ਾ ਜਦੋਂ ਬਾਣੀ ਲਿਖਦੀ ਆ। ਕਿਤੇ ਕਿਤੇ ਉਹ ਤਿੰਨੇ ਚੀਜ਼ਾਂ ਲਿਖ ਦਿੰਦੇ ਆ, ਜਿੱਥੇ ਮਿਸਿੰਗ ਹੈ ਉਹ ਤੁਸੀਂ ਆਪਣੇ ਵੱਲੋਂ ਐਡ ਕਰ ਲਓ, ਬਿਕੋਜ਼ ਯੂ ਆਰ ਅਵੇਅਰ ਕਿ ਇਹ ਚੀਜ਼ਾਂ ਹੈ। ਤੋ ਇਹ ਆਈ ਥਿੰਕ ਮੈਨੂੰ ਉਸ ਡਿਸਕਸ਼ਨ 'ਚੋਂ ਪਤਾ ਲੱਗਿਆ ਕਿ ਦੇ ਆਰ ਨਾਟ ਗੋਇੰਗ ਵਨ ਸਟੈਪ ਬੈਕ। ਜੇ ਉਹਨਾਂ ਕੋਲ ਆਹ ਨੌਲੇਜ ਹੋਏਗੀ, ਦੇ ਵਿਲ ਬੀ ਐਟ ਅ ਮਚ ਹਾਇਰ ਕੌਨਸ਼ੀਅਸਨੈਸ ਦੈਨ ਵਾਟ ਦੇ ਆਰ ਨਾਓ। ਪਰ ਉਸ ਪੱਧਰ ਤੇ ਵੀ ਲੋਕ ਗੱਲ ਨਹੀਂ ਕਰਦੇ। This is very hard ਕਿ two people who have knowledge can get onto a stage within an anchor and can prove their point. Prove ਤਾਂ ਵੈਸੇ ਕੁਛ ਵੀ ਨਹੀਂ ਕਰਨਾ ਹੁੰਦਾ, ਧਰਮ 'ਚ ਕੁਛ ਪ੍ਰੂਵ ਨਹੀਂ ਕਰਨਾ ਹੁੰਦਾ। ਧਰਮ 'ਚ ਤਾਂ ਜੋ ਮੰਨਿਆ ਹੋਇਆ ਜਾਂ ਸਮਝਿਆ ਹੋਇਆ ਉਹ ਦੱਸੇ ਸਕਦੇ ਹਾਂ ਆਪਾਂ, ਪਤਾ ਅਵੇਅਰ ਤੇ ਵੀ ਹੈ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਕੋਲ ਇਹ ਹੈ। ਮੈਂ ਸਿਰਫ ਉੱਥੋਂ ਪ੍ਰੈਕਟੀਕਲੀ ਤੁਹਾਨੂੰ ਦੇਖ ਕੇ ਦੱਸਿਆ, ਤਾਂ ਮੈਂ ਸ਼ੇਅਰ ਕੀਤੀ ਸੀ ਕਿ ਦੇ ਆਰ quite close, but they still don't have that terminology ਵੀ inner consciousness ਵੀ ਹੁੰਦੀ ਹੈ ਇੱਕ, ਤੇ ਉਹਦੇ 'ਚੋਂ outer consciousness ਹੁੰਦੀ ਹੈ, ਇਸ ਤਰ੍ਹਾਂ ਇੱਕ universal consciousness ਹੈ। So I think this is really a good thing ਜੇ ਸਾਨੂੰ ਪਤਾ ਹੋਵੇ। Anjali, if I don't hog the question answer session, one last question and I'll shut up, which would be, what is the realm of primary or secondary consciousness? Inderbi Virji, just before you say that, a second, I just want to let everybody else know who has not had a chance to watch that video ki gal kis cheez di ho rahi sigi, and this is a discussion between Sadhguru and Javed Akhtar being moderated. So you can go on YouTube and look it up just in case you haven't had a chance to listen to it. Hanji Virji, Inderbi Virji, please. Agla question. Thank you, Virji. Virji, ਫਿਰ ਇਹਦਾ realm ਕੀ ਹੈ? ਜਿਹੜਾ secondary consciousness ਦਾ realm ਕੀ ਹੈ ਤੇ primary consciousness ਦਾ realm ਕੀ ਹੈ, ਤੇ ਆਪਾਂ ਕਿਵੇਂ, you know, how can we relate to it? ਉਹਨਾਂ ਦੇ function ਕੀ ਨੇ? ਜੇ ਭਗਤਾਂ ਦੀ ਬਾਣੀ ਦੇ ਵਿੱਚੋਂ ਆਪਾਂ ਨੂੰ ਕੀ ਇੰਡੀਕੇਸ਼ਨਸ ਮਿਲਦੀਆਂ ਨੇ? ਭਗਤ ਕਹਿੰਦੇ ਆ ਕਿ ਜਿਹੜੀ ਯੂਨੀਵਰਸਲ ਕੌਨਸ਼ੀਅਸਨੈਸ ਹੈ ਉਹ ਲਾਈਕ ਓਸ਼ਨ ਐਟ ਦਾ ਲੋਐਸਟ ਸਪੌਟ ਹੈ। ਤੇ ਹਰੇਕ ਚੀਜ਼ ਵਰਲਡ ਵਿੱਚ ਜੋ ਵੀ ਹੋ ਰਹੀ ਹੈ ਨਾ, ਇਟ ਵਾਂਟ ਟੂ ਬੀ ਐਟ ਦਾ ਮੈਕਸਿਮਮ ਈਜ਼। ਨਦੀ ਜਾ ਕੇ ਸਮੁੰਦਰ 'ਚ ਮਿਲਦੀ ਹੈ, ਉੱਥੇ ਜਾ ਕੇ ਉਹਦਾ ਰੈਸਟਿੰਗ ਪੁਆਇੰਟ ਹੈ। ਜਿਹੜੀ ਸਾਡੀ ਆਊਟਰ ਕੌਨਸ਼ੀਅਸਨੈਸ ਹੈ ਉਹਨੂੰ ਰੈਸਟਿੰਗ ਪੁਆਇੰਟ ਚਾਹੀਦਾ, ਤੇ ਉਹਦਾ ਪਹਿਲਾ ਰੈਸਟਿੰਗ ਪੁਆਇੰਟ ਜਿਹੜਾ ਹੈਗਾ ਉਹਦੀ ਪ੍ਰਾਇਮਰੀ ਕੌਨਸ਼ੀਅਸਨੈਸ ਹੈ। ਜਦੋਂ ਪ੍ਰਾਇਮਰੀ ਕੌਨਸ਼ੀਅਸਨੈਸ ਆ ਗਿਆ ਤਾਂ ਉਹ ਮੁਕਤ ਹੋ ਜਾਂਦਾ ਹੈ ਜੀ। ਦੈਟਸ ਵਾਟ ਵੀ ਆਰ ਏਮਿੰਗ ਫॉर। ਅਦਰਵਾਈਜ਼ ਕੀ ਹੈ, ਉਹ ਡਾਊਟਸ ਹੈ ਮਾਈਂਡ ਵਿੱਚ, ਉਹ ਲਾਈਫ ਜਿਹੜੀ ਹੈ ਤੁਹਾਡੀ ਉਹ ਤੁਹਾਡੇ ਲਈ ਹੈਕਟਿਕ ਬਣੀ ਹੋਈ ਹੈ। ਯੂ ਆਰ ਟਰਾਈਂਗ ਟੂ ਫੋਲੋ ਦਾ ਫੇਥ ਐਜ਼ ਵੈਲ, ਬਟ ਯੂ ਆਰ ਸਟਿਲ ਐਟ ਦ ਸੇਮ ਲੈਵਲ at which the non-faith people are. So ਜੇ ਅਸੀਂ ਉਹਨੂੰ ਮੰਨਦੇ ਹਾਂ ਕਿ ਉਹਨੂੰ ਇੱਕ ਸਟੇਬਿਲਿਟੀ ਚਾਹੀਦੀ ਹੈ, ਆਧਾਰ ਚਾਹੀਦਾ, it needs a platform, your mind to stand on something,
ਉਹ ਮਾਈਂਡ ਦਾ ਜਿਹੜਾ ਅਸਲੀ ਪਲੇਟਫਾਰਮ ਹੈ ਉਹਦਾ ਇਨਰ ਕੌਨਸ਼ੀਅਸਨੈਸ ਹੈ। ਜੇ ਉਹ ਇੰਟਰੋਵਰਟ ਰਹਿੰਦਾ ਹੈ, ਜੇ ਉਹ ਸਮਝਦਾ ਹੈ ਕਿ ਦੈਟਸ ਦਾ ਵਨ ਹੂ ਇਜ਼ ਵਰਕਿੰਗ ਔਨ ਮਾਈ ਬਿਹਾਫ, ਫਿਰ ਉਹ ਮਾਈਂਡ ਚੋਂ ਫਿਕਰ ਵੈਸੇ ਮੁੱਕ ਜਾਂਦਾ। ਹੁਣ ਮਾਈਂਡ ਨੂੰ ਇਹ ਲੱਗਦਾ ਕਿ ਆਈ ਐਮ ਡੂਇੰਗ ਐਵਰੀਥਿੰਗ। ਜਿਵੇਂ ਕਹਿੰਦੇ ਆ, ਉਹ ਰਜਨੀਸ਼ ਵੀ ਐਗਜ਼ਾਮਪਲ ਦਿੰਦਾ ਵੀ ਚਲੋ ਜੀ ਸੈਰ ਨੂੰ ਚੱਲੀਏ। ਉਹ ਜਿਹੜੀ ਛਿਪਕਲੀ ਹੈ ਉਹ ਕਹਿੰਦੀ ਸੈਰ ਨੂੰ ਤਾਂ ਮੈਂ ਚਲੇ ਜੂ, ਪਰ ਆ ਸਤੀਰ ਨੂੰ ਕੌਣ ਸਾਂਭੂਗਾ, ਇਹ ਸਤੀਰ ਗਿਰ ਜਾਣਾ ਪਿੱਛੋਂ। ਸੋ ਇਹ ਮਾਈਂਡ ਦਾ ਡਾਊਟ ਹੈ, ਸਤੀਰ ਨੇ ਨਹੀਂ ਗਿਰਨਾ, ਇਹ ਸਾਨੂੰ ਇਹ ਲੱਗਦਾ ਹੈ। ਬਸ ਉਹ ਡਾਊਟ ਹੈ ਕਲੀਅਰ ਕਰਨਾ ਕੋਈ ਐਡੀ ਵੱਡੀ ਗੱਲ ਵੀ ਨਹੀਂ ਹੈ। ਜੇ ਸਾਨੂੰ ਇਹ ਪਤਾ ਲੱਗ ਜਾਵੇ ਕਿ there is someone looking after us, ਜੇ ਹੁਣ ਤੁਹਾਡੇ ਨਾਲ ਇੱਕ ਚੰਗਾ ਡਰਾਈਵਰ ਬੈਠਾ ਹੈ, and if he knows the maps and everything, ਤੁਹਾਨੂੰ ਫਿਕਰ ਕਰਨ ਦੀ ਥੋੜੀ ਲੋੜ ਹੈ। ਫਿਰ ਜੇ ਤੁਸੀਂ ਕਰਦੇ ਹੋ, it's basically your problem। ਉਹ ਕਹਿੰਦਾ I'm professional, I can take you where you want to। ਸੋ ਇਹ ਗੱਲ ਹੈ, ਮਾਈਂਡ ਨੂੰ ਭਰੋਸਾ ਨਹੀਂ ਹੈ ਅਜੇ ਤਾਈਂ ਇਸ ਗੱਲ ਤੇ ਕਿ there is someone better than me। ਉਹ ਕਹਿੰਦਾ I am the best, ਮੈਂ ਹੀ ਕਰੂੰਗਾ। ਜਦੋਂ ਫਸ ਜਾਂਦਾ ਫਿਰ ਉਹ ਕਿਤੇ ਕਿਤੇ ਮੰਨ ਵੀ ਲੈਂਦਾ, ਪਰ it doesn't do it for long time। ਉਹ that's basically ਕੰਸਿਸਟੈਂਟ ਨਹੀਂ ਰਹਿੰਦਾ। ਗੁਰਬਾਣੀ ਉਹਨੂੰ ਕੰਸਿਸਟੈਂਸੀ ਉਹ ਦੱਸਦੀ ਹੈ ਕਿ ਸੱਚਾ ਨਾਮ ਮੇਰਾ ਆਧਾਰ ਹੋ, ਉਹਨੂੰ ਆਧਾਰ ਬਣਾ ਲਾ, ਉਹਦੇ ਨਾਲ ਤੂੰ ਮਰਜ ਇਨਟੂ ਯੂਰ ਪ੍ਰਾਇਮਰੀ ਵਨ ਐਂਡ ਤੇਰਾ ਯੂਰ ਜੋਬ ਇਜ਼ ਡਨ। ਆਹੀ ਧਰਮ ਦਾ ਆਹੀ ਕੰਮ ਸੀ। ਬਾਕੀ ਤਾਂ ਸਭ ਇਟਸ ਆਲ ਜਸਟ ਫੇਥ ਹੈ। ਉਹ ਜਿਹੜੇ ਫੇਥ ਬਣੇ ਹੋਏ ਆ ਉਹਨਾਂ ਨੇ ਤਾਂ ਇੱਕ ਸੈਟ ਆਫ ਰੂਲਸ ਬਣਾਏ ਹੁੰਦੇ ਆ, ਦੇ ਫੋਰਸ ਯੂ ਟੂ ਫੋਲੋ ਦੋਜ਼। ਜੇ ਤੁਸੀਂ ਨਹੀਂ ਫੋਲੋ ਕਰਦੇ, ਯੂ ਆਰ ਨਾਟ ਅ ਪਾਰਟ ਆਫ ਦੈਟ। ਸੋ ਉਹ ਦੈਟਸ ਵਾਟ ਨਾਟ ਵੀ, ਉਹ ਇਹ ਵੀ ਮੈਂ ਉਹਦੇ ਚੋਂ ਹੀ ਲਿਖਿਆ, ਪਰ ਸੁਣਿਆ ਤੁਹਾਡੀ ਚੋਂ। ਇਟਸ ਅ ਸਪਿਰਿਚੁਅਲ ਜਰਨੀ ਹੈ ਇਹ ਕੋਈ 5 ਸੈਟ ਆਫ ਰੂਲਸ ਮੰਨ ਕੇ ਨਹੀਂ ਚੱਲੀ ਜਾਂਦੀ। ਇਹ ਤੱਕ ਜਸਟ ਬੀ ਔਨ ਦਿਸ ਜਰਨੀ, ਦੈਟਸ ਵਾਟ ਗੁਰਬਾਣੀ ਸੇਜ਼। ਸੈਕੰਡਰੀ ਕੌਨਸ਼ੀਅਸਨੈਸ ਤੇ ਵੀ ਵੀਰ ਜੀ ਥੋੜਾ ਜਿਹਾ ਚੱਲਣਾ ਪਾ ਦਿਓ। ਹਾਂਜੀ, secondary consciousness, because that seems to be the fine point in that। ਹਾਂ, ਜੇ ਆਪਾਂ ਐਗਜ਼ਾਮਪਲ ਲਵਾਂਗੇ ਨਾ ਜੀ, ਜੇ ਆਪਾਂ ਓਸ਼ਨ ਦਾ ਐਗਜ਼ਾਮਪਲ ਲਵਾਂਗੇ ਤਾਂ ਓਸ਼ਨ ਇਜ਼ ਨਥਿੰਗ ਬਟ ਇਜ਼ ਅ ਕਲੈਕਸ਼ਨ ਆਫ ਡ੍ਰੌਪਸ। ਡ੍ਰੌਪ ਦੀ ਇੰਡੀਵਿਜੂਅਲਿਟੀ ਮੇਨਟੇਨ ਹੈ। ਡ੍ਰੌਪ ਇਜ਼ ਇੰਡੀਵਿਜੂਅਲ ਐਂਡ ਇਟ ਇਜ਼ ਮੇਨਟੇਨਿੰਗ ਇਟਸ ਇੰਡੀਵਿਜੂਅਲਿਟੀ whether it is here or it goes to the 4th state। ਉਹਦੀ ਇੰਡੀਵਿਜੂਅਲਿਟੀ ਨਹੀਂ ਮੁੱਕਦੀ, ਪਰ ਉਹ ਬਿਕੋਜ਼ ਹੀ ਇਜ਼ ਵਿਦਿਨ ਦ ਕੌਨਸਟੀਟਿਊਸ਼ਨ ਉਹ ਅਲੱਗ ਨਹੀਂ ਦਿਖਦਾ ਉੱਥੇ। ਇਟਸ ਅ ਪਾਰਟ ਆਫ ਦ ਹੋਲ ਕੌਨਸ਼ੀਅਸਨੈਸ। ਤੇ ਜੇ ਉਹ ਕਿਤੇ ਹੋਲ ਕੌਨਸ਼ੀਅਸਨੈਸ ਤੋਂ ਡਿਫਰੈਂਸ ਆਪਣੇ ਆਪ ਨੂੰ ਕਿਤੇ ਸਮਝਣ ਲੱਗ ਜਾਵੇ, ਦੈਨ ਹੀ ਇਜ਼ ਬੈਕ ਇਨ ਅ ਦਾਲ ਸਟੇਜ। ਫਿਰ ਉਹਦੀ ਇੰਟਰਨਲ ਪ੍ਰੋਬਲਮ ਸ਼ੁਰੂ ਹੋਈ ਹੈ। ਸੋ ਇੰਡੀਵਿਜੂਅਲਿਟੀ ਨਹੀਂ ਸਾਡੀ ਬ੍ਰਹਮ ਦੀ ਖਤਮ ਹੁੰਦੀ ਜਾ ਕੇ, ਤਾਂ ਹੀ ਜਿਹੜਾ ਬ੍ਰਹਮ ਡੈਮੇਜ ਹੋਇਆ ਉਹੀ ਆਉਂਦਾ। ਸਾਰਾ ਪਾਰ ਬ੍ਰਹਮ ਨਹੀਂ ਆ ਗਿਆ ਇੱਥੇ ਭਵ ਸਾਗਰ ਚ। ਜਿੰਨੇ ਉਹਦੇ ਇੰਡੀਵਿਜੂਅਲ ਕੰਪੋਨੈਂਟਸ ਹੈ ਨਾ, ਜਿਵੇਂ ਅੱਜ ਕੱਲ ਆਪਾਂ ਇੱਕ ਮਸ਼ੀਨਰੀ ਹੈ, ਉਹਦੇ ਦੇਖੋ ਤੁਸੀਂ, ਉਹ ਸਾਰੀ ਕਾਰ ਥੋੜੀ ਬਦਲਣੀ ਹੈ। ਜੇ ਤੁਹਾਡਾ ਇੱਕ ਪੰਪ ਖਰਾਬ ਹੋ ਗਿਆ, ਉਹਨੇ ਪੰਪ ਚੇਂਜ ਕਰ ਦੇਣਾ, ਦ ਕਾਰ ਇਜ਼ ਸਟਿਲ ਇਨ ਆਰਡਰ। ਸੋ ਇਸ ਤਰ੍ਹਾਂ ਹੈ ਕਿ ਸਾਨੂੰ ਇਹ ਨਹੀਂ ਸਮਝਾਇਆ ਕਿ ਤੁਹਾਡੀ ਇੰਡੀਵਿਜੂਅਲਿਟੀ ਇੱਥੇ ਵੀ ਇੰਡੀਵਿਜੂਅਲ ਹੋ ਤੁਸੀਂ। ਯੂ ਕੇਮ ਵਿਦ ਯੂਅਰ ਪ੍ਰੋਬਲਮ ਐਂਡ ਯੂ ਹੈਵ ਟੂ ਸੋਲਵ ਯੂਅਰ ਓਨ ਪ੍ਰੋਬਲਮ। ਨੋ ਵਨ ਪੁਸ਼ਡ ਯੂ ਟੂ ਡੂ ਦਿਸ, ਨੋ ਵਨ ਕੈਨ ਪੁਸ਼ ਯੂ ਨਾਓ। ਉੱਥੋਂ ਵੀ ਤੁਸੀਂ ਆਪਣੀ ਮਰਜ਼ੀ ਨਾਲ ਆਏ ਸੀ, ਇੱਥੋਂ ਵੀ ਆਪਣੀ ਮਰਜ਼ੀ ਨਾਲ ਜਾਓਗੇ। ਯੂ ਕੈਨ ਬੀ ਐਡਵਾਈਜ਼ਡ। ਐਕਸੈਪਟੈਂਸ ਐਂਡ ਨੋਨ ਐਕਸੈਪਟੈਂਸ ਤੁਹਾਡਾ ਹੀ ਹੈ ਫੰਡਾਮੈਂਟਲ। ਪਰਮੇਸ਼ਰ ਨੂੰ ਫਰਕ ਨਹੀਂ ਪੈਂਦਾ ਉਹਦੇ ਨਾਲ ਜੇ ਤੁਸੀਂ ਐਕਸੈਪਟ ਨਹੀਂ ਕਰਦੇ। ਬਿਕੋਜ਼ ਇਫ ਦੇਰ ਆਰ ਟ੍ਰਿਲੀਅਨ ਪੀਪਲ ਪੁਸ਼ਿੰਗ ਏ ਟਰੱਕ, ਜੇ ਉਹ 'ਚੋਂ 2 ਬੰਦੇ ਬਾਹਰ ਵੀ ਹੋ ਜਾਣਗੇ, ਉਹ ਉੱਥੇ ਕਿਹੜੇ ਫੋਰਸ 'ਚ ਫਰਕ ਪੈ ਜਾਣਾ। ਸੋ ਦਿਸ ਇਜ਼ ਆਲਮੋਸਟ ਲਾਈਕ ਦੈਟ ਸਿਚੁਏਸ਼ਨ। ਇਟਸ ਯੂਅਰ ਡਿਊਟੀ ਟੂ ਬੀ ਇਨ ਅ ਪਾਰਟ ਆਫ ਯੂਨੀਵਰਸਲ consciousness. You decided to be away from that consciousness. It's you who have to merge. They can only help you. So in this case, you're realizing that you're individual, that is the secondary consciousness. No, secondary consciousness is an ocean, part of the ocean. ਉਹ evaporate ਹੋ ਗਈ ਹੈ ਹੁਣ ਜੇ ਉਹ condense ਹੋ ਜਾਏਗੀ ਤਾਂ ਫਿਰ ocean 'ਚ ਗਿਰ ਜਾਏਗੀ ਨਾ ਜੀ। ਅੱਛਾ, I got it. ਉੱਥੇ ਵੀ ਉਹ ਇਸ ਤਰ੍ਹਾਂ ਹੀ ਸੀ, ਉਹ ਕਿਤੇ ਸਰਫੇਸ ਤੇ ਆ ਗਈ ਜੇ। ਮਤਲਬ ਇਟਸ ਵੈਰੀ ਹਾਰਡ ਟੂ ਐਕਸਪਲੇਨ, ਮੇਰੇ ਕੋਲ ਐਗਜ਼ਾਮਪਲਸ ਨਹੀਂ ਹੁੰਦੇ,
ਵੀ ਮੈਂ ਮੋਟੀ ਗੱਲ ਕਰਦਾ ਵੀ ਜਿਹੜਾ ਓਸ਼ਨ ਹੈ ਉਹ ਸਾਰਾ ਇਵੈਪੋਰੇਟ ਨਹੀਂ ਹੁੰਦਾ, ਪਾਰਟ ਆਫ ਇਟ ਇਵੈਪੋਰੇਟਸ ਐਂਡ ਪਾਰਟ ਆਫ ਇਟ ਕਮਸ ਬੈਕ ਟੂ ਇਟ। ਪਰ ਕਿਉਂਕਿ ਜੇ ਉਹਦਾ 1% ਹੀ ਆਪਾਂ ਮੰਨਦੇ ਹਾਂ, ਜਿੰਨਾ ਕੁ ਮੈਂ ਪੜ੍ਹਿਆ ਕਿ 99% ਪਾਣੀ ਤਾਂ 98% ਓਸ਼ਨ 'ਚ ਹੈ, 1% ਫਰੋਜ਼ਨ ਹੈ ਫਰੈਸ਼, 1% ਜਿਹੜਾ ਹੈਗਾ ਉਹ ਇਸ ਰਨ ਗੋਇੰਗ ਬੈਕ। ਤੇ ਉਹ ਓਸ਼ਨ ਨੂੰ ਅੱਜ ਤਾਈਂ ਜੇ ਪਾਣੀ ਹੋਰ ਵੀ ਵੈਪੋਰੇਟ ਹੋ ਜਾਏਗਾ ਉਹਦਾ ਲੈਵਲ ਦਾ ਨਹੀਂ ਉਹਨੂੰ ਫਰਕ ਪੈਂਦਾ, ਕਿਉਂਕਿ ਉਹ ਚੀਜ਼ ਐਡੀ ਵੱਡੀ ਹੈ। ਪਰ ਡ੍ਰੌਪਸ ਜਿਹੜੇ ਹੈ ਜੇ ਉਹ ਕੰਡੈਂਸ ਹੋ ਜਾਣਗੇ ਉਹ ਦੁਬਾਰਾ ਓਸ਼ਨ 'ਚ ਹੈ। ਇਟ ਮੇ ਟੇਕ ਏ ਪਾਥ ਆਫ, ਠੀਕ ਹੈ ਨਾ, ਕਿ ਤੁਸੀਂ ਰਿਵਰ ਚੋਂ ਆ ਗਏ, ਰਿਵਰ ਚੋਂ ਤੁਸੀਂ ਨਾਲੇ ਚੋਂ, ਰਿਵਰ ਚੋਂ ਤੁਸੀਂ ਦਰਿਆ 'ਚ ਆ ਗਏ, ਯੂ ਬੈਕ ਦੇਅਰ। ਪਰ ਓਵਰਆਲ ਸਮੁੰਦਰ ਨੂੰ ਫਰਕ ਨਹੀਂ ਪੈਂਦਾ, ਯੂ ਆਰ ਅ ਪਾਰਟ ਆਫ ਇਟ, ਤੁਹਾਨੂੰ ਫਰਕ ਪੈਣਾ। ਯੂ ਹੈਵ ਟੂ be as a part of universal consciousness which is more stable। ਅਸੀਂ chemistry 'ਚ ਕਹਿੰਦੇ ਹਾਂ ਵੀ only those reactions takes place where the delta G is negative। ਉਹਨਾਂ ਦਾ ਆਪਣਾ ਫੈਕਟਰ ਬਣਨਾ ਹੈ ਨਾ ਜੀ, ਵੀ ਜਿਹੜੀ ਬੌਂਡ ਬਣ ਰਹੇ ਹੈ ਉਹ ਟੁੱਟਣ ਵਾਲੇ ਨਾਲੋਂ ਸਟੇਬਲ ਚਾਹੀਦੇ ਆ, ਤਾਂ ਹੀ ਆਪਣਾ ਰਿਐਕਸ਼ਨ ਹੁੰਦਾ ਨਾ ਜੀ। ਸੋ ਜਿਹੜੀ ਆਪਣੀ ਸਟੇਜ ਕੰਪਲੀਟਨੈਸ ਦੀ ਹੈ, it is much more stable than this broken stage। that's why we have to move that way। ਕਿਸੇ ਦੀ ਵਿੱਚ ਉਹ ਹੈ, there is someone's noise। ਹਾਂਜੀ ਵੀਰ ਜੀ। ਹਾਂਜੀ ਵੀਰ ਜੀ। ਜੇ ਮੂਲ ਇੱਕ ਹੈ ਫਿਰ ਕੌਨਸ਼ੀਅਸਨੈਸ ਦੇ ਲੈਵਲ ਤਾਂ ਆਪਾਂ ਐਸਪੈਕਟ ਕਹਿ ਸਕਦੇ ਹਾਂ, ਬਿਕਾਜ਼ ਇਟ ਇਜ਼ ਵਨ ਕੌਨਸ਼ੀਅਸਨੈਸ which is manifested in infinite ways। ਹਾਂਜੀ। ਤੋ ਜਿੱਦਾਂ ਕੈਟਾਗਰਾਈਜ਼ ਆਪ ਜੀ ਨੇ ਕੀਤਾ ਹੈਗਾ, ਇਹਦੇ ਨਾਲ ਥੋੜਾ ਜਿਹਾ ਭੁਲੇਖਾ ਪੈਂਦਾ ਵੀ these are two distinct entities। ਜੇ ਆਪਾਂ ਐਸਪੈਕਟ ਕਹੀਏ ਤਾਂ I think it's more appropriate। ਏਕ ਹੀ ਅਨੇਕ ਹੋਏ ਬਿਸਤਰਿਓ ਕਿਹਾ ਹੋਇਆ, ਹੁਣ ਇਹਨੂੰ ਤੁਸੀਂ ਜਿੰਨੀ ਡੈਪਥ 'ਚ ਇੱਕੇ ਸੀਗਾ, ਜਦ ਉਹਦਾ ਮਾਇਆ 'ਚ ਵਿਸਤਾਰ ਹੋ ਗਿਆ ਉਹਦਾ ਅਨੇਕ ਰੂਪ ਬਣ ਗਿਆ। ਸੋ ਦੈਟਸ ਵਾਟ ਯੂ ਵਾਂਟ ਟੂ ਸੇ, ਵੀ ਕੌਨਸ਼ੀਅਸਨੈਸ ਉਹੀ ਸੀਗੀ ਜਦੋਂ ਮੈਨੀਫੈਸਟ ਹੋਈ ਹੈ, ਜਿੰਨੀ ਕੁ ਉਹਦੀ ਮਾਇੰਡ ਦੀ ਸਟੇਟ ਸੀਗੀ ਉਹੀ ਜੀ ਉਹਦੀ ਮੈਨੀਫੈਸਟੇਸ਼ਨ ਹੈਗੀ ਹੈ। ਜਿੰਨਾ ਉਹਦਾ ਮਾਇੰਡ ਨੇੜੇ ਹੈਗਾ ਇਨਰ ਮਾਇੰਡ ਦੇ ਉਨਾ ਉਹ ਕਲੋਜ਼ ਹੈ, ਜਿੰਨਾ ਉਹਦੀ ਕੌਨਸ਼ੀਅਸਨੈਸ ਦੂਰ ਹੈ ਉਨਾ ਉਹ ਆਪਣੀ ਯੂਨੀਵਰਸਲ ਕੌਨਸ਼ੀਅਸਨੈਸ ਤੋਂ ਦੂਰ ਹੈ। That's what we can say। What I'm saying is there's only one consciousness which is manifested in infinite ways। ਜਿਹੜਾ instrument ਹੈ ਉਹਦੀ problem ਹੈ, consciousness ਤਾਂ ਉਹੀ ਹੈ, ਪਰ instrument is not capable of interpreting it or catching it। ਹੁਣ ਤੁਸੀਂ ਕਲੈਕਟਿਵ ਨਾਉਨ 'ਚ ਜੇ ਗੱਲ ਕਰੋਗੇ ਨਾ ਜੀ, ਤਾਂ ਉਹਨੂੰ ਤੁਸੀਂ ਵਨ ਕਹੋ। ਜਿਵੇਂ ਦਾਣਿਆਂ ਦਾ ਢੇਰ ਹੈ ਨਾ ਜੀ, ਉਹਨੂੰ ਆਪਾਂ ਕਹਿੰਦੇ ਆ ਵੀ ਉਹ ਸਾਰੇ ਇੱਕ ਜਿਹੇ ਦਾਣੇ। That's how you have to say। ਦਾਣੇ ਉਹਦੇ 'ਚ ਪਏ ਆ, ਦਾਣੇ ਨਹੀਂ ਅਲੱਗ-ਅਲੱਗ ਹੋਏ, but they are behaving as one pile। That's it। ਜਾਂ ਰੱਸਾ ਹੈ, ਰੱਸੇ ਦੇ ਵਿੱਚ ਤੁਹਾਡੇ there are various strings but they are all just together within one। ਉਹ one ਹੈਗਾ, ਐ one ਨਹੀਂ ਹੈਗਾ। ਜਿਵੇਂ ਆਪਾਂ ਸਾਹਮਣੇ ਉਹਦੇ 'ਚ ਇੰਡੀਵਿਜੂਅਲਿਟੀ ਨਹੀਂ ਉਹਨਾਂ ਦੀ ਗਈ। they have, ਜਿਵੇਂ ਤੁਹਾਡੇ USA 'ਚੋਂ ਜਾਂ ਕਿਤੇ ਵੀ the states have given power to center ਕਿ you have to take these decisions। ਉਹ ਐ oneness 'ਚ ਇੱਕ ਕੰਟਰੀ ਹੈ, but the individual have their distinction still there। अनेक हैं फिर एक हैं, although they are separate but still they behave as one। ਇਹ ਕੌਨਸ਼ੀਅਸਨੈਸ 'ਚ ਪੋਸੀਬਲ ਹੈ। ਆਪਾਂ ਐਗਜ਼ਾਮਪਲ ਜਿੰਨੇ ਮਰਜ਼ੀ ਲੈ ਲਈਏ, ਜਿਹਨੇ ਸਮਝ ਲਈ ਗੱਲ ਉਹ ਬੁੱਝ ਲਈ, ਅਦਰਵਾਈਜ਼ ਐਗਜ਼ਾਮਪਲਸ ਆਰ ਜਸਟ ਆਲਵੇਜ਼ ਵਿਦ ਫਲॉज। ਜਿਹੜੀ ਵੀ ਮੈਂ ਗੱਲ ਕਰਾਂਗਾ ਉਹਦੇ ਵਿੱਚ ਫਲॉ ਹੋਏਗਾ, ਬਿਕੋਜ਼ ਉਹ ਕੰਪਲੀਟ ਨਹੀਂ ਹੈ। ਮਾਇਆ ਤਾਂ ਕੰਪਲੀਟ ਹੈ ਹੀ ਨਹੀਂ ਨਾ ਜੀ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। but we can just make it language, ਜੇ ਕਿਸੇ ਨੂੰ ਜ਼ਿਆਦਾ ਸਮਝ ਆਏ he can just give a better phrase। ਉਹਦੇ ਨਾਲ ਕੀ ਹੈ ਕਿ we understand, our understanding improves। ਉਹੀ ਗੱਲ। ਠੀਕ ਹੈ ਵੀਰ ਜੀ। ਠੀਕ ਹੈ, ਥੈਂਕ ਯੂ। ਹਾਂਜੀ, ਇਹ ਆਪਣਾ ਕੋਲ ਪਿਛਲੇ ਵਾਰ ਇੱਕ ਆਇਆ ਸੀਗਾ ਕਿ ਪਸ਼ੂ ਦੀ ਗੱਲ ਚੱਲੀ ਸੀ, ਵੀ ਪਸ਼ੂ ਵਰਡ ਗੁਰਬਾਣੀ ਵਿੱਚ ਕਾਫੀ ਜ਼ਿਆਦਾ ਯੂਜ਼ ਆਇਆ। ਇਹ ਕਰਮ ਦੀ ਸੈਂਸ 'ਚ ਆਇਆ। Visibly he is a human being, he is standing on 2 feet and he is tailless,
but his actions are like he's walking on 4 legs and has a tail. ਉਹੇ ਜਿਹੇ ਐਕਸ਼ਨ ਕਰਕੇ ਗੁਰਬਾਣੀ 'ਚ ਇਹ ਚੀਜ਼ਾਂ ਆਈਆਂ ਹੋਈਆਂ, ਕੇਵਲ ਆਪਣਾ ਪੇਟ ਭਰਨ ਲਈ ਸਵਾਰਥ ਭਰੇ ਕਰਮ ਜੇ ਕੋਈ ਕਰਦਾ, ਦਿਸ ਇਜ਼ ਵਾਟ ਕਾਂਸੀ ਨਾਭਾ ਸੇਜ਼, ਫਿਰ ਉਹ ਪਸ਼ੂਆ ਕਰਮ ਚ ਆਉਂਦਾ। ਇਹ ਗਿਆਨ ਵਿਚਾਰ ਰਹਿਤ ਕਰਮ ਕਰਨ ਵਾਲਾ, ਬਿਕਾਜ਼ ਜੀਵ ਨੇ ਗਿਆਨ ਭਰਪੂਰ ਕਰਮ ਕਰਨੇ ਆ। ਇਹਦੇ ਲਈ ਆਪਣੇ ਕੋਲ ਗੁਰਬਾਣੀ ਵਿੱਚੋਂ ਕਾਫੀ ਐਗਜ਼ਾਮਪਲਸ ਆਪਾਂ ਜਿੰਨੀਆਂ ਪੰਕਤੀਆਂ ਪੜ੍ਹਦੇ ਹਾਂ। ਇੱਕ ਤਾਂ ਹੈਗੇ ਕਿ ਹਰਿ ਕੀ ਭਗਤੀ ਕਰੈ ਤਿਨ ਨਿੰਦੈ। ਹੁਣ ਇਹੋ ਜਿਹਾ ਗਰੁੱਪ ਹੈ ਜਿਹੜੇ ਭਗਤਾਂ ਨੂੰ ਨਿੰਦਦੇ ਹੀ ਰਹਿੰਦੇ ਸੀ, ਬਿਕਾਜ਼ ਭਗਤਾਂ ਦੀ ਜਿਹੜੀ ਵਿਜ਼ਡਮ ਸੀ ਉਹਨਾਂ ਤੋਂ ਸੁਪੀਰੀਅਰ ਸੀ, ਔਰ ਇਹਨਾਂ ਨੇ ਜੋ ਦੱਸਿਆ ਸੀ ਦੇ ਵਰ ਨਾਟ ਰੈਡੀ ਟੂ ਐਗਰੀ। ਫਿਰ ਉਹ ਕੀ ਕਰਦੇ ਸੀ, ਉਹਨਾਂ ਨੂੰ ਡਿਸਰਿਗਾਰਡ ਕਰਨਾ ਸ਼ੁਰੂ ਕਰਤਾ। ਦ ਰੀਸੈਂਟ ਵਨ ਵਾਜ਼ ਡਨ ਬਾਏ ਸਵਾਮੀ ਵਿਵੇਕਾਨੰਦ, ਉਹ ਤਾਂ ਰਿਟਨ ਚ ਪਿਆ। He has commented on Kabir ji in a very crude manner, and Guru Nanak ji as well, that he never knew Sanskrit. और कल मैं वो शेयर किया सी कि we don't have a sh in our language. इहदे नाल जो सानू uncultured दसदा, I have no problems because we know what we know about it. ਉਹ words ਦੇ ਹਿਸਾਬ ਨਾਲ ਅਸੀਂ ਐ ਨਹੀਂ ਚੱਲਦੇ। ਸਾਡੀ ਲੈਂਗੁਏਜ ਸ਼ ਹੈ ਹੀ ਨਹੀਂ ਸੀ, ਪਿੱਛੋਂ ਹੀ ਸ਼ ਨਹੀਂ ਸੀ ਹੁੰਦਾ। ਸ਼ ਜਾਂ ਤਾਂ ਪਰਸ਼ੀਅਨ ਚੋਂ ਆਇਆ ਜਾਂ ਫਿਰ ਬਾਅਦ ਚ ਡਿਵੈਲਪ ਹੋਇਆ। ਸੋ you might be aware that there is a certain class of people who cannot say that sound because they were not educated. ਉਹ ਸਕੂਲ ਗਏ ਨਹੀਂ ਸੀ ਕਿਤੇ, ਸਕੂਲਾਂ 'ਚ ਇਹ ਸ਼ ਦੱਸਿਆ ਜਾਂਦਾ ਸੀ। ਜਿਹੜੀ ਸਾਊਂਡ ਤੁਸੀਂ ਸੁਣੀ ਨਹੀਂ ਹੈ ਉਹ ਤੁਸੀਂ ਰਿਪਰੋਡਿਊਸ ਨਹੀਂ ਕਰ ਸਕਦੇ। ਹੁਣ ਰਾੜਾ ਸ਼ਬਦ ਨਹੀਂ ਬੋਲ ਸਕਦੇ ਗੋਰੇ, ਸਾਡੇ ਬੱਚੇ ਵੀ ਨਹੀਂ ਬੋਲ ਸਕਦੇ ਕਿਉਂਕਿ ਉਹਨਾਂ ਨੇ ਸੁਣਿਆ ਹੀ ਨਹੀਂ ਹੈ। So even Guru Nanak, or whenever these Bhavan Akhri was written, there is no upadesh from sh, upadesh sasse to hi hai। ਉਹ ਸਾਨੂੰ ਲੱਗਦਾ with time ਇਹ ਲੱਗਿਆ ਵੀ ਸ਼ ਵਾਲੇ ਸ਼ਾਇਦ ਜ਼ਿਆਦਾ ਸੁਪੀਰੀਅਰ ਹੈ, ਬਟ ਇਹ ਪਸ਼ੂ ਇਹ ਲਿਖਿਆ ਹੋਇਆ। ਆਪਾਂ ਪਸ਼ੂ ਕਹਿੰਦੇ ਹਾਂ ਬਟ ਇਟ ਇਜ਼ ਪਸ਼ੂ ਇਨ ਦਾ ਰੀਅਲ ਸੈਂਸ। ਉਵੇਂ ਹੀ ਵਰਡ ਪਰਮੇਸ਼ਰ ਹੈਗਾ, ਪਰਮੇਸ਼ਵਰ ਨਹੀਂ ਹੈ। ਜੇ ਮੈਂ ਵੀ ਬੋਲਦਾ I'm wrong, someone else will say will be wrong. That's the theme of it. ਕਿ ਦੂਸਰੀ ਗੱਲ ਹੈ ਵੀ ਹਰ ਕੀ ਭਗਤੀ ਕਰਨ ਵਾਲੇ ਨੂੰ ਜਿਹੜੇ ਤਿੰਨ ਪਲੂਰਲ ਹੈ, ਨਿੰਦਾ, ਨਿੰਦਾ ਦੇ ਨਾਲ ਤਿੰਨ ਵਰਡ ਜਿਹੜਾ ਹੈਗਾ, ਇਹ ਤਿੰਨ ਵਰਡ ਦੀ ਇਹ ਪਲੂਰਲ ਫਾਰਮ ਹੈ ਜੀ। when the tin will come as a pronoun with a plural verb, ਉਹ ਇਸ ਤਰ੍ਹਾਂ ਹੋਏਗਾ। ਜਦੋਂ ਇਹਨੂੰ ਸਿੰਗੂਲਰ ਕਰਨਾ ਹੈ ਤੇ ਸਿਆਰੀ ਲੱਗ ਜਾਂਦੀ ਹੈ। ਨਿਗੁਰੇ ਹੈ ਉਹ, that clearly shows ਇਹ ਜਿਹੜਾ word ਨਿਗੁਰਾ ਹੈਗਾ in our culture or whatever we follow, religion ਨੂੰ ਅਸੀਂ culture ਦੇ form ਤੇ ਹੀ follow ਕਰਦੇ ਹਾਂ, has been misappropriately told ਕਿ ਜਿਹੜਿਆਂ ਨੇ ਪੌਹਲ ਨਹੀਂ ਲਈ ਉਹ ਸ਼ਾਇਦ ਨਗੁਰੇ ਹੈ। ਪਰ ਪੌਹਲ ਲੈਣ ਦਾ ਔਰ ਗੁਰ ਦਾ ਤਾਂ ਕੋਈ ਆਪਸ ਚ ਰਿਲੇਸ਼ਨਸ਼ਿਪ ਹੀ ਨਹੀਂ ਹੈ। ਗੁਰ ਪਹਿਲਾਂ ਪੂਰਾ ਹੋਏਗਾ, ਜਿਨ੍ਹਾਂ ਦਾ ਗੁਰ ਪੂਰਾ ਸੀ ਉਹਨਾਂ ਨੂੰ ਹੀ ਤਾਂ ਪੌਹਲ ਮਿਲੀ ਸੀ। ਸੋ ਇਹ ਵੀ ਵਰਡ ਅਸੀਂ ਵਿਦ ਟਾਈਮ ਇਹਨੂੰ ਵੀ ਅਸੀਂ ਰਿਫਲੈਕਟ ਕਰ ਲਿਆ। ਨਿਗੁਰਾ ਹੁੰਦਾ ਜਿਹੜਾ ਆਤਮ ਗਿਆਨੀ ਨਾ ਹੋਵੇ, ਜਿਹਨੂੰ ਆਪਣੇ ਬਾਰੇ ਗਿਆਨ ਨਾ ਹੋਵੇ, ਜਿਹਨੂੰ ਇਹ ਨਹੀਂ ਪਤਾ ਵੀ ਮੇਰੀ ਇੱਕ ਪ੍ਰਾਇਮਰੀ ਕੌਨਸ਼ੀਅਸਨੈਸ ਹੈ। He will be termed or she will be termed as Nigura. That is what the Pashu is. ਕਿਉਂਕਿ ਪਸ਼ੂ ਨੂੰ ਲਿਖਿਆ ਹੋਇਆ ਵੈਸੇ ਗੁਰਬਾਣੀ 'ਚ ਚੌਣਾ ਕਹਿੰਦੇ ਆਪਾਂ ਜੀ ਹਰਡ ਨੂੰ ਨਾ, ਚੌਣੇ ਸੋਨਾ ਪਾਈਏ। ਜੇ ਪਸ਼ੂ ਨੂੰ ਕਹਿੰਦੇ ਵੀ ਤੁਸੀਂ ਦੋ, ਉਹ ਤਾਂ ਅਨਅਵੇਅਰ ਹੈ, ਉਹਨੂੰ ਕੀ ਪਤਾ ਵਟ ਇਜ਼ ਗੋਲਡ, ਉਹਨੂੰ ਤਾਂ ਆਪਣੀ ਖੁਰਾਕ ਦਾ ਹੀ ਮਤਲਬ ਹੈ। ਸੋ ਦੂਸਰਾ ਜਿਹੜਾ ਸੈਕਿੰਡ ਸ਼ਬਦ ਹੈ, ਇਹ ਮੈਨੂੰ ਲੱਗਦਾ ਗੁਰੂ ਸਤਿਗੁਰੂ ਜਿਹੜਾ ਹੈਗਾ, ਇਹ ਵੀ ਇੱਥੇ ਕਰੈਕਸ਼ਨ ਚਾਹੀਦੀ ਹੈ ਕਿਉਂਕਿ ਬੋਲਣ ਵਾਲਾ ਸਤਿਗੁਰੂ ਨਹੀਂ ਹੁੰਦਾ। ਸਤਿਗੁਰੂ ਕੋਲ ਟੰਗ ਨਹੀਂ ਹੈ, ਸਤਿਗੁਰੂ ਕੋਲ ਸ਼ਬਦ ਹੈ। ਪਰ ਇਹ ਦੱਸਿਆ ਇਹ ਜ਼ਰੂਰ ਹੈ ਕਿ ਜੋ ਬੋਲੇ ਪੂਰਾ ਸਤਿਗੁਰ, ਤਾਂ ਸੈਕਿੰਡ ਪੰਕਤੀ ਗ੍ਰਾਮੈਟਿਕਲੀ ਜ਼ਿਆਦਾ ਕਰੈਕਟ ਹੈ ਫਸਟ ਨਾਲੋਂ। ਸੋ ਪਰਮੇਸ਼ਰ ਸੁਣਿਆ, ਪਰਮੇਸ਼ਰ ਤੋਂ ਸੁਣ ਕੇ ਹੀ ਬੋਲਦਾ ਹੈ ਸਤਿਗੁਰ। ਮੈਂ ਇੱਥੋਂ ਸਾਨੂੰ ਕਲੀਅਰ ਹੋ ਗਈਆਂ ਵੀ ਇੱਕ ਆਊਟਰ ਕੌਨਸ਼ੀਅਸਨੈਸ ਹੈ, ਇੱਕ ਸਤਿਗੁਰ ਜਿਹੜੀ ਹੈ ਇੱਕ ਕੰਪਲੀਟ ਹੈ, ਜਿਹਦੇ ਤੇ ਔਂਕੜ ਲੱਗੇ ਇਜ਼ ਕੰਪਲੀਟ ਇਨਰ ਕੌਨਸ਼ੀਅਸਨੈਸ, ਪਰ ਉਹ ਵੀ ਇਜ਼ ਅ ਪਾਰਟ ਆਫ ਪਰਮੇਸ਼ਰ। ਬੋਲਣ ਵਾਲਾ ਪਰਮੇਸ਼ਰ ਹੀ ਹੈ, ਪਰਮੇਸ਼ਰ ਦਾ ਹੀ ਹੁਕਮ ਚੱਲਦਾ, ਸਤਿਗੁਰ ਨੂੰ ਉਹ ਸੁਣਦਾ, ਸਤਿਗੁਰ ਉਹ ਸਾਨੂੰ ਦੱਸਦੇ ਹਨ ਬਿਕਾਜ਼ ਵੀ ਆਰ ਇਨਕੰਪਲੀਟ ਜੀਵਸ।
So this is quite clear within these panktis ki how they are different consciousness levels. ਜਿਨ੍ਹਾਂ ਨੂੰ ਅਸੀਂ ਸਮਝਣਾ ਬੋਲੇ ਲਈ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਜਨ ਬੋਲਦੇ ਹੁੰਦੇ ਆ ਜਨਾਂ ਨੂੰ ਹੀ ਇਜਾਜ਼ਤ ਹੈ ਬੋਲਣ ਦੀ ਜੇ ਕੋਈ ਬਿਨਾਂ ਜਨ ਤੋਂ ਬੋਲਦਾ ਉਹਦੀ ਵੈਲਿਊ ਨਹੀਂ ਪੈਂਦੀ ਗੱਲ ਦੀ ਉਹ ਫਿਰ ਸਿਮਰਤ ਸ਼ਾਸਤਰ ਦੀ ਸੈਂਸ 'ਚ ਆ ਜਾਂਦਾ ਹੈ ਕਿ ਹੀ ਇਜ਼ ਨਾਟ ਬੀਇੰਗ ਰਿਵੀਲਡ ਦੈਟ ਹੀ ਇਜ਼ ਜਸਟ ਟਾਕਿੰਗ ਫਰੋਮ ਐਕਸਪੀਰੀਅੰਸ ਜਿਵੇਂ ਆਪਾਂ ਬੋਲ ਰਹੇ ਹਾਂ ਆਪਾਂ ਵੀ ਵੀ ਆਰ ਜਸਟ ਟਾਕਿੰਗ ਫਰੋਮ ਆਰ ਐਕਸਪੀਰੀਅੰਸ ਵੀ ਜੋ ਅਸੀਂ ਸਮਝ ਰਹੇ ਹਾਂ ਵੀ ਜਸਟ ਡਿਸਕਸਿੰਗ ਵਿਦ ਈਚ ਅਦਰ ਸੋ ਬ੍ਰਹਮ ਵਿਚਾਰ ਹੀ ਬੋਲੀ ਜਾਂਦੀ ਹੈ ਸਤਿਗੁਰ ਬ੍ਰਹਮ ਵਿਚਾਰ ਬੋਲਦੇ ਆ ਨਾਨਕ ਵੀ ਬ੍ਰਹਮ ਵਿਚਾਰ ਬੋਲਦੇ ਆ ਇਹਦੀ ਵੈਲਿਊ ਹੈ ਸੋ ਜੇ ਆਪਾਂ ਜਿਵੇਂ ਮੰਨਿਆ ਹੋਇਆ ਵੀ ਜੇ ਨਾਨਕ ਜੀ ਗੁਰੂ ਹੈ ਫਿਰ ਉਹ ਪਰਮੇਸ਼ਰ ਤਾਂ ਵੱਡੇ ਹੋ ਗਏ ਗੁਰੂ ਤੋਂ ਸੋ ਜੇ ਅਸੀਂ ਉਹਦੇ 'ਚ ਮੈਥਮੈਟਿਕਸ ਪਾਵਾਂਗੇ ਫਿਰ ਸਾਡੇ ਅਰਥ ਹਰੇਕ ਜਗ੍ਹਾ ਠੀਕ ਨਹੀਂ ਬਹਿੰਦੇ ਪਰਮੇਸ਼ਰ ਸੁਣਾਉਣ ਵਾਲਾ ਹੈ ਦਾ ਬਿਗੇਸਟ ਕੌਨਸ਼ੀਅਸਨੈਸ ਹੈ ਜਿਹੜੀ ਯੂਨੀਵਰਸਲ ਹੈ ਸਤਿਗੁਰ ਇੰਡੀਵਿਜੂਅਲ ਕੌਨਸ਼ੀਅਸਨੈਸ ਹੈ ਬਿਕੋਜ਼ ਉਹਦੇ ਵਿੱਚ ਮਰਜ ਹੋਇਆ ਉਹਨਾਂ ਨੂੰ ਉਹ ਸੁਣਦੀ ਹੈ ਜਿਹੜੇ ਮਰਜ ਨਹੀਂ ਹੋਏ ਉਹਨਾਂ ਨੂੰ ਨਹੀਂ ਸੁਣ ਸਕਦੀ ਉਹ ਮਰਜੈਂਸ ਲਈ ਹੋਈ ਹੈ ਇਹ ਸਾਰਾ ਕੁਛ ਸਟੇਬਿਲਿਟੀ ਲਈ ਸਾਰਾ ਕੁਛ ਹੈਗਾ ਤੇ ਦੇਰ ਆਰ ਲੋਟ ਆਫ ਐਗਜ਼ਾਮਪਲ ਵੀ ਕਿਉਂ ਪਸ਼ੂ ਕਿਹਾ ਗਿਆ ਹੈ ਆਪਾਂ ਤਾਂ ਲੈਸਨ ਲੈਣਾ ਹੈ ਬਿਕੋਜ਼ ਵੀ ਮੇ ਬੀ ਇਨ ਵਨ ਆਫ ਦੀਜ਼ ਕੈਟੇਗਰੀਜ਼ ਹੇਅਰ ਅੰਨ ਖਾਣਾ ਕੱਪੜ ਪਹਿਨਣ ਦੀਆ ਰਸਨ ਭੋਗਾਣੇ ਜਿਨ ਦੀਏ ਸੋ ਚਿਤਨਾ ਆਵਈ ਦੇ ਆਰ ਆਲ ਕਮਿੰਗ ਫਰੋਮ ਪਰਮੇਸ਼ਰ ਜਿੰਨੀਆਂ ਦਾਤਾਂ ਹੈਗੀਆਂ ਜਿਹੜਾ ਵੱਡਾ ਦਾਤਾ ਹੈ ਉਹ ਤਾਂ ਪਰਮੇਸ਼ਰ ਹੈ ਉਹ ਜੇ ਆਪਾਂ ਨੂੰ ਦੇਖ ਲਓ ਜਿੰਨ ਤੇ ਸਿਹਾਰੀ ਲੱਗੀ ਹੋਈ ਹੈ ਸੋ ਦਿਸ ਇਜ਼ a singular collective noun singular collective pronoun ਹੈ ਉਹਨੇ ਦਿੱਤੇ ਹੈ ਉਹ it's a ocean ਵੀ singular ਹੀ ਹੈ word but it's ocean is a collection of drops ਸੋ ਚੇਤਨਾ ਆਵੇ ਜੇ ਸਾਨੂੰ within looking at with this consciousness ਜੇ ਸਾਨੂੰ ਇਹ ਨਹੀਂ ਪਤਾ ਵੀ there is a provider then we are basically at the level of ਪਸ਼ੂ ਬਿਨ ਬੁੱਝੇ ਪਸ਼ੂ ਭਏ ਬੇਤਾਲੇ ਜੇ ਅਸੀਂ ਗੁਰਮਤ ਨੂੰ ਨਹੀਂ ਬੁੱਝਦੇ ਸਾਡੀ ਜਿਹੜੀ ਤਾਲ ਹੈ ਬੇਤਾਲੇ ਸ਼ਬਦ ਹੁੰਦਾ ਹੈ ਆਪਾਂ ਜਦੋਂ ਵੀ ਕੋਈ ਕੀਰਤਨ ਆਊਟ ਆਫ ਟਿਊਨ ਹੋ ਕੇ ਗਾਉਂਦਾ ਆਪਾਂ ਨੂੰ ਬੜਾ ਉਹ ਭੈੜਾ ਲੱਗਦਾ ਆਪਾਂ ਕਹਿੰਦੇ ਵੀ ਆ ਚੁੱਪ ਹੋ ਜਾ ਜਾਂ ਤਾਲ 'ਚ ਹੋ ਜਾ ਦਿਸ ਇਜ਼ ਵਾਟ ਬੇਸਿਕਲੀ ਇਜ਼ ਟੋਲਡ ਅਸ ਵੀ ਅਸੀਂ ਬੇਤਾਲੇ ਹਾਂ ਜੀਵ ਸਾਡੀ ਤਾਲ ਉਖੜੀ ਹੋਈ ਹੈ ਤਾਲ ਕਿੱਥੇ ਵੱਜ ਰਹੀ ਹੈ ਉਹਨਾਂ ਨਾਲ ਅਸੀਂ ਤਾਲ ਮਿਲਾਉਣੀ ਹੈ ਇਹੀ ਰੀਜ਼ਨ ਹੈ ਕਿ ਅਸੀਂ we have been put here so that we can put ourselves into that sur ਬੇਤਾਲੇ ਕਹਿ ਲਓ ਅਸੁਰ ਕਹਿ ਲਓ ਇੱਕੇ ਗੱਲ ਹੈ ਅਸੁਰ ਤੋਂ ਅਸੀਂ ਸੁਰ ਚ ਆਉਣਾ ਸਾਰੇ ਆਪਾਂ ਬੇਤਾਲੇ ਹੀ ਆ ਜੀ ਤਾਲ ਠੀਕ ਕਰਨ ਆਏ ਹੋਏ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਇਹ ਪੰਡਿਤ ਕਰਦਾ ਸੀਗਾ ਹੁਣ ਸਾਡੇ ਕੋਲ ਵੀ ਇਹੀ ਸਿਸਟਮ ਚੱਲੀ ਜਾਂਦਾ ਕਿ ਵੀ ਜਸਟ ਬੀਇੰਗ ਕਾਲਡ ਦੇਅਰ ਤੇ ਐਂਡ ਮੈਂ ਅੱਜ ਦੀ ਗੱਲ ਨਹੀਂ ਮੈਂ 20 ਸਾਲ ਪਹਿਲਾਂ ਦੀ ਗੱਲ ਕਰਦਾ ਮੈਂ ਤਾਂ ਆਪ ਹੁੰਦਾ ਸੀ ਵੀ ਜੇ ਕਿਸੇ ਨੇ ਬੁਲਾਇਆ ਪਾਠ ਤੇ ਤਾਂ ਥੋੜਾ ਲੇਟ ਹੀ ਪਹੁੰਚੀਏ ਬਿਕੋਜ਼ ਜੇ ਉੱਥੇ ਬੈਠਣਾ ਹੈਗਾ ਐਂਡ ਆਈ ਕਾਂਟ ਅੰਡਰਸਟੈਂਡ ਤਾਂ ਉਹ ਬੈਠਣਾ ਵੀ ਔਖਾ ਹੋ ਜਾਂਦਾ ਸੀ ਸੋ ਲੋਕ ਵਿਚਾਰਾ ਨਹੀਂ ਕਰਨਾ ਚਾਹੀਦਾ ਬੱਧਾ ਝੱਟੀ ਤੋਂ ਬਚਣਾ ਚਾਹੀਦਾ ਚਲੋ ਉਹ ਜਿਹੜੀ ਮਾਈਂਡ 'ਚ ਉਹ ਸੀ ਕੁਛ ਹੱਦ ਤੱਕ ਐਟਲੀਸਟ ਪਹਿਲਾਂ ਨਾਲੋਂ ਥੋੜਾ ਚਾਨਣਾ ਹੁਣ ਪਹਿਲਾਂ ਨਾਲੋਂ ਹੋ ਗਿਆ but it's still far way to go ਮਨਮੁਖ ਤੱਤ ਨਾ ਜਾਣੇ ਹੀ ਮਨਮੁਖ ਜਿਹੜੇ ਆ ਉਹ ਤੱਤ ਨੂੰ ਨਹੀਂ ਜਾਣਦੇ ਤੱਤ ਤਾਂ ਸਾਡੇ ਅੰਦਰ ਹੀ ਹੈ ਤੱਤ ਸਾਡੀ ਐਸੈਂਸ ਹੈ ਤੱਤ ਸਾਡਾ ਮੂਲ ਹੈ ਉਹ ਮਨ ਨੂੰ ਨਹੀਂ ਪਤਾ ਕਿ ਮੇਰਾ ਇੱਕ ਐਸੈਂਸ ਹੈਗਾ ਮੇਰੇ ਵਿੱਚ ਉਹ ਪਸ਼ੂ ਮਾਂ ਹੈ ਸਮਾਨਾ ਉਹ ਬੇਸਿਕਲੀ ਆਪਾਂ ਉਸੇ ਲੈਵਲ ਤੇ ਹੀ ਵਿਚਰ ਰਹੇ ਹਾਂ ਜੇ ਆਪਾਂ ਸੋਚ ਰਹੇ ਹਾਂ ਆਪਾਂ ਸਿੱਖ ਹੈ ਇਟ ਵਿਲ ਬੀ ਚੈਲੰਜਡ ਇੱਕ ਇਹੋ ਜਿਹਾ ਸਲੋਕ ਹੈ ਸਹਿਸਕ੍ਰਿਤੀ ਇਹ ਸਾਡੀ ਭਾਸ਼ਾ ਹੈ ਅਸਲ 'ਚ ਸੰਸਕ੍ਰਿਤੀ ਨਹੀਂ ਹੈ ਸਾਡੇ ਕੋਲ ਸੰਸਕ੍ਰਿਤ ਮੀਨਸ ਕਲਚਰ ਹੁੰਦਾ ਸਹਿਸਕ੍ਰਿਤੀ ਹੈ ਵੇਦ ਮਤ ਜਿਹਦੇ ਵਿੱਚ ਹਜ਼ਾਰਾਂ ਭਗਤਾਂ ਦੀਆਂ ਕ੍ਰਿਤਾਂ ਹੋ ਚੁੱਕੀਆਂ ਉਹਦੇ ਚੋਂ ਇਹ ਰਚਨਾ ਜਿਹੜੀ ਪਾਈ ਹੈ ਫॉर ਅ ਰੀਜ਼ਨ ਪਾਈ ਹੈ ਇਹ ਰਾਗਾਂ ਤੋਂ ਬਾਹਰ ਹੈ ਸ਼ਲੋਕ ਪਰ ਸ਼ਲੋਕ ਜਿਹੜੇ ਹੈ ਉਹ ਕੁਛ ਪਿੱਛੋਂ ਸਾਨੂੰ ਦੇ ਆਰ ਬ੍ਰਿੰਗਿੰਗ ਅਸ ਔਰ ਟੇਕਿੰਗ ਅਸ ਟੂ ਦੈਟ ਕਿ ਐਂਸੈਸਟਰੀ ਸਾਡੀ ਭਗਤਾਂ ਦੀ ਐ ਚੱਲੀ ਹੈ ਇਸ ਤਰ੍ਹਾਂ ਹੀ ਉਪਦੇਸ਼ ਦਿੱਤਾ ਜਾਂਦਾ ਸੀ ਗੁਰਬਾਣੀ ਦਾ ਉਪਦੇਸ਼ ਇਜ਼ ਔਨ ਦਾ ਸੇਮ ਲਾਈਨਸ
ਹੁਣ ਗੁਰਮੰਤਰ ਦੀ ਫੇਰ ਆਪਾਂ ਨੂੰ ਹੈਸਲ ਆਏਗੀ ਇਫ ਵੀ ਹੈਵਨਟ ਅੰਡਰਸਟੂਡ। ਅਸੀਂ ਇਹਨੂੰ ਗੁਰੂ ਮੰਤਰ ਵੀ ਸਮਝੀ ਜਾਂਦੇ ਹਾਂ। ਗੁਰਮੰਤਰ ਹੀਨਸ ਜੋ ਪ੍ਰਾਣੀ, ਜਿਹੜੀਆਂ ਮੱਤਾਂ ਕੋਲ ਗੁਰਪ੍ਰਸਾਦ ਨਹੀਂ ਹੈ, ਗੁਰਪ੍ਰਸਾਦ ਤਾਂ ਜੋ ਗੁਰੂ ਨਾਨਕ ਜੀ ਨੇ ਸਮਝਾਇਆ, ਗੁਰਮੁਖ ਨਾਦੰਗ ਗੁਰਮੁਖ ਵੇਦੰਗ। ਉਹ ਜਿਹੜਾ ਗੁਰਮੁਖੀ ਦਾ ਵੇਦੰਗ ਲਿਖਿਆ ਹੋਇਆ ਉਹੀ ਗੁਰਮੰਤਰ ਹੈ। ਜੋ ਪ੍ਰਾਣੀ ਵੀ ਆਰ ਜੀਵਸ ਤ੍ਰਿਗੰਤ ਜਨਮ ਭ੍ਰਸ਼ਟਣਾ, ਉਹ ਜਨਮ ਉਹਨਾਂ ਦਾ ਭ੍ਰਿਸ਼ਟ ਹੀ ਜਾਊਗਾ, ਬਿਕੋਜ਼ ਇਹਦੇ ਤੇ ਔਂਕੜ ਨਹੀਂ ਲੱਗ ਰਿਹਾ। ਇਹ is dragging us into other reincarnations। ਉਹਨਾਂ ਨੂੰ ਕੰਪੇਅਰ ਕੀਤਾ, there are how many animals here, ਕੂਕਰ ਹੈ, ਕੂਕਰ ਡੌਗ ਨੂੰ ਕਹਿੰਦੇ ਆ, ਸ਼ੂਕਰ ਹੈ is pig, ਗਰਦਬ ਹੈ is a donkey, ਕੱਕ ਹੈ is a ਦੋ ਟੰਗਾਂ ਵਾਲਾ ਕਰੋ, ਸਰਪਣ ਹੈ ਉਹਦੇ ਟੰਗ ਵੀ ਕੋਈ ਨਹੀਂ ਹੈ, ਤੁਲਖਲ ਹੈ, they are all at the same level। ਜੇ ਕਿਸੇ ਕੋਲ ਗੁਰਮੰਤਰ ਹੈ ਨਹੀਂ, ਜੇ ਗੁਰਮੰਤਰ ਹੈ ਔਰ ਉਹਨੂੰ ਅਸੀਂ ਜਪਿਆ ਨਹੀਂ ਹੈ, ਫਿਰ ਵੀ ਪ੍ਰੋਬਲਮ ਉੱਥੇ ਹੀ ਖੜੀ ਹੈ, ਕਿਉਂਕਿ ਉਹਦਾ ਕੋਈ ਫਾਇਦਾ ਤਾਂ ਹੋ ਹੀ ਨਹੀਂ ਰਿਹਾ। ਇਟਸ ਨੋਟ ਬ੍ਰਿੰਗਿੰਗ ਐਨੀ ਚੇਂਜਸ ਟੂ ਅਸ। ਸੋ ਗੁਰਬਾਣੀ ਨੇ ਇੰਨੇ ਨੌ ਆਈ ਥਿੰਕ ਤਾਂ ਲਿਖੇ ਜਾਂਦੇ ਆ ਬਿਕੋਜ਼ ਕੁੱਕਰ ਦਾ ਇੱਕ ਬਿਹੇਵੀਅਰ ਸੈੱਟ ਹੈ, ਸ਼ੂਕਰ ਦਾ ਵੀ ਇੱਕ ਸੈੱਟ ਬਿਹੇਵੀਅਰ ਹੈ। ਕਬੀਰ ਜੀ ਤੇ ਕਹਿੰਦੇ ਸਾਕਤ ਤੇ ਸ਼ੂਕਰ ਭਲਾ। if there's someone human being is ਸਾਕਤ, then at least a pig is better than you। ਸਮਝਾਉਣ ਦੀ ਉਹ ਗੱਲ ਹੈ। ਜੇ ਆਪਾਂ ਇਸ ਗੱਲ ਨੂੰ ਸੀਰੀਅਸਲੀ ਲਵਾਂਗੇ, ਵਿਲ ਲੀਵ ਦਾ ਬਿਹੇਵੀਅਰ। ਸੋ ਗਰਦਬ ਦਾ ਵੀ ਇੱਕ ਸੈੱਟ ਬਿਹੇਵੀਅਰ ਹੈ। ਇਹਨਾਂ ਚੋਂ ਹੀ ਸਾਨੂੰ ਦ੍ਰਿਸ਼ਟਾਂਤ ਦਿੱਤੇ ਜਾਂਦੇ ਆ, ਬਿਕੋਜ਼ ਦੇ ਓਬੇ ਸੈੱਟ ਰੂਲਸ। ਹਿਊਮਨ ਬੀਇੰਗ ਦੇ ਕੋਈ ਸੈੱਟ ਰੂਲਸ ਨਹੀਂ ਹੁੰਦੇ। ਜਿਸ ਤਰ੍ਹਾਂ ਦੀ ਇਹਦੀ ਸਿਚੁਏਸ਼ਨ ਹੀ ਚੇਂਜਿਸ। ਹੁਣ ਆਪਾਂ ਪਿਛਲੀ ਵਾਰ ਵਿਜ਼ਡਮ ਦੀ ਉਹ ਗੱਲ ਕਰ ਰਹੇ ਸੀ, ਕਿਉਂਕਿ ਉਹ ਆਇਆ ਸੀ ਪੰਕਤੀ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਉਹਨੂੰ ਆਪਾਂ 2-4 ਸਲਾਈਡਾਂ 'ਚ ਕਨਫਰਮ ਕਰ ਲੈਂਦੇ ਹਾਂ, ਬਿਕੋਜ਼ ਦਿਸ ਇਜ਼ ਅ ਵੈਰੀ ਇੰਪੋਰਟੈਂਟ ਪਾਰਟ। ਮੈਂ ਕਿਸੇ ਹੋਰ ਨਾਲ ਵੀ ਡਿਸਕਸ ਕੀਤਾ ਸੀ। ਇਹ ਲਾਸਟ ਪੌੜੀ ਹੈ ਆਪਣੀ 52 ਅੱਖਰੀ ਦੀ। ਕਬੀਰ ਜੀ ਨੇ ਕੁਛ ਸਾਨੂੰ ਇੰਡੀਕੇਟ ਕੀਤਾ, ਆਇਆ ਤਾਂ ਇੰਡੀਕੇਸ਼ਨ ਸੱਚਖੰਡ ਤੋਂ ਹੀ ਆ ਰਹੀ ਹੈ। ਪੰਡਿਤ ਲੋਗਨ ਲੋਗ ਹੈ ਕਉ ਬਿਹਾਰ, ਫॉर पंडित्स रिलीजन इज एन ऑक्यूपेशन। ज्ञानवंत को तत्व विचार, पर जिन्हें मुक्त होना ਉਹਦੇ ਲਈ ਇਹ ऑक्यूपेशन नहीं है। ਉਹ ਤਾਂ ਇਹਨੂੰ ਸੀਰੀਅਸਲੀ ਉਹਦਾ ਖੁਸ਼ੀ ਨਾਲ ਕਰਨਾ ਚਾਹੁੰਦਾ। ऑक्यूपेशन ਤਾਂ ਬੋਰਿੰਗ ਚੀਜ਼ ਦਾ ਨਾਮ ਹੈ। ਜਾ ਕੇ ਜੀ ਜੈਸੀ ਬੁੱਧੀ ਹੋਈ। ਹੁਣ ਜੀ ਕੋਲ ਬੁੱਧੀ ਹੁੰਦੀ ਹੈ, ਆਪਾਂ ਜੀ ਨੂੰ ਡਿਫਾਈਨ ਕੀਤਾ ਹੋਇਆ ਕਿ ਉਹ ਬ੍ਰੋਕਨ ਹੈ। ਉਹਦੇ ਅੰਦਰ ਇੱਕ ਬੁੱਧੀ ਹੈ, ਉਹ ਕਰਦੀ ਕੀ ਹੈ? ਕਹੇ ਕਬੀਰ ਜਾਣੇਗਾ ਸੋਈ। ਇਟ ਹੈਲਪਸ ਯੂ ਟੂ ਨੋ ਥਿੰਗਸ। ਸੋ ਬੁੱਧੀ ਨੂੰ ਜਿਹੜਾ ਆਪਾਂ ਮੰਨਿਆ ਹੋਇਆ ਹੈਗਾ ਵਿਦ ਇਨ ਦਿਸ ਟੈਕਸਟ, ਉਹ ਜਾਣਨ ਵਾਲੀ ਸ਼ਕਤੀ ਹੈ ਸਾਡੇ ਅੰਦਰ, ਜਿਹੜੀ ਕਿ ਐਨਾਲਾਈਜ਼ ਕਰ ਸਕਦੀ ਹੈ। ਜੇ ਉਹਦੇ ਕੋਲ ਐਨਾਲਿਸਿਸ ਪਾਵਰ ਘੱਟ ਹੈ, ਇਟ ਕੈਨ ਗੇਨ ਇਟ ਵਿਦ ਐਕਸਪੀਰੀਅੰਸ, ਵਿਦ ਟੈਕਸਟ, ਵਿਦ ਆਪਾਂ ਬਥੇਰਾ ਕੁਛ ਕਰਦੇ ਹਾਂ। ਆਪਾਂ ਸਾਰਾ ਕੁਛ ਬੁੱਧੀ ਗੇਨ ਕਰਨ ਲਈ ਉਹ ਕਰਦੇ ਹਾਂ। ਬੁੱਧੀ ਦੀ ਉਹੀ ਪਾਵਰ ਹੈ। I think ਜੇ CEO ਨੂੰ ਇੰਨੇ ਪੈਸੇ ਮਿਲਦੇ ਇਟਸ ਬਿਕੋਜ਼ they think he has got a smarter wisdom than whosoever is in that part। so ਬੁੱਧੀ ਹੈ ਜੀ ਕੋਲ, ਔਰ ਬੁੱਧੀ ਜਾਣਨ ਦਾ ਕੰਮ ਕਰਦੀ ਹੈ। these two conclusions can be drawn from here। ਪੰਡਿਤ ਲੋਕ ਜਿਹੜੇ ਹੈ ਨਾ ਉਹ ਬੁੱਧੀ ਵਰਤਣਾ ਚਾਹੁੰਦੇ ਹੈ ਤੇ ਨਾ ਉਹ ਕਿਸੇ ਦੀ ਬੁੱਧੀ ਵਧਾਉਣਗੇ, ਬਿਕੋਜ਼ ਉਹ ਆਪਣੀ ਬੁੱਧੀ 'ਚ ਆਪ ਫਸਣਗੇ। ਜਿਹੜਾ ਪਾਰਸ ਹੈ ਉਹ ਕਹਿੰਦੇ ਬਾਕੀ ਧਾਤਾਂ ਨੂੰ ਉਹ ਸੋਨਾ ਬਣਾ ਦਿੰਦਾ, ਪਰ ਪਾਰਸ ਨਹੀਂ ਬਣਾਉਂਦਾ। ਪਰ ਗੁਰਬਾਣੀ ਕਹਿੰਦੀ ਹੈ ਗੁਰੂ ਨਾਨਕ ਵਾਜ਼ ਅ ਪਾਰਸ ਐਂਡ ਹੀ ਕ੍ਰੀਏਟਡ ਅਨਦਰ ਪਾਰਸ। ਕਬੀਰ ਜੀ ਵਾਜ਼ ਅ ਪਾਰਸ। ਪਾਰਸ ਚੇਤਨ ਚੀਜ਼ ਦਾ ਨਾਮ ਹੈ ਵੈਸੇ, ਇਟਸ ਨਾਟ ਅ ਸਟੋਨ। ਉਹ ਵੀ ਵੇਦ ਦਾ ਵਰਡ ਅੱਗੇ ਜਾ ਕੇ ਕਨਫਿਊਜ਼ ਹੋਇਆ। ਪਾਰਸ ਮੀਨਸ ਜਿਹਨੇ ਰਸ ਪਾ ਲਿਆ ਹੋਵੇ, ਜਿਹਨੇ ਏਕਤਾ ਪਾ ਲਈ ਹੋਵੇ, ਜਿਹੜਾ ਪੂਰਨ ਬ੍ਰਹਮ ਹੋਵੇ। ਸੋ ਭਗਤ ਵੀ ਸਾਰੇ ਪਾਰਸ ਸੀ ਐਂਡ ਦੇ ਹੈਵ ਟੱਚ ਸਮਵਨ, ਜਿਨ੍ਹਾਂ ਨੇ ਉਹਨਾਂ ਤੋਂ ਉਹ ਗੱਲ ਲੈ ਕੇ ਸਮਝੀ ਹੈ, ਉਹ ਉਸੇ ਲੈਵਲ ਤੇ ਆ ਗਏ ਹੈ। ਇਹ ਵੇਦ ਮਤ ਦੀ ਖਾਸੀਅਤ ਹੈ। ਕਬੀਰ ਜੀ ਨੂੰ ਇਹ ਖਤਰਾ ਨਹੀਂ ਸੀ ਵੀ ਰਵਿਦਾਸ ਜੀ ਜਾਂ ਨਾਮਦੇਵ ਜੀ ਮੇਰੇ ਤੋਂ ਅੱਗੇ ਵੱਧ ਜਾਣਗੇ, ਬਿਕੋਜ਼ ਉਹ ਤੋਂ ਅੱਗੇ ਵਧਿਆ ਨਹੀਂ ਜਾ ਸਕਦਾ।
ਉਹ ਇੱਕੇ ਲੈਵਲ ਹੈ, ਉਹ ਗਿਆਨਵੰਤ ਹੈ ਸਾਰੇ, ਦੇ ਆਰ ਐਟ ਦ ਸੇਮ ਲੈਵਲ। ਜਦ ਕਿ ਜਿਹੜਾ ਕੋਈ ਟੀਚਰ ਹੈਗਾ ਉਹ ਇਹ ਚਾਹੁੰਦਾ ਹੈ ਵੀ ਮੇਰੇ ਕਿਤੇ ਸਟੂਡੈਂਟ ਕੱਲ ਨੂੰ ਮੇਰੀ ਗੱਲ ਨਾ ਕੈਂਸਲ ਕਰ ਦੇਵੇ। ਸੋ ਉਹ ਮਾਇਆ ਦਾ ਗਿਆਨ ਹੈ ਵਿਦਿਨ ਜੀ। ਜੀ ਦੇ ਕੋਲ ਬੁੱਧੀ ਹੈ, ਬੁੱਧੀ ਨੂੰ ਆਪਾਂ ਹੋਰ ਥੋੜਾ ਸਮਝ ਲੈਂਦੇ ਹਾਂ ਵੀ ਬੁੱਧੀ ਦੇ ਬਾਰੇ ਹੋਰ ਕੀ ਕੀ ਸਾਨੂੰ ਦੱਸਿਆ ਹੋਇਆ। ਇੱਕ ਮਨ ਨੇ ਆਪਣੀ ਬੁੱਧੀ ਫੜੀ ਹੋਈ ਹੈ, ਕਿਤੋਂ ਨਾ ਕਿਤੋਂ ਇਹਨੇ ਸਿੱਖਿਆ ਹੈ। ਉਹ ਸੁਸਾਇਟੀ ਚੋਂ ਸਿੱਖਦਾ, ਘਰ ਚੋਂ ਸਿੱਖਦਾ, ਸਕੂਲ ਚ ਸਿੱਖੇਗਾ, ਕਿਤੋਂ ਹੋਰੋਂ ਸਿੱਖੇਗਾ। ਜੋ ਦੀਸੇ ਸੋ ਬਿਨਸਣਾ, ਮਨ ਕੀ ਮਤ ਤਿਆਗ। ਇੱਕ ਸਾਨੂੰ ਇੰਸਟਰਕਸ਼ਨ ਹੈ। ਮਨ ਨੇ ਮੰਨਿਆ ਹੋਇਆ ਹੈ ਵੀ ਜੋ ਚੀਜ਼ ਦਿਸਦੀ ਹੈ ਉਹ ਪਰਮਾਨੈਂਟ ਹੈ, ਪਰ ਮਨ ਨੂੰ ਇਹ ਗੱਲ ਦੱਸੀ ਹੈ, ਜੀਵ ਨੂੰ ਗੱਲ ਦੱਸੀ ਹੈ ਕਿ ਕੋਈ ਜੀਵ ਕੋਲ ਮਨ ਹੈ ਵੀ whatever is visible ਉਹ ਬਿਨਸਦਾ। ਤੂੰ ਇਹ ਗੱਲ ਦਾ ਖਿਆਲ ਰੱਖੀ, ਤੂੰ ਵੀ ਬਿਨਸਣਾ ਹੈ। ਸੋ ਇੰਸਟਰਕਸ਼ਨਸ ਮੋਡ ਇਸ ਤਰ੍ਹਾਂ ਚੱਲਦਾ। ਦੂਸਰਾ ਹੈ ਮਨ ਅਰਪੋ ਧਨ ਰਾਖੋ ਆਗੇ। ਦਿਸ ਇਜ਼ ਵਾਟ ਵੀ ਹੈਵ ਟੂ ਡੂ। ਮਨ ਅਰਪਣਾ ਪੈਣਾ। ਜਿਹੜਾ ਮਨ ਕੋਲ ਧਨ ਹੈ, ਜੋ ਇਹਦੇ ਕੋਲ ਨੌਲੇਜ ਹੈ, ਉਹ ਵੀ ਛੱਡਣੀ ਪੈਣੀ ਹੈ। ਮਨ ਕੀ ਮਤ ਮੋਹਿ ਸਗਲ ਤਿਆਗੀ। ਇਹ ਐਕਸ਼ਨ ਕਰਨਾ ਪੈਣਾ ਸਾਨੂੰ। ਜੋ ਪ੍ਰਭ ਕੀ ਹਰੀ ਕਥਾ ਸੁਣਾਵੇ, ਅਨ ਦਿਨ ਫਿਰੋਂ ਤਿਸ ਪਿੱਛੇ ਵਿਰਾਗੀ। ਮੈਂ ਫਿਰ ਉਹ ਮਾਇਆ ਦਾ ਰਾਗ ਛੱਡ ਕੇ ਜਿਹੜਾ ਪ੍ਰਭ ਦੀ ਕਥਾ ਸੁਣਾਉਂਦਾ ਹੈ ਉਹ ਫਿਰ ਮੈਨੂੰ ਚੰਗਾ ਲੱਗਦਾ। ਪਰ ਇਹ ਗੱਲ ਚੌਥੇ ਪਾਤਸ਼ਾਹ ਨੇ ਦੱਸੀ ਹੈ, ਮਨ ਕੀ ਮਤ ਤਿਆਗੋ ਹਰੀਜਨ ਇਹਾ ਬਾਤ ਕਠੈਣੀ। ਦਿਸ ਇਜ਼ ਨੋਟ ਐਨ ਈਜ਼ੀ ਗੇਮ ਟੂ ਪਲੇ। ਇਹ ਗੱਲ ਉਹਨਾਂ ਨੇ ਐਕਸੈਪਟ ਕੀਤੀ ਹੋਈ ਹੈ। ਇਟਸ ਅ ਵੈਰੀ ਡਿਫਿਕਲਟ ਥਿੰਗ, ਪਰ ਜੇ ਕੋਈ ਕਰ ਸਕਦਾ then achievement is there। ਵਿਰਲਿਆਂ ਦੀ ਗੱਲ ਹੈ, ਬਟ ਇਹ impossible ਔਰ non possible ਦੋ ਵਰਡ ਹੈ। impossible ਤਾਂ ਕਹਿੰਦੇ ਨੇ ਨਾ I am possible, ਇਹ non possible ਚੀਜ਼ ਨਹੀਂ ਹੈ, it is possible but yes certainly at a hard level। ਕਮਾਈ ਗਈ ਹੈ, difficult ਜ਼ਰੂਰ ਹੈ। ਸੋ ਮਨ ਨੇ ਇੱਕ ਮੱਤ ਲਈ ਹੋਈ ਹੈ। ਹੁਣ ਮਨ ਨੇ ਕਰਨਾ ਕੀ ਹੈ? ਆਨ ਦਿਨ ਹਰੀ ਨਾਮ ਧਿਆਵੋ, ਗੁਰ ਸਤਿਗੁਰ ਕੀ ਮਤ ਲੈਣੀ। ਸੋ ਦਿਸ ਵਾਜ ਦਾ ਪਰਪਸ ਆਫ ਹਿਊਮਨ ਲਾਈਫ। ਗੁਰ ਪ੍ਰਸਾਦ ਜਿਹੜਾ ਸਤਿਗੁਰ ਤੋਂ ਆਇਆ, ਉਹ ਜਿਹਨੇ ਆਪਣੇ ਆਪ ਨੂੰ ਜਾਣ ਲਿਆ ਨਾ, ਸਤਿਪੁਰਖ ਨੇ ਜਾਣਿਆ, ਸਤਿਗੁਰ ਤਿਸ ਕਾ ਨਾਮ। ਜਿਹੜਾ ਸਤਿਗੁਰ ਦਾ ਗਿਆਨ ਹੈਗਾ ਉਹਦੇ ਚ ਜਿਹੜੀ ਮੱਤ ਹੈਗੀ ਹੈ ਉਹ ਲੈਣੀ ਆ ਆਪਾਂ। ਦੈਟਸ ਵਾਟ ਦਾ ਇੰਸਟਰਕਸ਼ਨਸ ਆ। ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ। ਪਹਿਲਾਂ ਤਾਂ ਆਪਣੇ ਅੰਦਰ ਮਿਲੋ, ਫਿਰ ਕਿਸੇ ਹੋਰ ਨੂੰ ਆਪਣੇ ਨਾਲ ਮਿਲਾ ਕੇ ਦੱਸੋ। ਦੋ ਮਿਲ ਹੈ। ਪਹਿਲਾਂ ਤਾਂ ਮੈਂ ਮਨਚਿਤ ਕਰਕੇ ਮਿਲਾਂ ਆਪਣੇ ਅੰਦਰ, ਮੈਨੂੰ ਫਿਰ ਸਮਝ ਆ ਜਾਏਗੀ। ਫਿਰ ਮੈਂ ਕਿਸੇ ਹੋਰ ਨਾਲ ਵੀ ਡਿਸਕਸ ਕਰਾਂ। ਗੁਣੇ ਗਾਉਣੇ ਆ, ਗੁਣ ਕਰੋ ਮੇਰੇ ਪ੍ਰਭ ਕੇ। ਇਨਰ ਕੌਨਸ਼ੀਅਸਨੈਸ ਦੇ ਗੁਣ ਕਰਨੇ ਆ। ਲੈ ਸਤਿਗੁਰ ਕੀ, ਪਰ ਉਹਦੇ ਲਈ ਸਤਿਗੁਰ ਕੀ ਮੱਤ ਚਾਹੀਦੀ। ਸਤਿਗੁਰ ਕੀ ਮੱਤ ਆਪਾਂ ਦੇਖੀ, ਉਹ ਗੁਰ ਸਤਿਗੁਰ ਕੀ ਮੱਤ ਹੈ। ਉਹ ਜੋ ਗੁਰਮਤ ਹੈ ਸਾਰੀ ਇਜ਼ ਨਥਿੰਗ ਬਟ ਸਤਿਗੁਰ ਦੀ ਮੱਤ ਹੈ। ਉਹਦੇ ਨਾਲ ਉਹ ਧੀਰਜ ਚ ਲਿਆਉਂਦੀ ਨਾ। ਧੀਰਜ ਹੁੰਦਾ ਉਹ ਤੁਹਾਨੂੰ ਇੱਕ ਸਟੇਬਲ ਸਹਿਜ ਅਵਸਥਾ ਚ ਲਿਆ ਦਿੰਦੀ ਹੈ। ਸਤਿਗੁਰ ਕੀ ਜਿਸ ਨੂੰ ਮਤ ਆਵੇ। ਹੁਣ ਇਹ ਕੰਸੈਪਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਵੀ ਉਹਦੇ ਨਾਲ ਅੱਗੇ ਕੀ ਹੋਊਗਾ। ਸੋ ਸਤਿਗੁਰ ਮਾਹੇ ਸਮਾਨਾ। ਜਿਹੜਾ ਸਤਿਗੁਰ ਚੋਂ ਕੋਈ ਪਾਠ ਨਿਕਲਿਆ ਸੀਗਾ, ਉਹਨੇ ਮੱਤ ਲੈਣੀ ਸੀ ਸਤਿਗੁਰ ਦੀ, ਉਹ ਫਿਰ ਸਤਿਗੁਰ ਵਿੱਚੇ ਸਮਾ ਜਾਂਦਾ। ਪਰ ਜਦੋਂ ਜੁੜਿਆ ਸੀ ਮਾਇਆ ਚ, ਉਹ ਉਲਟਾ ਹੋ ਕੇ ਜੁੜਿਆ ਸੀ। ਜਿਵੇਂ ਕੋਠੜੀ ਚ ਆਪਾਂ ਵੜਦੇ ਹਾਂ ਨਾ, ਵੀ ਆਰ ਫੇਸਿੰਗ ਦੈਟ ਵੇ। ਜਦੋਂ ਆਪਾਂ ਕੋਠੜੀ ਚੋਂ ਨਿਕਲਣਾ ਹੈ, ਵੀ ਆਰ ਫੇਸਿੰਗ 180 ਡਿਗਰੀਜ਼। ਇਹ ਪੋਸੀਬਲ ਹੈ ਔਰ ਇਹ ਨਿਸ਼ਾਨੀ ਹੈ ਵੀ ਸਤਿਗੁਰ ਦੀ ਜਿਹਨੇ ਮੱਤ ਲਈ ਹੈ ਉਹ ਸਤਿਗੁਰ ਦੇ ਵਿੱਚ ਸਮਾਉਂਦਾ। ਸੋ ਇਹਦੇ ਚੋਂ ਆਪਾਂ ਨੂੰ ਇੱਕ ਬਹੁਤ ਇੰਪੋਰਟੈਂਟ ਕਨਸੈਪਟ ਨਿਕਲੇਗਾ ਕਿ ਇਹੀ ਤਾਂ ਕਨਸੈਪਟ ਹੈਗਾ ਗੁਰਬਾਣੀ ਦਾ, ਵੀ ਸਤਿਗੁਰ ਚੇਤਨ ਹੈ। ਸਤਿਗੁਰ ਚੋਂ ਹੀ ਇੱਕ ਉਹਨੇ ਆਪਣਾ ਸੈਕੰਡਰੀ ਵਿਜ਼ਡਮ ਬਾਹਰ ਕੱਢੀ ਸੀ। ਉਹ ਵਿਜ਼ਡਮ ਕੰਪਲੀਟ ਹੋ ਕੇ ਸਤਿਗੁਰ ਚ ਸਮਾ ਜਾਂਦੀ ਹੈ। ਦੈਟ ਇਜ਼ ਵਾਟ ਵਨ ਇਜ਼। ਇਹ ਇੱਕ ਹੈ, ਪਰ ਜਿਨ੍ਹਾਂ ਦੇ ਨਾਲ ਉਹ ਮਿਲਿਆ ਹੋਇਆ ਉਹ ਏਕ ਹੈ। ਇੱਕ is merged into ਏਕ। ਉਹ ਏਕ ਹੈ ਜਿਹੜੇ, ਉਹ ਗਰੁੱਪ ਹੈ ਸਾਰਾ। ਉਸ ਗਰੁੱਪ ਚ ਜਾ ਕੇ ਉਹ ਮਿਲਦਾ। ਹੁਣ ਆਪਾਂ ਨੂੰ ਇਹ ਸ਼ਾਇਦ ਵਿਦਿਨ ਦਿਸ ਕੰਟੈਕਸਟ ਆਪਾਂ ਨੂੰ ਆਹ ਗੱਲ ਬਹੁਤ ਡਿਟੇਲ ਚ ਸਮਝ ਆ ਜਾਏਗੀ ਕਿ ਮੰਨੈ
ਮੰਨੇ ਨਾਲ ਕੀ ਫਰਕ ਪੈਂਦਾ? ਮੰਨਣਾ ਕੀ ਹੈ ਪਹਿਲਾਂ ਤਾਂ ਇਹ ਪਤਾ ਹੋਵੇ। ਸਤਿਗੁਰ ਕੀ ਮੱਤ ਨੂੰ ਮੰਨਣਾ ਆਪਾਂ ਜੀ, that is the ultimate truth available in ਭਵ ਸਾਗਰ to a ਜੀਵ। ਸੁਰਤੀ ਹੋਵੇ, ਸੁਰਤੀ ਵੱਧਦੀ ਹੈ, ਉਹਦੀ ਐਕਸਪੈਂਡ ਹੋ ਜਾਂਦੀ ਹੈ। ਕਿਉਂ ਐਕਸਪੈਂਡ ਹੁੰਦੀ ਹੈ? ਕਿਉਂਕਿ ਜਿਹੜੀ ਮਨ ਦੀ ਬੁੱਧੀ ਸੀਗੀ ਉਹ ਛੱਡੀ ਗਈ। ਮਨ ਨੇ ਜਿਹੜੀ ਬੁੱਧੀ ਧਾਰੀ ਸੀ ਉਹਨੂੰ ਕੰਟਰੈਕਟ ਰੱਖਦੀ ਸੀ, ਉਹਨੂੰ ਐਕਸਪੈਂਡ ਨਹੀਂ ਸੀ ਹੋਣ ਦਿੰਦੀ। ਉਹ ਜਿਹੜੀ ਮਾਨੀ ਬੁੱਧੀ ਲਿਖਿਆ ਨਾ, ਉਹ ਜਿਹੜੀ ਮਨ ਦੇ ਵਿੱਚ ਪਹਿਲੀ ਕੁਮੱਤ ਸੀ ਉਹ ਡਿਸਟਰੋਏ ਹੋ ਰਹੀ ਹੈ ਔਰ ਫਰੈਸ਼ ਜਿਹੜੀ ਹੈ ਉਹਨੂੰ ਰਿਪਲੇਸ ਕਰ ਰਹੀ ਹੈ। ਆ ਮੰਨਣ ਦਾ ਫਾਇਦਾ, ਜਿਹੜੇ ਜਦ ਤਾਈਂ ਮੰਨੀ ਜਾਵਾਂਗੇ ਸੁਰਤ ਵੱਧਦੀ ਜਾਊਗੀ, ਇੱਕ ਸਟੇਜ ਇਹੀ ਜੀ ਆ ਜਾਊਗੀ ਸੁਰਤ ਪੂਰੀ ਹੋ ਜਾਊਗੀ ਸਾਡੀ। ਵੀਰ ਜੀ this be the same one ਜਿਹੜਾ ਕਬੀਰ ਸਾਹਿਬ ਕਹਿੰਦੇ ਨੇ ਜਿਹੜੀ ਪਹਿਲੀ ਵਾਰੀ ਮਰ ਗਈ। ਹਾਂ, ਉਹ ਵੀ ਆਪਾਂ ਕਰਦੇ ਹਾਂ ਤੋਂ ਬਾਅਦ, ਉਹਦਾ ਵੀ ਆ ਜਾਏਗਾ। ਉਹ ਤਾਂ ਆਪੇ ਕਹਿੰਦੇ ਵੀ ਮੇਰੇ ਨਾਲ ਹੋਇਆ। ਹੀ ਇਜ਼ ਨੋਟ ਆਊਟਸਾਈਡ ਅਸ, ਹੀ ਇਜ਼ ਟੈਲਿੰਗ ਅਸ ਵੀ ਮੈਂ ਵੀ ਜੀਵ ਸੀ, ਮੈਂ ਵੀ। ਉਹ ਦੂਸਰਾ ਸ਼ਬਦ ਹੈ, ਪਰ ਇਹ ਦੂਸਰਾ ਵੀ ਆਪਣਾ ਉਹੀ ਆਏਗਾ। ਹਾਂਜੀ, ਇਹ ਮਰਨ ਦੀ ਸੈਂਸ ਹੈ ਵੀ ਚੇਂਜ ਹੋ ਗਈ। ਹਾਂ, ਬੁੱਧ ਬਦਲੀ ਸਿੱਧ ਪਾਈ, ਉਹ ਇਹ ਤਾਂ ਨੈਕਸਟ ਆਏਗਾ। ਹਾਂਜੀ, ਤੇ ਇਹਨਾਂ ਨੂੰ ਥੋੜਾ ਜਿਹਾ ਕਰ ਲਈ। ਸੁਣਿਆ ਮੰਨਿਆ, ਚਾਹੇ ਸੁਣ ਲਵੇ ਡਾਇਰੈਕਟ, ਚਾਹੇ ਪੜ੍ਹ ਲਵੇ। ਕਿਸੇ ਦਾ ਪੜ੍ਹਿਆ ਸੁਣ ਲਵੇ, ਕਹਿੰਦਾ ਆਪ ਪੜ੍ਹ ਲਵੇ, ਆਪ ਨਹੀਂ ਪੜ੍ਹਦਾ ਤਾਂ ਸੁਣ ਲਵੇ। ਕਿਉਂਕਿ ਬਾਕੀ ਗੱਲਾਂ ਵੀ ਤਾਂ ਆਪਾਂ ਸੁਣੀਆਂ ਹੋਈਆਂ, ਹਰੇਕ ਗੱਲ ਆਪਾਂ ਪੜ੍ਹੀ ਥੋੜ੍ਹੀ ਹੈ। ਸੁਣ ਕੇ ਆਪਾਂ ਤਾਂ ਬਹੁਤ ਛੇਤੀ ਭਰੋਸਾ ਕਰ ਲੈਂਦੇ ਹਾਂ ਚੀਜ਼ਾਂ ਦਾ। ਹਾਂ, ਮਨਮਤ ਹੋਵੇ ਤਾਂ ਉਹਨਾਂ ਜੇ ਉਹ ਜਿਹੜਾ ਸੁਣਿਆ ਹੈਗਾ ਕਿਸੇ ਤੋਂ, ਉਹ ਮੰਨਿਆ ਹੈ, ਉਹਦੇ ਨਾਲ ਇਫੈਕਟ ਕੀ ਹੈ? ਮਨ ਵਿੱਚ ਜਿਹੜਾ ਬੈਠਾ, ਮਨ ਦੇ ਵਿੱਚ ਹੈ, ਇੱਥੇ ਮਨੀ ਸਿਆਰੀ ਲੱਗਿਆ ਹੈ, ਇੱਕ ਮਨ ਦੇ ਵਿੱਚ ਬੈਠਾ ਜਿਹੜਾ ਬੁੱਧੀ ਨੇ ਦੱਸਿਆ ਵੀ ਬੈਠਾ, ਉਹਦੇ ਨਾਲ ਭਾਵ ਹੋ ਗਿਆ। ਉਹਦੇ ਨਾਲ ਭੁੱਖ ਹੋ ਗਈ ਮਿਲਣ ਦੀ। ਭਾਵ ਦਾ ਮਤਲਬ ਵੈਸੇ ਭੁੱਖ ਹੁੰਦਾ। ਤੁਹਾਡੇ ਅੰਦਰ ਸਾਚੇ ਨਾਮ ਕੀ ਲੱਗ ਗਿਆ, ਭੂਖ ਪੈਦਾ ਹੋ ਗਈ। ਪੁੱਤ ਭੂਖੇ ਖਾਏ ਚਲੀਏ ਦੁੱਖ, ਹੁਣ ਤੁਹਾਡੇ ਦੁੱਖ ਘਟਣੇ ਸ਼ੁਰੂ ਹੋ ਜਾਣਗੇ। ਸੋ ਮਨ ਦੇ ਵਿੱਚ ਬੈਠਾ ਹੈ ਕੋਈ। ਮਨ ਦੀ ਸੈਕਿੰਡ ਲੇਅਰ ਹੈ ਬੁੱਧ, ਥਰਡ ਲੇਅਰ ਹੈਗੀ ਹੈ ਤੁਹਾਡੀ ਇਨਰ ਕੌਨਸ਼ੀਅਸਨੈਸ, ਫੋਰਥ ਲੇਅਰ ਹੈਗੀ ਤੁਹਾਡਾ ਚੌਥਾ ਪਦ। ਤਾਂ ਉਹ ਚੌਥਾ ਪਦ ਬਣ ਜਾਂਦਾ। ਸਤ ਸੁਹਾਣ ਸਦਾ ਮਨ ਚਾਓ। ਹੁਣ ਜਿਹੜਾ ਸੱਤ ਹੈ ਤੁਹਾਡਾ ਆਪਣਾ ਮੂਲ ਹੈ, ਇਹ ਤੁਹਾਨੂੰ ਹੁਣ ਸੋਹਣਾ ਲੱਗਣ ਲੱਗਦਾ। ਔਰ ਹਮੇਸ਼ਾ ਮਨ ਦੇ ਵਿੱਚ ਜਿਹੜਾ ਭਾਵ ਹੈ ਉਹੀ ਚਾਓ ਹੈ, ਭੁੱਖ ਹੈ। ਸਦਾ ਮਨ ਵਿੱਚ ਇਹੀ ਚਾਓ ਹੈ ਵੀ ਮੈਂ ਉਹਦੇ ਨਾਲ ਮਿਲਾਂ। ਮਨ ਨੂੰ ਆਪਣੇ ਜਿਹੜਾ ਵਿੱਚ ਬੈਠਾ ਉਹਦੇ ਨਾਲ ਮਿਲਣ ਦਾ ਚਾਅ ਪੈਦਾ ਹੋ ਗਿਆ। I want to be in। ਇਹ ਅਸਲੀ ਭਗਤੀ, ਇਹ ਇੱਥੋਂ ਭਗਤੀ ਸ਼ੁਰੂ ਹੁੰਦੀ ਹੈ। ਬਿਕੋਜ਼ ਇੱਥੇ ਤੱਕ ਤਾਂ ਅਵੇਅਰਨੈਸ ਆਈ ਹੈ। ਹੁਣ ਜਦ ਉਹਨੂੰ ਮਿਲ ਗਏ, ਉਹਨੇ ਫਿਰ ਅੱਗੇ ਸ਼ਬਦ 'ਚ ਸਮਾ ਜਾਣਾ। ਤੇ ਇੱਥੇ ਘੜੀ ਹੈ ਸੁਰਤ। ਕਿਹਨੇ ਸੁਰਤ ਕੀ ਹੈ? ਜਿਵੇਂ ਨਾ ਮੰਨੇ ਸੁਰਤੀ ਹੋਵੇ, ਸੁਰਤ ਵੱਧ ਰਹੀ ਹੈ, ਉਹ ਘੜੀ ਜਾ ਰਹੀ, ਕਹਿ ਲਓ ਫਰੈਸ਼ ਹੋ ਰਹੀ ਹੈ ਕੀ ਉਹ ਮੱਤ ਹੈ। ਜਿਹੜੀ ਤੁਹਾਡੀ ਸੁਰਤ ਹੈ ਉਹ ਤੁਹਾਡੀ ਮੱਤ ਹੈ, ਪਰ ਉਹ ਮਨ ਦੀ ਬੁੱਧੀ ਸੀ। ਉਹ ਮਨ ਨੇ ਆਪਣੀ ਬੁੱਧੀ ਛੱਡ ਕੇ ਸਤਿਗੁਰ ਵਾਲੀ ਲਈ ਜਾਂਦਾ। ਇਹਨੂੰ ਘਾੜਤ ਘੜਨੀ ਕਹੀ ਜਾਂਦੀ। ਦਿਸ ਇਜ਼ ਹਾਊ ਹੀ ਇਜ਼ ਗੋਇੰਗ ਫਰੋਮ ਧਰਮ ਖੰਡ ਟੂ ਗਿਆਨ ਖੰਡ ਟੂ ਸ਼ਰਮ ਖੰਡ ਟੂ ਕਰਮ ਖੰਡ। ਉਹ ਇਸ ਤਰ੍ਹਾਂ ਜਿੰਨੀ ਨਾਸ ਹੋਈ ਜਾਏਗੀ, ਤਿੰਨੇ ਉਹਦੇ 'ਚ ਨਿਖਾਰ ਆਈ ਜਾਏਗਾ। ਇਟਸ ਗੈਟਿੰਗ ਕਲੋਜ਼ਰ ਐਂਡ ਕਲੋਜ਼ਰ। ਇਹ ਐਵੋਲਿਊਸ਼ਨ ਹੈ ਉਹਦੀ ਬਸ। ਇੱਕ ਕਰੇ ਆਨੰਦ। ਦੇਖੋ ਆਨੰਦ ਕਿੱਥੋਂ ਸ਼ੁਰੂ ਹੋ ਜਾਂਦਾ? ਇਹ ਮਹਾਨੰਦ ਨਹੀਂ ਹੈ, ਅਜੇ ਆਨੰਦ ਹੀ ਹੈ। ਸੱਚਾ ਮਨ, ਜਿਹੜਾ ਮਨ ਦੇ ਵਿੱਚ ਸੱਚਾ ਬੈਠਾ, ਉਹਦੇ ਨਾਲ ਇੰਟਰੈਕਸ਼ਨ ਸ਼ੁਰੂ ਹੋ ਗਈ ਹੈ। ਇਹ ਆਨੰਦ ਦੀ ਅਵਸਥਾ। ਉਸ ਤੋਂ ਬਾਅਦ ਫਿਰ ਪਰਮਾਨੰਦ ਦੀ ਅਵਸਥਾ ਆ ਜਾਂਦੀ, ਵੈਨ ਇਟ ਮਰਜਿਸ ਇਨਟੂ। ਸੋ ਇੱਥੋਂ ਹੀ ਆਪਾਂ ਵੀਰ ਜੀ ਉਹਨਾਂ ਨੇ ਕੁਐਸਚਨ ਕੀਤਾ ਸੀ। ਮੈਂ ਕਿਹਾ ਚਲੋ ਵਿਦਿਨ ਜਪਜੀ ਹੀ ਇਹ ਸਮਝ ਆ ਜਾਂਦੀ ਸਾਨੂੰ ਗੱਲ। ਯੂ ਡੋਂਟ ਨੀਡ ਟੂ ਗੋ ਮਚ ਫਰਦਰ। ਇਹ ਕਬੀਰ ਜੀ ਨੇ ਲਿਖਿਆ ਹੋਇਆ। ਇੱਥੇ ਵੀ ਮੈਨੂੰ ਲੱਗਦਾ ਜਿਹੜਾ ਵਰਡ ਹੈ ਨਾ, ਹਰਸ਼ ਸਹੀ ਨਹੀਂ ਹੈਗਾ, ਉਹ ਇੱਕ ਸਿਹਾਰੀ ਲਿਖਣ ਮਿਸਿੰਗ ਹੈ। ਕਹੇ ਕਬੀਰ ਬੁੱਧੀ ਹਿਰ ਲਈ ਮੇਰੀ, ਬੁੱਧੀ ਬਦਲੀ ਸਿੱਧ ਪਾਈ। ਕਿਉਂਕਿ ਜਿੱਥੇ ਵੀ ਹਿਰ ਸ਼ਬਦ ਆਉਂਦਾ ਹੈ, ਵੈਸੇ ਹਿਰਿਓ ਦਾ ਮਤਲਬ ਵੀ ਚੁਰਾਇਆ, ਖੋਇਆ। ਵੀ ਪੁਰਾਣੀ ਜਿਹੜੀ ਹੈ ਉਹ ਖੋਈ ਗਈ, ਨਵੀਂ ਮਿਲ ਗਈ ਹੈ। ਹਿਰਿਓ ਵੀ ਦੂਰ ਹੋ ਜਾਂਦਾ ਹੈ, ਨਾਸ ਹੋ ਜਾਂਦਾ ਹੈ। ਸੋ ਵਰਡ ਹਿਰਿਓ ਹੀ ਹੈ। ਸਿਹਾਰੀ ਹਾਹੇ ਤੇ ਚਾਹੀਦੀ ਹੈ, ਫਿਰ ਹਾਰੇ ਤੇ ਚਾਹੀਦੀ ਹੈ। ਇਹ ਕਿਤੇ
ਜਦੋਂ ਉਹਨਾਂ ਨੇ ਚੇਂਜ ਕੀਤਾ ਜਾਂ ਉਹਨਾਂ ਨੇ ਜਦੋਂ ਟੈਕਸਟ ਬਣਾਇਆ somehow they missed it। ਇਹ ਜਿਹੜਾ ਵਰਡ ਹੈਗਾ ਲਿਖਿਆ ਆਹੀ ਹੈ ਜਿਹੜਾ ਮੇਰੇ ਕੋਲ ਅਵੇਲੇਬਲ ਸੀ, ਹੋ ਸਕਦਾ ਚੇਂਜ ਹੋ ਗਿਆ ਹੋਵੇ, ਪਰ ਜੇ ਆਹ ਵਰਡ ਲਿਖਿਆ it needs to be corrected to here। ਮੇਰੀ ਉਹ ਕਹਿੰਦੇ ਲਈ ਹੈ, ਜਿਹੜੀ ਮੇਰੀ ਆਪਣੀ ਬੁੱਧੀ ਸੀ ਉਹੀ ਕਿਸੇ ਜਿਹੜੀ ਇਹ ਤੋਂ ਸੁਪੀਰੀਅਰ ਬੁੱਧੀ ਸੀ ਜਦ ਉਹ ਮਿਲ ਗਈ, ਬਦਲੀ ਹੋਈ ਹੈ, ਬਾਹਰ ਤੋਂ ਅੰਦਰ ਮੁਖੀ ਹੋ ਗਈ, ਮਾਇਆ ਝੂਠੀ ਸਮਝ ਕੇ ਮੂਲ ਨੂੰ ਸੱਚ ਸਮਝ ਲਿਆ, ਆਹੀ ਬਦਲਾਵ ਆਇਆ। ਇਹਦੇ ਨਾਲ ਸੋਝੀ ਪਾਈ ਹੈ। ਸਿੱਧ ਇਜ਼ ਨੋਟ ਏ ਪਲੂਰਲ ਵਰਡ, ਸਿੱਧ ਇਜ਼ ਏ ਸਿੰਗੂਲਰ ਵਰਡ। ਇਹ ਸਿੱਧੀਆਂ ਨਹੀਂ ਲਿਖਿਆ ਇੱਥੇ, ਆਹ ਵਰਡ ਸਿੱਧ ਜਿਹੜਾ ਲਿਖਿਆ ਹੋਇਆ ਨਾ ਜੀ, ਇਹ ਸੋਝੀ ਲਈ ਹੈ ਕਿ ਮੈਨੂੰ ਸੋਝੀ ਆ ਗਈ ਹੈ, ਸੋਝੀਆਂ ਨਹੀਂ ਮੈਨੂੰ ਆਈਆਂ। ਜਿਹੜੇ ਉਹ ਜੋਗੀ ਕਹਿੰਦੇ ਮੇਰੇ ਕੋਲ 18 ਸਿੱਧੀਆਂ, ਦਿਸ ਇਜ਼ ਨੋਟ ਦੈਟ ਵਰਡ। ਉਹਨਾਂ ਨੇ ਇਹਨੂੰ ਮੋਡੀਫਾਈ ਕਰ ਲਿਆ ਵੀ ਅੱਛਾ ਤੁਹਾਡੇ ਕੋਲ ਇੱਕ ਹੀ ਆਇਆ ਵੇਟਿੰਗ। ਉਹ ਸਿੱਧ ਇੱਕੇ ਹੁੰਦੀ ਹੈ, ਸੋਝੀ ਇੱਕੇ ਹੀ ਹੁੰਦੀ ਹੈ ਵੀ ਮੇਰਾ ਮੂਲ ਜਿਹੜਾ ਹੈਗਾ ਉਹੀ ਜੋ ਸਰੂਪ ਹੈ, ਆਪਣਾ ਮੂਲ ਪਛਾਣ, ਆਹੀ ਤਾਂ ਬੇਸਿਕਲੀ ਸਿੱਧ ਸੀਗੀ। ਸੋ ਇਹ ਆਪਾਂ ਇਹਨੂੰ ਕਲੀਅਰ ਕਰ ਲਿਆ। ਹੁਣ ਜਿਹੜਾ ਆਪਾਂ ਧਨ ਪਿਰਕਾ ਇੱਕ ਸੰਗ ਹੀ ਵਾਸਾ, ਇਹ ਜੇ ਆਪਾਂ ਸ਼ਬਦ ਔਰ ਇਹ ਤਿੰਨੇ ਆਪਾਂ ਸ਼ਬਦ ਕਰੀਏ, ਆਪਾਂ ਨੂੰ ਜਿਹੜਾ ਆਪਾਂ ਵਿਆਹਾਂ ਦੇ ਕਾਰਡਾਂ ਤੇ ਛਾਪਦੇ ਹਾਂ, ਮੈਨੂੰ ਲੱਗਦਾ ਵਿਲ ਸਟਾਪ ਦੈਟ ਬਿਜ਼ਨਸ। ਆਪਾਂ ਹੋਰਾਂ ਨੂੰ ਵੀ ਦੱਸਾਂਗੇ ਵੀ ਇਹ ਪੰਕਤੀਆਂ ਨਾ ਪਾਇਆ ਕਰੋ, ਦਿਸ ਮੀਨ ਸਮਥਿੰਗ ਐਲਸ। ਇਹ ਡਿਸਟੋਰਟਿਡ ਹੈ ਕਿਉਂਕਿ ਇਹ ਵੀ ਗੱਲ ਮੱਤ ਨਾਲੇ ਰਿਲੇਟਿਡ ਹੈ। ਹੁਣ ਧਨ ਪਿਰ, ਧਨ ਇਜ਼ ਫੈਮਿਨ, ਪਿਰ ਇਜ਼ ਮੈਸਕੁਲਿਨ। ਕਾ ਇੱਕ ਸੰਗ ਹੀ ਵਾਸਾ, ਦੇ ਆਰ ਸਟੇਇੰਗ ਟੂਗੈਦਰ, ਵਿੱਚ ਹਉਮੈ ਭੀਤ ਕਰਾਰੀ। ਉਹਨਾਂ ਦੇ ਵਿੱਚ ਇੱਕ ਕੀ ਕਹਿੰਦੇ ਹੈ ਹਰਡਲ ਹੈ ਹਉਮੈ ਦੀ। ਗੁਰਪੂਰ ਹੈ, ਦੈਟਸ ਵਾਟ ਗੁਰਮੰਤਰ ਇਜ਼। ਹਉਮੈ ਭੀਤ ਤੋੜੀ, ਉਹਨੂੰ ਸਮਝਣਾ ਸੀ, ਉਹਨੂੰ ਜਾਣਨਾ ਸੀ, ਉਹਨੂੰ ਅਸੀਂ ਰਿਪੀਟ ਕਰਨ ਲੱਗ ਗਏ। ਦੈਟਸ ਵੇਅਰ ਵੀ ਵੈਂਟ ਰੋਂਗ। ਜਨ ਨਾਨਕ ਮਿਲੇ ਬਨਵਾਰੀ, ਬਨਵਾਰੀ ਸ਼ਬਦ ਗੁਰੂ ਓਸ਼ਨ ਚ ਜਾ ਕੇ ਪੈ ਗਈ, ਪਰ ਗੁਰਪੂਰਾ ਚਾਹੀਦਾ ਸੀ। ਗੁਰਪੂਰੇ ਨੇ ਹਉਮੈ ਭੀਤ ਤੋੜੀ, ਤਾਂ ਪ੍ਰੋਸੈਸ ਸ਼ੁਰੂ ਹੋਇਆ, ਜਨਾਂ ਨੂੰ ਮਿਲਿਆ। ਜਨ ਜਿਹੜੇ ਆ ਉਹ ਜਾ ਕੇ ਮਿਲਦੇ ਆ ਫਿਰ ਬਨਵਾਰੀ ਚ, ਉਹ ਕਲੈਕਟਿਵ ਨਾਊਨ ਹੈ ਬਨਵਾਰੀ। ਜਨ ਜਿਹੜੇ ਆ ਸਿੰਗਲ ਹੈ, ਇੰਡੀਵਿਜੂਅਲ ਹੈ, ਦੇ ਗੋ ਐਂਡ ਸ਼ਬਦ ਸੁਰ ਦਾ ਮੇਲ ਹੈ ਇਹ। ਹੁਣ ਜਦ ਆਪਾਂ ਇਹ ਸ਼ਬਦ ਪੜਾਂਗੇ ਇਹਦੇ ਕੰਟੈਕਸਟ ਵਿੱਚ, ਏਕ ਜੋਤ ਦੋਏ ਮੂਰਤੀ ਧਨ ਪਿਰ ਕਈਐ ਸੋਈ। I don't think so we can separate now ਕਿ they are two different separate entities, individuals। ਇਹ within the individual ਇਹ ਖੇਡ ਚੱਲ ਰਹੀ ਹੈ ਜਿਹੜੀ ਆਹ ਗੱਲ ਹੈ। ਏਕ ਜੋਤ ਜਿਹੜੀ ਹੋਈ ਹੈ ਉਹ ਹੋਈ ਕਿੱਥੋਂ ਹੈ? ਕਿਉਂਕਿ ਜਿਹੜੀ ਉਹਦੇ ਚੋਂ ਦੂਈ ਚੀਜ਼ ਪੈਦਾ ਹੋਈ ਸੀ ਨਾ, ਉਹਦੇ ਵਿੱਚ ਇਹ ਮਿਲ ਗਈ ਹੈ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਦੂਈ ਓਰੀਜਨਲ ਮੂਰਤੀ ਦੇ ਵਿੱਚ ਮਿਲ ਗਈ। ਮੂਰਤੀਆਂ ਦੋ ਨਹੀਂ ਹੈ, ਮੂਰਤੀ ਇੱਕ ਹੀ ਹੈ। ਜਿਹੜੀ ਦੂਈ ਸੈਕਿੰਡ ਵਿੱਚੋਂ ਸੈਕੰਡਰੀ ਚੀਜ਼ ਪੈਦਾ ਹੋਈ ਸੀ ਉਹ ਪ੍ਰਾਇਮਰੀ 'ਚ ਆ ਕੇ ਮਿਲ ਗਈ। ਨਾਈਦਰ ਕਿ ਦੇਰ ਵਰ ਟੂ ਸੈਪਰੇਟ ਐਂਟੀਟੀਜ਼, ਇੱਕ ਦੇ ਵਿੱਚੋਂ ਹੀ ਪੈਦਾ ਹੋਈ ਸੀ। ਦੂਈ ਕਹਿੰਦੇ ਇਹਨੂੰ ਆਪਾਂ, we'll read it as ਦੂਈ which means second not two। ਕਾਫੀ ਸ਼ਬਦਾਂ 'ਚ ਸਾਨੂੰ ਜਦ ਦੂਈ ਔਰ ਦੋਈ ਪੜ੍ਹਦੇ ਆ, we just get into this। ਤਾਂ ਧਨ ਪਿਰ ਕਹੀਏ ਸੋਏ, that's what we have to call it। ਉਹ ਧਨ ਪਿਰ ਤਾਂ ਹੈ, ਉਹ ਪੂਰਨ ਬ੍ਰਹਮ ਨੂੰ ਧਨ ਪਿਰ ਕਿਹਾ ਜਾਂਦਾ। It's not that there is a physical wedding outside। ਇਹਨੂੰ ਸ਼੍ਰੀ ਰਾਗ 'ਚ ਤੀਸਰੇ ਪਾਤਸ਼ਾਹ ਨੇ ਫਿਰ ਕਲੀਅਰ ਪਹਿਲਾਂ ਵੀ ਕੀਤਾ ਹੋਇਆ, ਨਾਨਕ ਏਕ ਜੋਤ ਦੂਈ ਮੂਰਤੀ ਸ਼ਬਦੀ ਮਿਲਾਵਾ ਹੋਏ। ਇਹ ਦੋਹੇ ਜਦ ਇੱਕ ਹੋ ਜਾਂਦੇ ਆ ਫਿਰ ਇਹਨਾਂ ਦਾ ਬਨਵਾਰੀ ਦੇ ਵਿੱਚ ਮਿਲਾਵਾ ਹੋ ਜਾਂਦਾ। ਇਹ ਉਸ ਸ਼ਬਦ ਦੇ ਵਿੱਚ ਮਿਲ ਜਾਂਦੇ ਆ, ਪਰ ਉਸ ਤੋਂ ਪਹਿਲਾਂ ਇੰਡੀਵਿਜੂਅਲਿਟੀ ਜਿਹੜੀ ਇਹਨਾਂ ਦੀ ਡਿਫਰੈਂਸਿਸ ਸੀ ਉਹ ਮੁੱਕਣੇ ਚਾਹੀਦੇ ਸੀ। ਜਿਹੜੀ ਸੈਕੰਡਰੀ ਹੈ ਉਹਨੂੰ ਪ੍ਰਾਇਮਰੀ ਦੇ ਵਿੱਚ ਆ ਕੇ ਇੱਕ ਹੋਣਾ ਪੈਣਾ ਸੀ। ਜਿਹੜੀ ਦੂਈ ਸੀ ਉਹ ਪਹਿਲੀ ਵਿੱਚ ਸਮਾ ਗਈ, ਐਂਡ ਦੈਟਸ ਹਾਊ ਇਟ ਇਜ਼ ਹੈਪਨਿੰਗ। ਦਿਸ ਇਜ਼ ਵਾਟ ਆਪਾਂ ਨੂੰ ਪਤਾ ਲੱਗਦਾ ਵੀ ਮੂਰਤ ਇੱਕ ਹੀ ਹੈ ਸਾਡੇ ਅੰਦਰ, ਗੁਰਮੂਰਤ ਹੈ। ਕਿਉਂਕਿ ਜਿਹੜਾ ਮਨ ਹੈ ਉਹ ਤਾਂ ਕਹਿਣ ਸੁਣਨ ਕੋ ਦੂਜਾ, ਮਨ ਤਾਂ ਕੁਛ ਵੀ ਨਹੀਂ ਹੁੰਦਾ। ਮਨ ਇਜ਼ ਜਸਟ ਥਾਟਸ। ਮਨ ਕੋਈ ਸੋਲਿਡ ਚੀਜ਼ ਦਾ ਨਾਂ ਤਾਂ ਹੈ ਨਹੀਂ, ਉਹ ਤਾਂ ਭਰਮ ਦਾ ਨਾਂ ਹੈ। ਗੁਰਮੂਰਤ ਸਿਉ ਲਾਵੇ ਧਿਆਨ, ਕਿਹਨੇ ਲਾਉਣਾ ਧਿਆਨ? ਜਿਹੜੀ ਦੂਈ ਸੀ। ਇਹਾਂ ਉਹਾਂ ਪਾਵੇ ਮਨ, ਉਹ ਫਿਰ ਇੱਕ ਹੋ ਗਈ, ਉਹ ਬਨਵਾਰੀ 'ਚ ਵੀ ਮਿਲ ਗਈ।
ਜੋ ਚਿੱਤ ਲਾਏ ਪੂਜੇ ਗੁਰਮੂਰਤ। ਹੁਣ ਚਿੱਤ ਲਾ ਕੇ ਕਰਨਾ ਹੈ, ਮਨ ਨੂੰ ਸਰੈਂਡਰ ਕਰਨਾ, ਚਿੱਤ ਹੋਣਾ ਪੈਣਾ ਮਨ ਨੂੰ ਪਹਿਲਾਂ, ਫੇਰ ਪੂਜ ਕਰੇਗਾ ਉਹ। ਜੇ ਉਹ ਉਸ ਤਰ੍ਹਾਂ ਹੀ ਖੜਾ ਪਹਿਲਾਂ ਮੰਗੋ ਫੇਰ ਨਹੀਂ ਹੈ। ਜੋ ਚਿੱਤ ਲਾਏ, ਇਹਨੂੰ ਚਿੱਤ ਕਰਨਾ ਪਹਿਲਾਂ, ਇਹਨੂੰ ਸਰੈਂਡਰ ਕਰਾ ਕੇ ਬੁੱਧੀ ਨੇ, ਫਿਰ ਗੁਰ ਦੀ ਮੂਰਤ ਦੀ ਪੂਜਾ ਕਰੇ। ਮੂਰਤ ਗੁਰ ਕੋਲੇ ਹੀ ਹੈ, ਉਹ ਸਾਡਾ ਮੂਲ ਹੈ। ਸੋ ਮਨ ਇੱਛੇ ਫਲ ਪਾਏ, ਜੋ ਫਿਰ ਮਨ ਦੀ ਅਸਲੀ ਇੱਛਾ ਸੀ ਉਹਨੂੰ ਉਹ ਫਲ ਪ੍ਰਾਪਤ ਹੋ ਜਾਂਦਾ। ਮਨ ਦੀ ਤਾਂ ਪੂਰਨ ਮੁਕਤੀ ਤੱਕ ਇੱਛਾ ਹੁੰਦੀ ਹੈ, ਜਾਂ ਮੁਕਤ ਹੋ ਗਿਆ ਮਨ ਦੀ ਹੋਂਦ ਮੁੱਕ ਗਈ। ਸੋ ਇਸੇ ਗੱਲ ਨੂੰ ਉਹ ਗੁਰ ਨੂੰ ਹਰੀ ਵੀ ਕਹਿੰਦੇ ਆ, ਅੱਗੇ ਹਰੀ ਨੂੰ ਗੁਰ ਕਹਿੰਦੇ ਆ ਵੀ ਜਿਹੜਾ ਸਾਡਾ ਗੁਰ ਹੈ ਜਾਂ ਜਿਹੜਾ ਸਾਡਾ ਹਰੀ ਹੈ, ਬੇਸਿਕਲੀ ਉਹ ਗੁਰ ਸਰੂਪ ਹੈ। ਜਿਹੜਾ ਮੇਰਾ ਮੂਲ ਹੈ ਉਹ ਗੁਰ ਸਰੂਪ ਹੈ, ਉਹਦੇ ਨਾਲ ਗੁਰ ਸਰੂਪ ਹੋ ਕੇ ਹੀ ਮਿਲਿਆ ਜਾ ਸਕਦਾ। ਉਹ ਕੋਈ ਜੜ ਨਹੀਂ ਹੈ, ਉਹ ਕੋਈ ਪੱਥਰ ਦੀ ਮੂਰਤ ਨਹੀਂ ਹੈ ਕਿ ਉਹਦੀ ਪੂਜਾ ਕਰ ਲਾਂਗੇ। ਉਹ ਪੂਜਾ ਜਿਹੜੀ ਹੈ ਮਨ ਨੇ ਕਰਨੀ ਹੈ। ਮਨ ਵੀ ਚੇਤਨ ਹੈ, ਗੁਰ ਵੀ ਚੇਤਨ ਹੈ। ਉਹ ਹਰ ਗੁਰ ਮੂਰਤ ਏਕਾ ਵਰਤੇ, ਸਾਰਿਆਂ ਦੇ ਵਿੱਚ ਐਵੇਂ ਵਰਤ ਰਹੀ ਆ। ਉਹ ਸੱਚਖੰਡ ਨਾਲ ਵੀ ਜੁੜੀ ਹੋਈ ਹੈ। ਨਾਨਕ ਹਰਿਗੁਣ ਪਾਇਆ, ਨਾਨਕ ਕਹਿੰਦੇ ਵੀ ਮੈਨੂੰ ਹਰਗੁਰ ਭਾ ਗਿਆ। ਮੇਰਾ ਜਿਹੜਾ ਮੂਲ ਸੀ, ਉਹ ਜਿੰਨੇ ਭਗਤ ਹੈ ਸਾਰਿਆਂ ਨੂੰ ਜਦੋਂ ਭਾ ਗਿਆ, ਉਹ ਇੱਕ ਹੋ ਗਏ। ਇੱਕ ਹੋ ਕੇ ਫਿਰ ਉਹ ਇਹਾਂ ਤਾਂ ਮਾਣ ਮਿਲਣਾ ਹੀ ਸੀ ਉਹਨਾਂ ਦਾ, ਫਿਰ ਅੱਗੇ ਵੀ ਮਾਣ ਪ੍ਰਾਪਤ ਹੋ ਗਿਆ। ਆਹ ਮੈਨੂੰ ਤਾਂ ਸਾਰੇ ਆਪਾਂ ਤਾਂ ਕੀਤੀ ਹੈ ਪ੍ਰੋਸੀਜਰ ਕਿ ਸਾਨੂੰ ਇਹ ਗੱਲ ਸਮਝ ਆ ਸਕੇ। ਹੁਣ ਇੱਕ ਆਹੀ ਕੰਟੈਕਸਟ ਚੱਲਣਾ ਹੈਗਾ, ਪਰ ਇਹਦੇ ਵਿੱਚ ਅਸੀਂ ਜਦੋਂ ਸਮਝਾਂਗੇ ਇਹਨੂੰ, ਇਹਦੇ ਵਿੱਚ ਸਾਨੂੰ ਇੱਕ ਗੱਲ ਦੀ ਸਮਝ ਪਏਗੀ ਕਿ ਬ੍ਰਹਮਾ ਵਿਸ਼ਣ ਮਹੇਸ਼ ਜਿਹੜੇ ਹੈਗੇ ਆ, ਇਹ ਅਸੀਂ ਸ਼ਬਦ ਨੂੰ ਸਮਝਣਾ ਕਿਵੇਂ। ਇਹ ਤ੍ਰੈ ਮੂਰਤੀ ਲਿਖਤਾ। ਹੁਣ ਤੀਸਰੀ ਕੌਣ ਹੈ ਵਿੱਚ, ਜਿਹੜੀ ਇੱਥੇ ਨਹੀਂ ਦੱਸੀ ਹੋਈ, ਇੱਥੇ ਉਹ ਬੁਝਾਰਤ ਦੇ ਰੂਪ 'ਚ ਰਹਿ ਗਈ ਹੈ। ਬ੍ਰਹਮਾ ਜਿਹੜਾ ਹੈਗਾ ਉਹ ਚਾਹੇ ਤਾਂ ਵਿਸ਼ਣ ਚੋਂ ਕਹਿ ਲਓ, ਕਿਉਂਕਿ ਦੋ ਹੀ ਮੱਤਾਂ ਸੀ ਇੰਡੀਆ ਵਿੱਚ, ਜਾਂ ਵੈਸ਼ਨਵ ਸੀ ਜਾਂ ਸ਼ਿਵ, ਇਹ ਦੋਹੇ ਸੀਗੇ। ਕਿਉਂਕਿ ਪਿੱਛੋਂ ਵੀ ਜਿਹੜੇ ਦੱਤਾਤਰੇय ਉੱਥੋਂ ਹੀ ਮੱਤਾਂ ਚੱਲੀਆਂ ਆ ਰਹੀਆਂ। ਇਹ ਦੋਏ ਮੇਨ ਫਾਰਮਸ ਹੈ। ਬ੍ਰਹਮਾ ਦੀ ਕੋਈ ਮੱਤ ਨਹੀਂ ਹੈ। ਬ੍ਰਹਮਾ ਤਾਂ ਚਾਹੇ ਵਿਸ਼ਨ ਚੋਂ ਪੈਦਾ ਹੋਇਆ ਹੋਵੇ, ਚਾਹੇ ਮਹੇਸ਼ ਚੋਂ ਪੈਦਾ ਹੋਇਆ ਹੋਵੇ, ਇਹੀ ਤਾਂ ਉਹ ਹੈਗਾ ਜਿਹਨੇ ਦੂਆ ਹੈ, ਜਿਹਨੇ ਮਿਲਣਾ ਹੈ ਪਹਿਲੇ ਵਿੱਚ। ਜਿਹੜਾ ਏਕ ਜੋਤ ਹੈ, ਉਹ ਏਕ ਜੋਤ ਤਾਂ ਚਾਹੇ ਵਿਸ਼ਨ ਕਹਿ ਲਓ ਚਾਹੇ ਮਹੇਸ਼ ਕਹਿ ਲਓ, ਦੇ ਆਰ ਸਿਨੋਨਿਮਸ। ਪਰ ਜਿਹੜਾ ਬ੍ਰਹਮਾ ਹੈ ਇਹ ਉਹ ਸੈਕੰਡਰੀ ਹੈ, ਦੂਈ ਹੈ। ਪਰ ਜਦੋਂ ਇਹ ਤ੍ਰੈ ਮੂਰਤੀ ਚ ਹੁੰਦੇ ਆ, ਇਹਨਾਂ ਨੂੰ ਤਿੰਨ ਗੁਣ ਮਾਇਆ ਦੇ ਤੰਗ ਕਰਦੇ ਆ। ਤ੍ਰਿਗੁਣੀ ਭਰਮ ਭੁਲਾਈ, ਇਹ ਤ੍ਰੈ ਮੂਰਤ ਸਮਝਣਾ ਇਹਨੂੰ ਅਸੀਂ, ਕਿਉਂਕਿ ਤੀਸਰਾ ਵਰਡ ਮਿਸਿੰਗ ਹੈ, ਇੱਥੇ ਨਹੀਂ ਹੈਗਾ। ਪਰ ਇਹ ਵਰਡ ਬਾਕੀ ਸ਼ਬਦਾਂ ਚੋਂ ਸਾਨੂੰ ਲੱਭ ਜਾਂਦਾ ਵੀ ਉਹਨੂੰ ਤ੍ਰੈ ਮੂਰਤ, ਤਿੰਨ ਐਲੀਮੈਂਟਸ ਕਿਹੜੇ ਆ। ਇੱਕ ਬ੍ਰਹਮਾ ਹੈਗਾ, ਇੱਕ ਵਿਸ਼ਨ ਮਹੇਸ਼ ਹੈ, ਇੱਕ ਵਿੱਚ ਹੈਗਾ ਜਿਹਨੂੰ ਸ਼ਬਦਾਂ 'ਚ ਕਿਹਾ ਹੋਇਆ ਗੋਪੀ। ਕਾਨ ਗੋਪੀ ਵਾਸੁਦੇਵ ਜਿਹੜਾ ਇਹ ਇੱਕ ਸੈੱਟ ਬਣਦਾ ਤ੍ਰੈ ਮੂਰਤੀ ਦਾ, ਐਂਡ ਇਟ ਇਜ਼ ਕਮਿੰਗ ਅੰਦਰ ਯਜੁਰਵੇਦ। ਯਜੁਰਵੇਦ 'ਚ ਤਿੰਨ ਐਲੀਮੈਂਟਸ ਵਿੱਚ ਗੱਲ ਚੱਲੇਗੀ, ਤ੍ਰੈ ਮੂਰਤੀ। ਬਾਕੀ ਜਗ੍ਹਾ ਦੋ ਮੂਰਤੀ ਚੱਲਦੀ ਹੈ। ਸੋ ਦੈਟ ਵਾਸ ਦਾ ਹੋਲ ਪਰਪਸ ਕਿ ਇਹ ਕਿਸ ਤਰ੍ਹਾਂ ਕੋਈ ਕਿਹਦੇ ਸਮਾਏਗਾ। ਕਾਨ ਜਿਹੜਾ ਗੋਪੀ ਨਾਲ ਜੁੜਿਆ ਹੋਇਆ, ਕਾਨ ਅੱਗੇ ਸੰਸਾਰ ਨਾਲ ਜੁੜਿਆ ਹੋਇਆ, ਗੋਪੀ ਵਾਸੁਦੇਵ ਨਾਲ ਹੈ। ਜੇ ਵਾਸੁਦੇਵ ਤਾਂ ਪਰਮੇਸ਼ਰ ਨਾਲ ਜੁੜਿਆ ਹੋਇਆ ਹੀ ਹੈ, ਉਹ ਪੂਰਨ ਹਰੀ ਕਹਿ ਲਓ, ਉਹਨੂੰ ਪਾਰ ਬ੍ਰਹਮ ਕਹਿ ਲਓ, ਪਰਮੇਸ਼ਰ ਕਹਿ ਲਓ। ਆ ਜਿਹੜਾ ਵਾਸੁਦੇਵ ਵਰਡ ਆਪਾਂ ਯੂਜ਼ ਕਰਦੇ ਹਾਂ, ਇਹਨੂੰ ਡਿਫਾਈਨ ਕਰਨ ਦੀ ਗੱਲ ਹੈ ਕਿ ਹਾਊ ਆਰ ਵੀ ਡਿਫਾਈਨਿੰਗ ਹਿਮ, ਦੇ ਆਰ ਹਾਊ। ਆ ਜਿਹੜੀ ਹੈ ਥੱਲੇ ਪਾਰ ਬ੍ਰਹਮ ਹੈ, ਇਹ ਯੂਨੀਵਰਸਲ ਕੌਨਸ਼ੀਅਸਨੈਸ ਹੈ। ਆ ਜੀਵ ਦੀ ਆਪਣੀ ਪਰਸਨਲ ਇਨਰ ਕੌਨਸ਼ੀਅਸਨੈਸ ਹੈ। ਵਿੱਚ ਇੱਕ ਹੋਰ ਚੀਜ਼ ਹੈਗੀ ਹੈ ਸਮਝਾਉਣ ਲਈ, ਜਿਹਨੂੰ ਮਨ ਕੀ ਮੱਤ ਕਿਹਾ ਸੀ, ਇਹ ਅੱਜ ਨੂੰ ਸਤਿਗੁਰ ਕੀ ਮੱਤ ਕਿਹਾ ਸੀ। ਜੇ ਤਾਂ ਇਹ ਸਤਿਗੁਰ ਦੇ ਨਾਲ ਜੁੜ ਕੇ ਇੰਟਰੈਕਟ ਕਰ ਰਹੀ ਹੈ ਫਿਰ ਤਾਂ ਸਤਿਗੁਰ ਕੀ ਮੱਤ ਹੈ। ਜੇ ਸਤਿਗੁਰ ਨਾਲ ਨਹੀਂ ਹੈ, ਰੋਵੇ ਰਾਮ ਨਿਕਾਲਾ ਪਿਆ, then it is individual. So this is how these things have been explained. ਇਹਨਾਂ ਨੂੰ ਅਸੀਂ ਐਸੇ ਹੀ ਫਾਰਮ 'ਚ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਇਹ ਮੇਰਾ ਅਟੈਂਪਟ ਹੈ। I may be needing more,
ਪ੍ਰੂਫਸ ਉਹ ਆਪਾਂ ਬਾਣੀ ਚੋਂ ਹੀ ਦੇਖਦੇ ਆ। ਇਹ ਸਾਨੂੰ ਆਪਾਂ ਚੁੱਪ ਹੀ ਪੜ੍ਹਦੇ ਆ ਰੋਜ਼। ਉਹਦੇ ਚ ਵੀ ਇਹੀ ਕਿਹਾ, ਕਾਲ ਪਾਏ ਬ੍ਰਹਮਾ ਬਪਤਰਾ। ਜਿਹੜਾ ਬ੍ਰਹਮਾ ਹੈਗਾ ਉਹਦੇ ਨਾਲ ਬਪਤਰਾ ਵਰਡ ਆਉਂਦਾ। ਬਪਤਰਾ ਹੁੰਦਾ ਫਿਜ਼ੀਕਲ ਫਾਰਮ ਜਿਹੜੀ ਆਪਣੇ ਕੋਲ ਹੈ। ਬ੍ਰਹਮਾ ਫਿਜ਼ੀਕਲ ਫਾਰਮ ਚ ਜੁੜਿਆ ਹੋਇਆ ਆ ਕੇ, ਪਰ ਜਿਹੜਾ ਉਹਦਾ ਇਨਰ ਕੌਨਸ਼ੀਅਸਨੈਸ ਹੈ, ਕਾਲ ਪਾਏ ਉਹ ਸ਼ਿਵਜੂ ਹੈ, ਉਹ ਅਵਤਰਾ ਹੈ, ਉਹ ਅਵਤਾਰ ਦੇ ਰੂਪ ਚ ਹੈਗਾ। ਜਿਹੜਾ ਸ਼ਿਵ ਹੈ ਸਾਡਾ ਇਨਰ ਕੌਨਸ਼ੀਅਸਨੈਸ ਹੈ, ਉਹ ਅਵਤਾਰ ਦੇ ਫਾਰਮ ਚ ਹੀ ਹੈ। ਉਹਨੇ ਬੱਪ ਨਹੀਂ ਧਰਿਆ ਹੋਇਆ, ਉਹ ਸਰੀਰ ਦੇ ਵਿੱਚ ਨਹੀਂ ਹੈ। ਸਰੀਰ ਜਿਹੜਾ ਉਹ ਬ੍ਰਹਮੇ ਨੇ ਧਰਿਆ ਹੋਇਆ। ਮਾਈਂਡ ਜਿਹੜਾ ਹੈਗਾ ਆਊਟਰ ਕੌਨਸ਼ੀਅਸਨੈਸ ਹੈ, ਉਹਨੂੰ ਬ੍ਰਹਮਾ ਕਿਹਾ ਗਿਆ ਗੁਰਬਾਣੀ ਚ, ਕਿਉਂਕਿ ਇਹ ਉਪਾਇਆ ਹੋਇਆ। ਇਹ ਆਪਣੇ ਮੂਲ ਚੋਂ, ਇਹ ਸ਼ਿਵ ਚੋਂ ਉਪਾਇਆ, ਚਾਹੇ ਇਹਨੂੰ ਬਿਸ਼ਨ ਚੋਂ ਕਹਿ ਲਓ। ਇਹੀ ਕਨਸੈਪਟ ਆਪਾਂ ਇੱਥੇ ਕਰਦੇ ਸੀ। ਬਿਸ਼ਨ ਮਹੇਸ਼ ਕਹਿਤਾ ਤੇ ਇਸੇ ਗੱਲ ਨੂੰ ਐਕਸਪਲੇਨ ਕਰਿਆ ਉਹਨਾਂ ਨੇ, ਸ਼ਿਵਜੂ ਤੇ ਬਿਸ਼ਨ ਕਹਿਤਾ। ਹੈ ਇਹ ਸਭ ਕਾਲ ਦਾ ਤਮਾਸ਼ਾ ਇੱਕ। ਦਿਸ ਇਜ਼ ਆਲ ਡਨ ਥਰੂ ਹੁਕਮ। ਔਰ ਅਸਲੀ ਨੰਬਰ 3 ਆਪਣਾ 83 ਹੈ। ਦੇ ਹੈਵ ਮੋਡੀਫਾਈਡ ਦਾ ਚੌਪਈ ਤੇ ਇੱਕ ਹੋਰ ਸਿੰਪਲੀਫਾਈਡ ਫਾਰਮ ਚ ਸਾਨੂੰ ਦੱਸਿਆ ਹੋਇਆ, ਦੇਵੋ ਵਾਚ ਬ੍ਰਹਮਾ ਪ੍ਰਤੀ। ਬ੍ਰਹਮਾ ਪ੍ਰਤੀ ਉਹਦੇ ਮੂਲ ਨੇ ਇੱਕ ਸੁਜੈਸ਼ਨ ਦਿੱਤਾ ਹੋਇਆ। ਇਹ ਬ੍ਰਹਮ ਅਵਤਾਰ ਚੋਂ ਹੈ ਪੰਕਤੀਆਂ। ਮਨ ਚਿੱਤ ਕਹਿ ਕਰੀ ਸੇਵ। ਇਹ ਮਨ ਸਰੈਂਡਰ ਹੋ ਕੇ ਸੇਵ ਕਰੀ। ਕਿਹਦੀ ਕਰੀ? ਤਬ ਰੀਝ ਹੈ ਗੁਰਦੇਵ। ਜਿਹੜਾ ਗੁਰਦੇਵ ਮਾਤਾ ਗੁਰਦੇਵ ਪਿਤਾ ਹੈ, ਆਪਣੇ ਮਾਤਾ ਪਿਤਾ ਦੀ ਮਨ ਨੂੰ ਕਿਹਾ ਸਰੈਂਡਰ ਹੋ ਕੇ ਸੇਵਾ ਕਰੀ। ਤਬ ਹੋਏ ਨਾਥ ਸਨਾਥ। ਫਿਰ ਤੂੰ ਉਹ ਨਾਥ ਦੇ ਨਾਲ ਸਮਰੱਥ ਹੋ ਜਾਏਗਾ। ਜਿਹੜਾ ਨਾਥ ਹੈਗਾ ਤੇਰਾ, ਉਹਦੇ ਨਾਲ ਉਹਦੀ ਤੂੰ ਪਾਵਰ, ਉਹਦੇ ਐਟ ਪਾਰ ਆ ਜਾਏਗਾ। ਜਗਨਾਥ ਦੀਨਾਨਾਥ। ਤੂੰ ਆਪ ਦੀਨਾ ਦੀ ਹੈਲਪ ਕਰਨ ਵਾਲਾ ਬਣ ਜਾਏਗਾ, ਦੂਸਰੇ ਨੂੰ ਗਿਆਨ ਦੇਣ ਵਾਲਾ ਹੋ ਜਾਏਗਾ। ਹੋਰ ਕੁਛ ਨਹੀਂ ਦੇਣਾ ਹੁੰਦਾ, ਬਾਕੀ ਪਰਮੇਸ਼ਰ ਦੇਈ ਜਾਂਦਾ। ਅਗਿਆਨਤਾ ਨੂੰ ਗਿਆਨ ਵੰਡਣ ਲਈ ਉਹ ਸਤਿਗੁਰ ਦੀ ਲੋੜ ਹੈ। ਬਾਕੀ ਦਾ ਸਾਰਾ ਸ਼ਬਦ ਨਾਲ ਚੱਲੀ ਜਾਂਦਾ। ਕਿਉਂ? ਸੁਣ ਬੈਨਿਓ ਮੁਖਚਾਰ। ਹੁਣ ਉਹ ਬ੍ਰਹਮਾ ਨੂੰ ਮੁਖਚਾਰ ਵੀ ਕਿਹਾ ਹੋਇਆ ਐਜ਼ ਏ ਮੈਟਾਫਰ। ਕੀ ਇਹ ਚੌਕ ਚਿੱਤ ਵਿਚਾਰ। ਕਹਿੰਦੇ ਜੇ ਉਹਨੇ ਮੰਨ ਲਈ ਇਹ ਗੱਲ, ਉੱਠ ਲੱਗ ਗਿਆ ਹਰੀ ਸੇਵ। ਜੇ ਭਾਤ ਪਇਓ ਭਾਖਿਓ ਦੇਵ। ਇਸ ਤਰ੍ਹਾਂ ਇਹ ਇੱਕ ਕਨਸੈਪਟ ਹੈ। ਇਹ ਚੱਲਦਾ ਹੈਗਾ, ਬਾਣੀ ਚ ਸੰਸਰ ਚੱਲਦਾ ਹੈ। ਇਹ ਮੈਨੂੰ ਬਹੁਤ ਵਰਤਾਨ ਦੇਣਾ ਪੈਂਦਾ ਕਿ ਸਾਨੂੰ ਕੁਛ ਭੁਲੇਖੇ ਆ ਕਿ ਸ਼ਾਇਦ ਦਸਮ ਗ੍ਰੰਥ ਚ ਪਤਾ ਨਹੀਂ ਕੀ ਲਿਖਿਆ ਸੀ। I don't know, we have read it many times। ਉਹ ਅਸੀਂ ਸੁਣੀਆਂ ਹੋਈਆਂ ਗੱਲਾਂ ਚੋਂ ਕੁਛ ਨਾ ਕੁਛ ਬੋਲੀ ਜਾਂਦੇ ਆ, ਉਹ ਅਸੀਂ ਪੂਰਾ ਕੰਟੈਕਸਟ ਨਹੀਂ ਸਮਝਿਆ ਹੋਇਆ। ਇਹ ਜਿਹੜੀ ਪੰਕਤੀ ਹੈ, this is explaining us। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਠੀਕ ਹੈ। ਮੈਂ ਵੀ ਉੱਥੇ ਵੀ ਗੁਰਜੀਤ ਵੀਰ ਜੀ ਨੂੰ ਇਹੀ ਸ਼ਬਦ ਪਾਇਆ ਸੀਗਾ। ਉੱਥੇ ਵੀ ਇੱਕ ਸ਼ਬਦ ਜਪਜੀ ਸਾਹਿਬ ਜੀ ਵਿੱਚ ਆਉਂਦਾ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ। ਤੇ ਉੱਥੇ ਵੀ ਈਸ਼ਰ ਜਿਹੜਾ ਹੈਗਾ ਮੂਲ ਵਾਸਤੇ ਹੀ ਆਇਆ ਜੀ ਫਿਰ। ਹਾਂਜੀ ਹਾਂ, ਈਸ਼ਰ ਤਾਂ ਗੁਰੂ ਨਾਨਕ ਜੀ ਨੂੰ ਕਿਹਾ ਹੋਇਆ। ਨਾਨਕ ਈਸ਼ਰ ਜਗਨਾਥ ਉਚਹੱਦੀ ਵੈਣ ਵਿਰਕਿਉਣ। ਸੱਤਾ ਬਲਵੰਡਾ ਜੀ ਦੀ ਵਾਰ ਚ ਨਾਨਕ ਜੀ ਨੂੰ ਈਸ਼ਰ ਕਿਹਾ ਹੋਇਆ। ਸਤਿਗੁਰ ਜਿਹੜਾ ਹੈਗਾ, ਪਰ ਕਿਉਂਕਿ ਉਹ ਈਸ਼ਰ ਉਚਹੱਦੀ ਵੈਣ ਵਿਰਕਿਉਣ ਹੈ। ਇਸ ਆਮ ਈਸ਼ਰ ਨਹੀਂ ਹੈ। ਉਹ ਹੱਦ ਤੋਂ ਉੱਚੀ ਗੱਲ ਕਰਦੇ ਆ, ਮਾਇਆ ਦੀ ਹੱਦ ਤੋਂ ਗਾਹਾਂ ਦੀ ਗੱਲ ਕਰਦੇ ਆ। ਗੁਰੂ ਨਾਨਕ ਜੀ ਹੈ ਈਸ਼ਰ, ਪਰ ਉਹ ਕਿਹੜੇ ਈਸ਼ਰ ਹੈ ਉਹ ਤੁਸੀਂ ਸਮਝ ਲਓ। ਉਹ ਸੁਜਾਨ ਹੈ। ਜਿਵੇਂ ਲਿਖਿਆ ਨਾ ਤੀਸਰੇ ਪਾਤਸ਼ਾਹ ਬਾਰੇ ਵੀ ਉਹਨੇ ਲਿਖਿਆ। ਉਹ ਕਹਿੰਦੇ ਹੈ ਉਤਰਿਆ ਉਤਾਰ ਲੈ। ਆਪਾਂ ਵੀ ਤਾਂ ਉਤਾਰ ਲਿਆ ਹੋਇਆ ਸਾਰਿਆਂ ਨੇ, ਪਰ ਆਪਾਂ ਪੁਰਖ ਸੁਜਾਨ ਨਹੀਂ ਹੈ। ਉਹਨਾਂ ਨੇ ਉਹਨੇ ਕਿਹਾ ਸੋ ਪੁਰਖ ਸੁਜਾਨ। ਗੁਰੂ ਨਾਨਕ ਜੀ ਨੇ ਕਿਹਾ ਨਾਨਕ ਈਸ਼ਰ ਜਗਨਾਥ, ਉਹੀ ਹੈ। ਪਰ ਉੱਥੇ ਜਿਹੜਾ ਤੁਸੀਂ ਕਹਿ ਰਹੇ ਜਪ ਜੀ ਚ, ਉਹ ਕੰਟੈਕਸਟ ਤਾਂ ਚੱਲ ਰਿਹਾ ਹੈ ਕਿਉਂਕਿ ਉਹ ਤੋਂ ਪਿਛਲੀ ਲਾਈਨ ਪੜ੍ਹੋ, ਉਹਦੇ ਨਾਲ ਉਹ ਜੁੜਦੀ ਹੈ ਨਾ ਜੀ। ਜਿਹੜਾ ਤੁਸੀਂ ਮੈਨੂੰ ਪੁੱਛ ਰਹੇ ਹੋ ਉਹ ਪਿੱਛੋਂ ਚੱਲਦਾ ਆ ਰਿਹਾ। ਪੌੜੀ ਦਾ ਹੀ ਹਿੱਸਾ ਹੈ ਉਹ ਸਾਰੀ ਦਾ। ਉਹਦੇ ਚ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰੇ ਅਨਈ ਸਮਾਈ
ਹਾਂ ਗੁਰਮੁਖ ਦੀ ਗੱਲ ਹੈ ਨਾ। ਹਾਂਜੀ ਹਾਂਜੀ ਵੀ ਗੁਰਮੁਖ ਨੂੰ ਹੀ ਨਾਦ ਸੁਣਦਾ, ਗੁਰਮੁਖ ਇਹ ਹਾਂਜੀ ਨਾਦ ਤੋਂ ਵੇਦ ਬਣਾ ਦਿੰਦਾ, ਕਿਉਂਕਿ ਠੀਕ ਹੈ ਜੀ, ਗੁਰਮੁਖ ਸਮਾਇਆ ਹੋਇਆ, ਗੁਰਮੁਖ ਬੰਦੇ ਉਹ ਸੇਤ ਵਿਧਾਤੇ ਹੈਗਾ, ਗੁਰਮੁਖ ਠੀਕ ਹੈ ਦਾ ਪੁਲ ਜੁੜਿਆ ਹੋਇਆ, ਸੱਚਖੰਡ ਤੋਂ ਇੱਥੇ ਤੱਕ ਇੱਕ ਪੁਲ ਹੈ, ਗੁਰਮੁਖ ਉਹਦੇ ਵਿਚਾਲੇ ਖੜਾ, ਉਹ ਉਧਰ ਦੀ ਵੀ ਕਹਾਣੀ ਜਾਣਦਾ, ਇੱਧਰ ਦੀ ਵੀ ਜਾਣਦਾ, ਉਹ ਦੋਹੇ ਪਾਸੇ ਨਾਲ ਕਮਿਊਨੀਕੇਟ ਕਰ ਸਕਦਾ, ਉਹ ਸੰਦੇਸ਼ਾ ਇੱਧਰ ਲਿਆ ਕੇ ਦੇ ਸਕਦਾ, ਹੋਰ ਕੋਈ ਵਿਚਾਲੇ ਹੈ ਨਹੀਂ। ਮੀਨਸ ਆਪਾਂ ਇਹ ਕਹਿੰਦੇ ਮਾਇਆ ਤੇ ਬ੍ਰਹਮ ਦੋਹਾਂ ਦੀ ਨੌਲੇਜ ਰੱਖਦਾ ਹੈ ਜੀ। ਹਾਂਜੀ ਪੂਰੀ ਰੱਖਦਾ ਜੀ, ਉਹਨੂੰ ਸੁਣਦਾ। ਹਰ ਦਰਗਾਹ ਕੀ ਬਾਤਾਂ ਨਾਨਕ ਆਖ ਸੁਣਾਏ, ਨਾਨਕ ਜੀ ਨੂੰ ਪਤਾ ਵੀ ਉਹ ਜਿਹੜੀ ਹਰੀ ਦੀ ਦਰਗਾਹ 'ਚ ਹੋ ਰਿਹਾ ਹੈ ਉਹ ਠੀਕ ਕੀ ਹੈ ਹੈਗਾ, ਉਹ ਸਾਨੂੰ ਦੱਸ ਰਹੇ ਆ, ਆਖ ਕੇ ਸੁਣਾ ਰਹੇ ਆ। ਜਿਹੜੇ ਠੀਕ ਹੈ ਸੱਚਖੰਡ 'ਚ ਉਹਨਾਂ ਕੋਲ ਜੀਭ ਨਹੀਂ ਹੈ, ਉਹਨਾਂ ਨੇ ਗੁਰੂ ਨਾਨਕ ਜੀ ਨੂੰ ਐਜ਼ ਏ ਵਿਚੋਲਾ ਰੱਖਿਆ ਹੋਇਆ, ਉਹ ਠੀਕ ਹੈ ਸਾਡੀ ਗੱਲ ਜਾਂ ਭਗਤਾਂ ਨੂੰ ਸਾਰਿਆਂ ਨੂੰ ਕਹੋ। ਠੀਕ ਹੈ ਜੀ, ਬਹੁਤ ਵਧੀਆ ਜੀ, ਥੈਂਕ ਯੂ ਜੀ। ਇੱਕ ਜਿਵੇਂ ਨਾ ਆਪਾਂ ਤੁਸੀਂ ਟੌਪਿਕ ਲਿੱਤਾ, ਬਹੁਤ ਅੱਛਾ ਲਿੱਤਾ ਹੈ, ਰਾਮਚੰਦ ਵਾਲਾ, ਜਿਹੜਾ ਰਾਮ ਸਾਨੂੰ ਕਿਹਾ ਗਿਆ ਵੀ ਰਮਾਇਣ ਹੈਗੀ ਆ, ਗੁਰਬਾਣੀ ਤਾਂ ਸ਼ਬਦ ਇਹ ਕਹਿੰਦੀ ਹੈ ਮਨ ਮੈਂ ਝੁਰੇ ਰਾਮਚੰਦ ਸੀਤਾ ਲਛਮਣ ਜੋਗ। ਗੁਰਬਾਣੀ ਨੇ ਤਾਂ ਉਹਨਾਂ ਦੀ ਰਾਮ ਲੀਲਾ ਜਿਹੜੀ ਹੈਗੀ ਹੈ ਜਾਂ ਰਮਾਇਣ ਲਿਖਣ ਨੂੰ ਕਹਿ ਰਹੀ ਹੈ, ਗੁਰਬਾਣੀ ਤਾਂ ਮਨ ਮੈਂ ਝੁਰੇ ਰਾਮਚੰਦ ਦੱਸ ਰਹੀ ਹੈ, ਉਹਦੇ ਚ ਬਲਕਿ ਦੱਸੀ ਹੈ ਵੀ ਕਿਹੜਾ ਨੈਗੇਟਿਵ ਪੋਜ਼ਿਟਿਵ ਪਾਰਟ ਹੈਗਾ ਉਹ ਦੱਸਿਆ। ਅਸੀਂ ਜੇ ਬਿਨਾਂ ਵਿਚਾਰੇ ਅਸੀਂ ਇਹ ਗੱਲ ਕਹੀ ਜਾਈਏ ਕਿ ਬਈ ਰਮਾਇਣ ਹੋਈ ਨਹੀਂ ਜਾਂ ਹੋਈ ਹੈ, ਉਸ ਬਹਿਸ ਨਾਲੋਂ ਉਹਦੇ ਚੋਂ ਰਿਜ਼ਲਟ ਕੀ ਨਿਕਲਦਾ, ਮੋਰਲ ਕੀ ਨਿਕਲਦਾ, ਉਹ ਲੈਣਾ ਮੈਨੂੰ ਲੱਗਦਾ ਵੀ ਜ਼ਿਆਦਾ ਬੈਟਰ ਹੈ। ਜਿਵੇਂ ਤੁਸੀਂ ਦਸਮ ਬਾਣੀ ਦੇ ਵਿੱਚੋਂ ਵੀ ਪ੍ਰਮਾਣ ਦਿੱਤੇ, ਬਹੁਤ ਅੱਛੇ ਲੱਗੇ ਨੇ, ਤੇ ਇੱਧਰ ਵੀ ਇਹੀ ਕੁਛ ਆਦਿ ਬਾਣੀ ਦੇ ਵਿੱਚ ਇਹੀ ਦੱਸਿਆ ਹੋਇਆ। ਮਤਲਬ ਰਾਮ ਨੂੰ ਡਿਫਾਈਨ ਕਰ ਲਓ, ਫਿਰ ਰਮਾਇਣ ਵੀ ਡਿਫਾਈਨ ਹੋ ਜਾਊਗੀ, ਕਿਉਂਕਿ ਰਮਾਇਣ ਰਾਮ ਕਰਕੇ ਹੀ ਹੈ। ਜੇ ਰਾਮ ਤੁਹਾਡਾ ਨਹੀਂ ਰੂਪ ਰੇਖਿਆ ਵਾਲਾ ਹੈਗਾ, ਫਿਰ ਤੁਹਾਡੀ ਰਮਾਇਣ ਵੀ ਹੋ ਰਿਹਾ ਨਾ ਜੀ। ਆਪਾਂ ਰਾਮ ਹੀ ਡਿਫਾਈਨ ਕਰ ਲਿਆ ਪਹਿਲਾਂ, ਵੀ ਸਾਡੇ ਰਾਮ 'ਚ ਰੂਪ ਰੇਖਿਆ ਨਹੀਂ ਹੁੰਦੀ, ਨਾ ਸਾਡੇ ਅੱਲਾ 'ਚ ਹੁੰਦੀ ਹੈ, ਨਾ ਸਾਡੇ ਪ੍ਰਭ 'ਚ ਹੁੰਦੀ ਹੈ, ਨਾ ਸਾਡੇ ਗੋਬਿੰਦ 'ਚ ਹੁੰਦੀ ਹੈ। ਸਾਡੇ ਕੋਲ ਤਾਂ ਐਡਾ ਵੱਡਾ ਇੱਕ ਮਤਲਬ ਖਜ਼ਾਨਾ ਹੈ ਵੀ ਅਸੀਂ ਤਾਂ ਉਹ ਕਿਧਰੇ ਪਾਸੋਂ ਵੀ ਉਹਨੂੰ ਕਿਸੇ ਨੂੰ ਵੀ ਸਮਝਾ ਸਕਦੇ ਹਾਂ। ਗੋਬਿੰਦ ਮੱਤ ਵਾਲੇ ਨੂੰ ਸਮਝਾ ਸਕਦੇ ਹਾਂ, ਅੱਲਾ ਵਾਲੇ ਨੂੰ ਸਮਝਾ ਸਕਦੇ ਹਾਂ, ਰਾਮ ਵਾਲੇ ਨੂੰ ਸਮਝਾ ਸਕਦੇ ਹਾਂ, ਸ਼ਿਵ ਵਾਲੇ ਨੂੰ ਸਮਝਾ ਸਕਦੇ ਹਾਂ। ਸਾਨੂੰ ਤਾਂ ਇਸ ਗੱਲ ਦਾ ਸਾਡੇ ਪਰ ਕਿਰਪਾ ਹੈ, ਬਹੁਤ ਵੱਡੀ ਕਿਰਪਾ ਜੀ। ਠੀਕ ਹੈ, ਧੰਨਵਾਦ ਜੀ। ਹਾਂਜੀ, ਹੋਰ ਕਿਸੇ ਦੇ ਕੋਈ ਕੁਐਸਚਨਸ ਜਾਂ ਕੰਸਰਨਸ? ਹਾਂਜੀ ਬੈਂਸ ਸਾਹਿਬ, ਮੈਨੂੰ ਇੱਥੇ ਵੀ ਠੀਕ ਲੱਗਿਆ, ਜਿਵੇਂ ਨਾ ਦੁਚਿੱਤੀ ਕੀ ਥੂਣ ਗਰਾਨੀ, ਇਹ ਦੁਚਿੱਤੀ ਇਹ ਵਿਸ਼ਨ ਮਹੇਸ਼ ਵਾਲੀ ਉਹ ਲੱਗਦੀ ਹੈ ਮੈਨੂੰ, ਉਹੀ ਮੱਤ ਪਈ, ਉਹ ਜਿਹੜੀ ਮੱਤ ਥੰਮੀ ਸੀ ਉਹ ਗਰਾਤੀ, ਇਹੀ ਹੋਊਗਾ ਜੀ। ਉਹ ਮਤਲਬ ਸ਼ੁਰੂ ਤੋਂ ਜੇ ਆਪਾਂ ਅਵਤਾਰ ਪੜਾਂਗੇ ਨਾ, ਉਹਦੇ ਚੋਂ ਕਲੀਅਰ ਹੁੰਦਾ। ਜਿਵੇਂ ਦੱਤ ਬਾਰੇ ਤਾਂ ਬੜਾ ਸਾਫ਼ ਦਸਮ ਪਾਤਸ਼ਾਹ ਨੇ ਲਿਖਤਾ ਵੀ ਜਦੋਂ ਦੱਤਾਤਰੈ ਤੋਂ ਬਾਅਦ ਪਾਰਸਨਾਥ ਆਇਆ, ਦੱਤਾਤਰੈ ਦੀ ਮੱਤ ਵਾਲਿਆਂ ਕੋਲ ਕੱਪੜੇ ਹੀ ਰਹਿ ਗਏ ਸੀ। ਮੰਨਦੇ ਉਹ ਸੀਗੇ ਵੀ ਸ਼ਿਵ ਹੁੰਦਾ, ਹਾਂਜੀ, ਪਰ ਉਹ ਸ਼ਿਵ ਉਹਨਾਂ ਨੂੰ ਕਿਹੜੇ ਪਤਾ ਸੀ ਕਿਹੜਾ। ਹਾਂਜੀ ਹਾਂਜੀ, ਉਹ ਫਿਰ ਦੂਸਰੀ ਮੱਤ ਲੋਕਾਂ ਨੂੰ ਪਤਾ ਨਹੀਂ, ਮਤਲਬ ਉਹ ਕਿਸ ਤਰ੍ਹਾਂ, ਉਹ ਤਾਂ ਵੇਦ ਦੇ ਹੀ ਅੱਖਰ ਸੀ, ਵਿਸ਼ਨੂੰ ਅੱਖਰ ਨਹੀਂ ਹੈ। ਦੇਖੋ ਵਿਸ਼ਨੂੰ ਅਸੀਂ ਆਮ ਬੋਲਦੇ ਹਾਂ, ਆਪਾਂ ਵੀ ਵਿਸ਼ਨੂੰ ਹੀ ਬੋਲਦੇ ਹਾਂ ਨਾ ਜੀ, ਵਿਸ਼ਨੂੰ ਦਾ ਅੱਖਰ ਹੀ ਨਹੀਂ ਹੈ ਕਿਤੇ। ਹਾਂ ਜ਼ਰੂਰ ਹੈ ਵੀ ਵਿਸ਼ਨ ਪਰ ਔਂਕੜ ਲੱਗਿਆ ਹੋਇਆ, ਉਹਨੂੰ ਵਿਸ਼ਨੂੰ ਹਿੰਦੀ ਵਾਲੇ ਜ਼ਰੂਰ ਪੜ੍ਹਦੇ ਆ, ਅਸੀਂ ਵੀ ਉਹਨਾਂ ਨੂੰ ਫੋਲੋ ਕਰਨ ਲੱਗ ਗਏ। ਤਾਂ ਜੋ ਮਰਜ਼ੀ ਮੰਨ ਲਓ, ਹੁਣ ਜਿਹੜਾ ਆਪਣੇ ਇੱਕ ਸ਼ਬਦ ਹੈ ਓਂਗ ਗੋਪਾਲ ਗੁਸਾਈ ਵਾਲਾ, ਕੱਢ ਲਓ ਤੁਸੀਂ ਆਪਣਾ ਉਹ ਵੀਰ ਜੀ, ਉਹ ਸਾਰੇ ਹੀ ਨਾਂ ਸਾਡੇ ਹੀ ਆ। ਓਂਗ ਵਾਲਾ ਹੈਗਾ ਉਹ ਨਾ ਊੜੇ ਤੇ ਖੁੱਲੇ ਮੂੰਹ ਵਾਲੇ ਤੇ ਬਿੰਦੀ ਲਾ ਕੇ ਦੇਖੋ, ਉਹ ਸ਼ਬਦ ਆਊਗਾ ਉੱਥੋਂ। ਉਹ ਸਾਰੇ ਹੀ ਨਾਂ ਉਹੀ ਹੈ, ਵਿੱਚ ਹੀ ਹੈ। ਜਿਹਦਾ ਬੜਾ ਇੱਕ ਵਾਰ ਰੌਲਾ ਪਾਇਆ ਸੀ ਵੀ ਉਹ ਜੀ ਗੁਰੂ ਨਾਨਕ ਜੀ ਤਾਂ ਕ੍ਰਿਸ਼ਨ ਦੀ ਪੂਜਾ ਕਰਦੇ ਆ, ਹੈ ਨੀ ਇੱਕ ਭਗਵੰਤ ਗੁਸਾਈ ਵਾਲਾ ਸ਼ਬਦ ਹੈ ਸ਼ਾਇਦ, ਉਹ ਨਿਕਲ ਜਾਏਗਾ ਆਪਣਾ ਗੌਰਵੀਰ ਜੀ, ਮੈਂ ਕੱਢ ਲੈਣਾ। ਉਹ ਹੈਗਾ, ਮੈਨੂੰ ਪਤਾ, ਉਹ ਊੜਾ ਪਾਓ ਨਾ ਖੁੱਲੇ ਮੂੰਹ ਵਾਲਾ, ਉਹਦੇ 'ਚ ਆ ਜਾਂਦਾ ਉਹ। ਵੀਰ ਜੀ, ਹਾਂਜੀ, ਵਿਸ਼ਨ ਤੇ ਮਹੇਸ਼, ਮੇਰੇ ਫਿਰ ਉਹੀ ਕਿ ਆਪਾਂ ਜਦੋਂ ਕਹਿੰਦੇ ਵੀ ਦੋ ਮੱਤ ਸੀ,
ਦੋ ਨੂੰ ਇੱਕ ਮੱਤ ਚ ਮਤਲਬ ਇਹਨਾਂ ਦੀ ਬੈਕ ਆਪਾਂ ਕਿਵੇਂ ਲੈਣੀ ਵੀ ਇਹ ਵਿਸ਼ਨ ਤੇ ਮਹੇਸ਼ ਫਿਰ ਇੱਕ ਕਿਵੇਂ ਹੋ ਜਾਂਦੇ, ਕਿੱਥੇ ਹੁੰਦੇ ਜੀ ਦੋ ਮੱਤ? ਜਿਵੇਂ ਤੁਸੀਂ ਦੋ ਮੱਤ ਕਿਉਂ ਕਹਿੰਦੇ ਜੇ ਇੱਕ ਹੀ ਸੀ ਤੇ? ਕਿਉਂਕਿ ਜਿਹੜੇ ਤਾਂ ਹੈ ਵੀਰ ਜੀ ਜੋਗੀ ਮਹੇਸ਼ ਹਾਂਜੀ। ਵਾਲੇ, ਉਹ ਕਹਿੰਦੇ ਸਾਡੇ ਕੋਲ ਨਾਦ ਹੈ। ਅੱਛਾ। ਤੇ ਗੁਰੂ ਨਾਨਕ ਜੀ ਨੇ ਇਹੀ ਪੁੱਛਿਆ ਵੀ ਜਿਹਦੇ ਕੋਲ ਨਾਦ ਹੈਗਾ ਉਹਦੇ ਕੋਲ ਵੇਦ ਵੀ ਹੁੰਦਾ। ਅੱਛਾ। ਵੇਦ ਕਿੱਥੇ ਹੈ ਤੁਹਾਡਾ? ਉਹ ਕਹਿੰਦੇ ਵੇਦ ਨਹੀਂ ਹੈ ਸਾਡੇ ਕੋਲ, ਨਾਦ ਜ਼ਰੂਰ ਹੈ। ਜਿਹੜੇ ਵਿਸ਼ਨ ਵਾਲੇ ਆ ਉਹ ਕਹਿੰਦੇ ਸਾਡੇ ਕੋਲ ਵੇਦ ਹੈਗਾ, ਕਿਉਂਕਿ ਜਿੰਨੇ ਵੇਦਾਂ ਦਾ ਪਾਠ ਪੰਡਿਤ ਪੜ੍ਹਦਾ ਨਾ ਜੀ, ਉਹ ਦੋਏ ਧੋਤੀ ਬਸਤਰ ਕਪਾਟੰਗ, ਉਹ ਕਹਿੰਦੇ ਵੀ ਤੁਹਾਡਾ ਭਾਈ ਨਾਦ ਕਿੱਥੇ ਹੈ? ਉਹ ਕਹਿੰਦੇ ਸਾਨੂੰ ਨਾਦ ਨਹੀਂ ਸੁਣਿਆ, ਸਾਡੇ ਕੋਲ ਵੇਦ ਹੈਗਾ। ਉਹ ਤਾਂ ਉਹਨਾਂ ਨੂੰ ਇਕੱਠੇ ਕਰਦੇ ਆ ਵੀ ਗੁਰਮੁਖ ਕੋਲ ਨਾਦ ਵੀ ਹੁੰਦਾ, ਗੁਰਮੁਖ ਕੋਲ ਵੇਦ ਵੀ ਹੁੰਦਾ, ਗੁਰਮੁਖ ਰਿਹਾ ਸਮਾਈ। ਵੀ ਤੁਸੀਂ ਆਪਸ ਚ ਮੈਂ ਤੁਹਾਡਾ ਸਮਝੌਤਾ ਕਰਾ ਦਿੰਦਾ ਵੀ ਤੁਹਾਡੇ ਕੋਲ ਅੱਧੀ ਅੱਧੀ ਮੱਤ ਹੈ, ਤੁਸੀਂ ਇੱਕ ਦੂਏ ਦੀ ਨਾਦ ਵਾਲੇ ਦੀ ਵੀ ਤੁਸੀਂ ਗੱਲ ਸੁਣ ਲਓ, ਤੁਸੀਂ ਉਹਦੀ ਸੁਣ ਲਓ। ਆਪਸ ਵਿੱਚ ਇਹਨਾਂ ਦੋਹਾਂ ਦਾ ਕਲੈਸ਼ ਹੈ, ਦੋਹਾਂ ਮੱਤਾਂ ਦਾ ਬਹੁਤ। ਆਪਾਂ ਫਿਰ ਪਰ ਇਹਨੂੰ ਇੱਕ ਮੰਨੀਏ ਨਾ ਵਿਸ਼ਨ ਮਹੇਸ਼, ਫਿਰ ਇੱਕ ਹਾਂਜੀ ਹਾਂ ਇੱਕ ਦੇ ਹੀ ਉਹ ਓਂਗ ਵਾਲਾ ਸ਼ਬਦ ਕੱਢੋ ਜੇ ਵੀਰ ਜੀ ਨਿਕਲਦਾ, ਮੈਂ ਕੱਢਾਂ। ਪੇਜ ਨੰਬਰ 897 ਹੈ ਜੀ। ਕੋਸ਼ਿਸ਼ ਕਰ ਰਹੇ ਹਾਂ ਜੀ, ਇੱਕ ਮਿੰਟ ਜਾ। ਓਂਗ ਨਮੋ ਭਗਵੰਤ ਗੁਸਾਈ। ਹਾਂਜੀ ਹਾਂਜੀ। ਇਹ ਹੈਗਾ ਜੀ ਰਾਮਕਲੀ ਮਹੱਲਾ ਪੰਜਵਾਂ। ਕਾਰਨ ਕਰਨ ਕਰੀਮ ਸਰਬ ਪ੍ਰਿਤਪਾਲ ਰਹੀਮ। ਬਿਲਕੁਲ ਜਿਹੜੀਆਂ ਬਾਉਂਡਰੀਜ਼ ਹੈ ਨਾ ਕਿਸੇ ਭਾਸ਼ਾ ਦੀਆਂ, ਬਿਲਕੁਲ ਭੰਨਤੀਆਂ ਇੱਥੇ। ਸਾਰੀਆਂ ਮੱਤਾਂ ਨੂੰ ਦੱਸਿਆ ਵੀ ਪਿੱਛੇ ਪਰਮੇਸ਼ਰ ਇੱਕ ਹੈ, ਆਪਣਾ ਮੂਲ ਵੀ ਤੁਹਾਡਾ ਉਹੀ ਹੈ, ਉਹਦੇ ਨਾਲ ਜੁੜ ਜਾਓ। ਇਹਦੇ ਚ ਅੱਲਾ ਵੀ ਆ ਜਾਏਗਾ। ਮਿਲਿਆ ਜੀ? ਨਹੀਂ ਜੀ। ਅੱਛਾ, ਕੀ ਇੱਕ ਪੰਕਤੀ ਦੇਵਾਂ? ਉਹ ਜਿਹੜਾ ਜੇ ਤੁਸੀਂ ਕਿਹੜੇ ਪ੍ਰੋਗਰਾਮ ਤੋਂ ਸਰਚ ਕਰਦੇ ਹੋ? ਮੈਕਸ ਤੇ ਆ ਨਹੀਂ ਰਿਹਾ ਜੀ। ਕਿਹੜਾ ਸ਼ਬਦ ਕੱਢਣਾ ਜੀ? ਸ਼ਬਦ ਕੱਢਣਾ ਜੀ, ਚਲੋ ਆਹ ਕੱਢੋ ਜੀ, ਖਾਲਕ ਰਵ ਰਿਹਾ ਸਰਬ ਠਾਈ। ਇਹ ਕੱਢੋ, ਖਾਲਕ ਰਵੀ ਰਿਹਾ ਸਰਬ ਠਾਈ, ਇਹ ਤੋਂ ਨਿਕਲ ਜਾਏਗਾ। ਕਿ ਬਾਕੀ ਤਿੰਨ ਤਿੰਨ ਲੈਟਰਸ ਹੈ। ਠੀਕ ਹੈ ਜੀ, ਆ ਗਿਆ ਜੀ। ਹਾਂਜੀ, ਇਹ ਰਾਹੋ ਦੀ ਪੰਕਤੀ ਹੈ ਨਾ ਜੀ। ਹਾਂਜੀ ਹਾਂਜੀ। ਹੁਣ ਇਹ ਵੀ ਓਂਗ ਨਮੋ ਭਗਵੰਤ ਗੁਸਾਈ, ਜੇ ਕੋਈ ਓਂਗ ਮੰਨਦਾ ਉਹਨੂੰ ਨਮੋ ਕਰੋ ਨਾ ਫਿਰ ਉਹਨੂੰ। ਜੇ ਉਹਨੂੰ ਕੋਈ ਭਗਵੰਤ ਮੰਨਦਾ, ਅਸੀਂ ਉਹਨੂੰ ਭਗਵੰਤ ਔਰ ਗੁਸਾਈ ਕਹਿੰਦੇ ਆ। ਇਹ ਗੁਸਾਈ ਵਰਡ ਵੈਸੇ ਉਧਰੋਂ ਆਉਂਦਾ ਹੈ ਨਾ, ਕੀ ਕਹਿੰਦੇ ਆ, ਕੋਈ ਸਿਵੈ ਅੱਲਾ, ਕੋਈ ਸਿਵੈ ਗੁਸਾਈਆਂ, ਕੋਈ ਅਲਾਏ। ਹਾਂ, ਇਹ ਗੁਸਾਈ, ਇਹ ਸਾਰੇ ਨਾਂ ਦਿੱਤੇ ਹੋਏ ਆ ਜੋਗੀਆਂ ਦਾ। ਹਾਂ, ਜੋਗੀਆਂ ਦਾ ਹੁੰਦਾ, ਜੋਗੀ ਵਰਤਦੇ ਗੁਸਾਈ। ਠੀਕ ਹੈ। ਤੇ ਇਹ ਖਾਲਕ, ਖਾਲਕ ਸਾਡਾ ਅੱਖਰ ਹੈ। ਖਾਲਕ ਖਲਕ, ਖਲਕ ਮੈਂ ਖਾਲਕ। ਉਹ ਕਹਿੰਦੇ ਅਸਲੀ ਜਨਰਲ ਵਰਡ ਦਾ ਖਾਲਕ ਹੈ, ਪਰ ਖਾਲਕ ਵਰਡ ਵੀ ਈਸਟ ਦਾ ਹੀ ਹੈ, ਲਹਿੰਦੀ ਪੰਜਾਬੀ ਦਾ ਹੀ ਹੈ। ਇਹ ਆਪਾਂ ਪੰਜਾਬੀ ਚ ਤਾਂ ਨਹੀਂ ਵਰਤਦੇ ਇਹਨੂੰ। ਇਹ ਆਪਾਂ ਕਹਿ ਲਓ ਅਰਬੀ ਜਾਂ ਉਧਰੋਂ ਆਇਆ ਹੋਇਆ। ਉਹ ਅਸੀਂ ਤਾਂ ਕੋਈ ਬਾਉਂਡਿੰਗ ਨਹੀਂ ਲਾਈ ਵੀ ਉਹ ਨਹੀਂ ਸਾਰਿਆਂ ਚ ਹੈਗਾ। ਵੀਰ ਜੀ ਖਾਲਕ ਜਿਹੜਾ ਹੈਗਾ ਇਹ ਤਾਂ ਸਾਊਂਡ ਕਰ ਰਿਹਾ ਕਿ ਵੈਸਟ ਤੋਂ ਆਇਆ। ਵੈਸਟ ਦਾ ਹੀ ਹੈ ਵਰਡ ਇਹ। ਹਾਂਜੀ ਹਾਂਜੀ। ਖਖਾ ਨਾ ਹਾਂ, ਆਪਾਂ ਤਾਂ ਵੈਸਟ ਦਾ। ਮੈਂ ਉਹ ਕਹਿ ਰਿਹਾ ਨਾ ਵੀ ਬੌਂਡਿੰਗ ਨਹੀਂ ਰੱਖੀ ਅਸੀਂ, ਨਾ ਈਸ਼ਰ ਚ ਰੱਖੀ ਨਾ ਖਾਲਕ ਚ ਰੱਖੀ। ਇਹਦੇ ਉੱਪਰੋਂ ਸ਼ੁਰੂ ਕਰੋ, ਨਾ ਅੱਲਾ ਚ ਰੱਖੀ। ਇਹ ਇੱਕ ਸ਼ਬਦ ਹੈ ਜਿਹੜਾ ਸਾਰੇ ਗੁਣਵਾਚਕ ਨਾਂ ਲਈ ਆਉਂਦਾ ਤੁਹਾਡੇ ਮੂਲ ਦੇ ਵਿੱਚ। ਇੱਕ ਦੋ ਪਰਮੇਸ਼ਰ ਦੇ ਨਾਂ ਵੀ ਆ ਜਾਣਗੇ ਵਿੱਚ। ਇਹ ਸਾਰੇ ਹੀ ਬੌਂਡਿੰਗ ਇਹ ਵੇਦ ਮਤ ਨੂੰ ਉਹ ਕਰ ਰਿਹਾ ਜੀ, ਹਾਈਲਾਈਟ। ਇਹ ਕਹੋ ਬਸ ਜੀ, ਅੱਲਾ ਵੀ ਆਊਗਾ, ਬਾਕੀ ਵੀ ਆਉਣਗੇ ਸਾਰੇ। ਹਾਂ, ਗੁਰਜੀਤ ਸਿੰਘ ਜੀ ਕੋਸ਼ਵ ਵੀ ਆਂਦਾ ਜਿਹੜਾ ਉਹ ਪਾਰ ਬ੍ਰਹਮ ਪਰਮੇਸ਼ਵਰ ਅੰਤਰਜਾਮੀ ਅਪਰਮ ਰਿਖੀਕੇਸ਼ ਗੋਵਰਧਨ, ਉਹਦੇ ਸਾਰੇ ਨਾਮ ਦੱਸੇ ਹੋਏ ਸੀ। ਇਹਦੇ ਚ ਹੀ ਉਹ ਇਹੀ ਲੱਗਦਾ ਮੈਨੂੰ, ਗੋਵਰਧਨ ਵਾਲਾ ਇਹ ਨਹੀਂ ਹੈ। ਨਹੀਂ, ਇਹ ਨਹੀਂ ਹੈਗਾ, ਉਹ ਪੰਚਮ ਪਾਤਸ਼ਾਹ ਦਾ ਹੈਗਾ ਸ਼ਬਦ। ਨਹੀਂ, ਇੱਥੇ ਹੀ ਹੈ ਜੀ, ਇਹਦੇ ਚ ਹੋਣਾ ਚਾਹੀਦਾ ਉਹ।
ਇਹ ਲਿਖੋ ਸਾਹਮਣੇ। ਨਹੀਂ ਇਹ ਨਹੀਂ ਹੈਗਾ, ਮੈਂ ਤੁਹਾਨੂੰ ਲੱਗ ਕੇ ਦੇਣਾ। ਮੈਨੂੰ ਲੱਗਦਾ ਇਹਦੇ ਚ ਸੀ ਉਹ ਸ਼ਾਇਦ ਮਾਰੂ ਰਾਗ ਦਾ ਹੈ ਜੀ। ਹਾਂ 1000 ਇਹਦੇ ਚ ਜਿਹੜਾ ਆਪਾਂ ਥੀਮ ਲੈ ਰਹੇ ਆ ਇਹਦੇ ਦੇ ਵਿੱਚ ਤੁਹਾਡੇ ਮੂਲ ਦੇ ਨਾਂ ਦੱਸੇ ਹੋਏ ਆ। ਅਸੀਂ ਕਿਸੇ ਬੌਂਡਿੰਗ ਚ ਨਹੀਂ ਫਸੇ ਵੀ ਅਸੀਂ ਅੱਲਾ ਨਹੀਂ ਕਹਿਣਾ ਜਾਂ ਅਸੀਂ ਉਹਨੂੰ ਗੁਸਾਈ ਨਹੀਂ ਕਹਿਣਾ ਜਾਂ ਅਸੀਂ ਉਹਨੂੰ ਸ਼ਿਵ ਨਹੀਂ ਕਹਿਣਾ। ਅਸੀਂ ਇਸ ਚੀਜ਼ਾਂ ਤੋਂ ਉੱਪਰ ਹੈ। ਕਹਿਣ ਦਾ ਭਾਵ ਇਹ ਹੈ ਜਿਹੜੀ ਅਸੀਂ ਮੱਤ ਨੂੰ ਜੇ ਮੰਨਦੇ ਆ ਇਹਨੂੰ, ਇਹ ਅਸੀਂ ਉਹਨਾਂ ਅੱਖਰਾਂ 'ਚ ਨਹੀਂ ਫਸਦੇ, ਅਸੀਂ ਉਹ ਅੱਖਰਾਂ ਦੇ ਭਾਵ 'ਚ ਫਸਾਂਗੇ ਵੀ ਉਹ ਭਾਵ ਉਹਨਾਂ ਦਾ ਸਾਰਿਆਂ ਦਾ ਇੱਕ ਹੈ। ਠੀਕ ਹੈ। ਗੋਪਾਲ ਔਰ ਗੋਬਿੰਦ ਰਿਸ਼ੀਕੇਸ਼ ਜਿਹੜਾ ਹੈਗਾ ਉਹ ਸਾਡੇ ਲਈ ਤਾਂ ਸੇਮ ਹੀ ਆ। ਹੁਣ ਅਸੀਂ ਵਰਤਦੇ ਨਹੀਂ ਬਹੁਤਾ ਰਿਸ਼ੀਕੇਸ਼ ਵਰਡ। ਜਗਨਨਾਥ ਹੈਗਾ, ਜਿਵੇਂ ਗੁਰੂ ਨਾਨਕ ਜੀ ਨੂੰ ਜਗਨਨਾਥ ਈਸ਼ਰ ਲਿਖਿਆ। ਜਗ ਦਾ ਜੀਵਨ ਸਾਡਾ ਮਨ ਹੈ, ਸਾਡਾ ਮੂਲ ਇਹ ਹੈ ਮਾਧੋ। ਇਹ ਸਾਡੇ ਮੂਲ ਦੇ ਹੀ ਨਾਂ ਹੈ। ਇਹ ਸ਼ਾਇਦ ਇਹਦੇ ਚ ਮੈਨੂੰ ਲੱਗਦਾ ਸੀ ਨਹੀਂ ਉਹ ਹੈਗਾ, ਉਹ ਸ਼ਬਦ ਹੈਗਾ ਅਚੁੱਤ ਪਾਰ ਬ੍ਰਹਮ ਪਰਮੇਸ਼ਵਰ ਅੰਤਰਜਾਮੀ ਮਧੂਸੂਦਨ ਦਾਮੋਦਰ ਸੁਆਮੀ ਰਿਸ਼ੀਕੇਸ਼ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ। ਠੀਕ ਹੈ, ਉਹ ਠੀਕ ਹੈ। ਉਹ ਤਾਂ ਫਿਰ 16 ਹੋ ਗਿਆ। ਮਾਰੂ 16। ਉਹ ਮਾਰੂ ਮਹੱਲਾ ਪੰਜਵਾਂ। ਇਹਦੇ ਤੇ ਲੱਭ ਲੋਗੇ ਤਾਂ ਆ ਜਾਏਗਾ ਰਿਸ਼ੀਕੇਸ਼ ਗੋਵਰਧਨ ਧਾਰੀ। ਹੁਣ ਆ ਬਾਸਦੇਵ ਕਰਿਓ ਥੱਲੇ ਜੀ, ਬਾਸਦੇਵ ਬਸਤ ਸਭ ਠਾਈ ਜਿਵੇਂ ਸਿਮਰਨ ਸ਼ਬਦ ਹੀ ਨੇ। ਹਾਂ ਹੁਣ ਬਾਸਦੇਵ ਕੌਣ ਹੈ? ਗੁਰਮਤ ਦਾ ਬਾਸਦੇਵ ਕੌਣ ਹੈ? ਦੇਵ ਹੈ ਨਾ, ਜਿੱਥੇ ਦੇਵ ਦਾ ਬਸ ਹੈ। ਫਿਰ ਉਹ ਨਾਂ ਤੁਹਾਡਾ ਈਸ਼ਰ ਲਈ ਵੀ ਆ ਜਾਏਗਾ, ਉਹ ਤੁਹਾਡਾ ਕੀ ਕਹਿੰਦੇ ਆ ਵਿਸ਼ਨ ਲਈ ਵੀ ਆ ਜਾਏਗਾ। ਵਾਸੁਦੇਵस्य ਆਸਾ ਕੀ ਵਾਰ ਚ ਆ ਗਿਆ। ਜਿੱਥੇ ਕਿ ਬਸ ਦੇਵ ਦਾ ਵਾਸਾ, ਦੇਵ ਦਾ ਜਿਹੜਾ ਸਾਡਾ ਮੂਲ ਹੈ, ਜਿੱਥੇ ਬਸਦਾ ਹੈ, ਸਮਾਂਦਾ ਜਿੱਥੇ ਜਾ ਕੇ। ਕਹਿਣ ਦਾ ਭਾਵ ਇਹ ਹੈ ਕਿ ਇਹ ਜਿੰਨੇ ਉਹ ਵੀਰ ਜੀ ਕਹਿੰਦੇ ਸੀ ਨਾ ਵੀ ਸਾਡੇ ਲਈ ਇਹ ਸਾਰੇ ਜਿਹੜੇ ਜਿੰਨੇ ਇਹਦੇ ਚ ਵਰਡ ਆਏ ਹੈ, ਪਰ ਉਹ ਤਾਂ ਕਹਿ ਰਮਤ ਰਾਮ ਘਟ ਘਟ ਅਪਾਰ, ਮੇਨ ਤਾਂ ਰਾਮ ਨੂੰ ਰੱਖਿਆ, ਪਰ ਉਹਦੇ ਨਾਲ ਜਿੰਨੇ ਸਾਡੇ ਕੋਲ ਦੂਸਰੇ ਵਰਡਸ ਹੈ ਸਾਨੂੰ ਕੋਈ ਉਹਨਾਂ ਦੇ ਨਾਲ ਉਹ ਨਹੀਂ ਹੈ। ਅਸੀਂ ਰਾਮਚੰਦ ਵਰਡ ਵੀ ਵਰਤਦੇ ਹਾਂ, ਅਸੀਂ ਲਕਸ਼ਮਣ ਨਹੀਂ ਵਰਤਦੇ, ਅਸੀਂ ਲਖਮਣ ਹੈ। ਦੇਖੋ ਗੁਰਬਾਣੀ ਚ ਕਿਉਂਕਿ ਉਹ ਸ਼ ਵਾਲੇ ਵਰਡ ਕੱਢੇ ਹੋਏ ਆ, ਸ ਵਾਲੇ ਰੱਖੇ ਆ। ਲਖਮਣ ਹੈਗਾ ਉਹ ਜਾਣ ਕੇ ਸ਼ ਦੂਆ ਪਾ ਕੇ ਉਹਨੂੰ ਲਿਖਦੇ ਆ, ਚੇਂਜ ਕੀਤਾ ਹੋਇਆ ਨਾ। ਹੁਣ ਪਹਿਲੀ ਪੰਕਤੀ ਸਾਰੇ ਉਹ ਦੂਸਰੇ ਹੈ, ਈਸਟ ਦੇ ਨਾਂ ਹੈ। ਜੇ ਆਪਾਂ ਉੱਪਰੋਂ ਲਓ ਪਹਿਲਾ ਹੀ ਪੰਕਤੀ ਦੇਖਿਓ ਜੀ ਵੀਰ ਜੀ, ਜਿੱਥੋਂ ਸ਼ੁਰੂ ਹੁੰਦਾ ਸ਼ਬਦ ਦੇਖੋ ਨਾ। ਉਹ ਕਾਰਨ ਕਰਨ ਕਰੀਮ, ਇਹ ਕਰੀਮ ਸ਼ਬਦ ਸਾਡਾ ਨਹੀਂ ਹੈਗਾ ਜੇ ਅਸੀਂ ਬਹੁਤੇ ਸਟ੍ਰਿਕਟ ਹੋਈਏ, ਪਰ ਸਾਡਾ ਹੀ ਹੈ ਇਹ, ਕਿਉਂਕਿ 4 ਵੇਦਾਂ ਚ ਕਰੀਮ ਆ ਜਾਂਦਾ। ਫਿਰ ਰਹੀਮ ਵੀ ਆ ਜਾਂਦਾ। ਜਿਹੜੀ ਪ੍ਰਤਪਾਲ ਕਰ ਰਿਹਾ ਸਾਡੀ, ਉਹ ਸਾਡਾ ਮੂਲ ਹੈ ਨਾ ਜੀ, ਸਾਰਿਆਂ ਦੇ ਵਿੱਚ ਹੈ ਰਹੀਮ। ਉਹਨੂੰ ਅੱਲੋ ਵੀ ਕਹਿ ਲਓ ਤੁਸੀਂ, ਪਰ ਉਹ ਹੈ ਅਲੱਖ। ਹੁਣ ਅਲੱਖ ਜੋਗੀ ਵਰਤਦੇ ਆ, ਅੱਲਾ ਸ਼ਬਦ ਉਹ ਵਰਤਦੇ ਆ, ਜੋੜ ਨਹੀਂ ਦਿੱਤੇ ਦੋਨੋਂ, ਕਿਉਂਕਿ ਉਹਦੀ ਮੀਨਿੰਗਸ ਦੀ ਸੈਂਸ ਹੈ ਕੋਈ, ਉਹ ਸੈਂਸ ਇੱਕ ਹੈ ਸਾਰਿਆਂ ਦੀ। ਹੁਣ ਖੁਦਾਏ ਕਰਤਾ ਥੱਲੇ, ਪਰ ਉਹ ਕਹਿੰਦੇ ਹੈ ਬੇਸ਼ੁਮਾਰ ਹੈ, ਉਹ ਗਿਣਤੀ ਤੋਂ ਪਰੇ ਹੈ, ਬੇਸ਼ੁਮਾਰ, ਉਹ ਵੱਡਾ ਹੈ, ਆਪਣੇ ਆਪ ਤੋਂ ਹੀ ਹੈ। ਸੋ ਇਹ ਸਾਰੇ ਸ਼ਬਦ ਦਾ ਮੈਂ ਇਹ ਦੱਸ ਰਿਹਾ ਸੀ ਵੀ ਉਹ ਵੀਰ ਜੀ ਕਹਿੰਦੇ ਸੀ ਨਾ ਵੀ ਸਾਡੇ ਆਪਾਂ ਲਈ ਸੇਮ ਹੈ, ਕਿਉਂਕਿ ਅਸੀਂ ਜਿਹੜੀ ਮੱਤ ਗੁਰੂ ਨਾਨਕ ਜੀ ਨੇ 4 ਵੇਦ ਲਿਖਤੇ ਆਪਣੇ ਆਸਾ ਕੀ ਵਾਰ ਚ, ਉਹ ਆਪਾਂ ਅਗਲੀ ਵਾਰ ਵੀ ਕਰਾਂਗੇ ਵੀ ਆਸਾ ਕੀ ਵਾਰ ਚ ਜਿਹੜੇ 4 ਵੇਦ ਹੈ ਉਹਨਾਂ ਦੀ ਸੈਂਸ ਕੀ ਬਣਦੀ ਹੈ। 4 ਵੇਦਾਂ ਚੋਂ ਕੋਈ ਵੀ ਸ਼ਬਦ ਆ ਜਾਵੇ ਸਾਡੇ ਲਈ ਉਹ ਇਕੁਅਲ ਵੈਲਿਊ ਰੱਖਦਾ ਜੀ। ਬੇਨ ਸਾਹਿਬ ਉੱਥੇ ਕਿਵੇਂ ਲਵਾਂਗੇ, ਜਿਵੇਂ ਤੀਨ ਦੇਵ ਪ੍ਰਤੱਖ ਤੋੜੇ, ਉੱਥੇ 3 ਦੇਵ ਮੰਨੇ ਹੋਏ ਆ, ਜਿਵੇਂ ਬ੍ਰਹਮ ਵੀ ਲਿਖਿਆ ਨਾ ਵੀਰ ਜੀ, ਉੱਥੇ ਬ੍ਰਹਮ ਡਾਰੀ ਲਿਖਿਆ, ਬ੍ਰਹਮ ਪਾਤੀ, ਬ੍ਰਹਮਾ ਨਹੀਂ ਲਿਖਿਆ, ਬ੍ਰਹਮ ਡਾਰੀ।
ਬ੍ਰਹਮਪਾਤੀ ਬੜਾ ਪਾਰਟਿਕੂਲਰਲੀ ਚੂਜ਼ ਕੀਤਾ ਉਹਨਾਂ ਨੇ ਵੀ ਬ੍ਰਹਮਾ ਨੇ ਲਿਖਿਆ ਬ੍ਰਹਮਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦਿਓ। ਇਹ ਉੱਥੇ ਮਤਲਬ ਬ੍ਰਹਮ ਹੀ ਲਿਖਿਆ ਉੱਥੇ ਬ੍ਰਹਮ ਨੂੰ ਵੀ ਦੇਵ ਬ੍ਰਹਮ ਤਾਂ ਹੈ ਹੀ ਦੇਵ ਜੀ। ਹਾਂਜੀ ਅੰਤਰਦੇਵ ਜਿਹੜਾ ਹੈਗਾ ਉਹ ਬ੍ਰਹਮ ਹੀ ਹੈ ਨਾ ਜੀ। ਅੰਤਰਦੇਵ ਨਾਲ ਜਾਣਾ ਅੰਦਰ ਹਾਂਜੀ ਉਹ ਇਹ ਅੰਤਰਦੇਵ ਦੇ ਨਾਂ ਹੈ ਸਾਰੇ। ਠੀਕ ਹੈ ਪਰ ਬਾਹਰ ਦੇਵ ਹੈ। ਹਾਂ ਬਾਹਰ ਦੇਵ ਹੈ ਹਾਂਜੀ ਜਿਹਨੂੰ ਨਾਮਦੇਵ ਜੀ ਕਹਿੰਦੇ ਆ ਜੇ ਇਹ ਦੇਵ ਤਾਂ ਉਹ ਵੀ ਦੇਵਾ। ਉਹ ਕਹਿੰਦੇ ਵੀ ਜਿਹੜੇ ਪੱਥਰ ਪਰ ਮੈਂ ਖੜਾ ਹਾਂ। ਹਾਂਜੀ ਉਹ ਗੁਣ ਨੇ ਉਹ ਜਿਹੜੇ ਉਹਦੇ ਜਿਹੜੇ ਦੱਸੇ ਵੀ ਨੇ ਨਾ ਬ੍ਰਹਮਪਾਤੀ ਬਿਸ਼ਨ ਡਾਰੀ ਫੂਲ ਸ਼ੰਕਰ ਦਿਓ ਉਹ ਤਿੰਨ ਉਹ ਕਹਿ ਰਹੇ ਨੇ ਵੀ ਜਿਵੇਂ ਦੇ ਆਰ ਕੈਰੈਕਟਰਿਸਟਿਕਸ। ਪੱਤੀ ਦਾ ਗੁਣ ਹੋਰ ਚੱਲ ਰਿਹਾ ਡਾਰੀ ਦਾ ਗੁਣ ਹੋਰ ਹੈ। ਡਾਰੀ ਸਿਰਫ ਉਹ ਐਕਸਟੈਂਸ਼ਨ ਹੈ ਉਹ ਪਾਲ ਰਹੀ ਹੈ। ਫੂਲ ਸ਼ੰਕਰ ਦਿਓ ਜਿਹੜਾ ਫੁੱਲ ਦਾ ਕੰਮ ਖਿਰ ਜਾਣਾ ਹੁੰਦਾ ਹੈ ਉਹ ਫਲ ਪੈਦਾ ਕਰਦਾ ਹੈ। ਉਹਦਾ ਕਹਿ ਰਹੇ ਨੇ ਵੀ ਜਿਹੜੇ ਤੁਸੀਂ ਤਿੰਨ ਦੇਵ ਕਹਿ ਵੀ ਰਹੇ ਹੋ ਉਹਦਾ ਤਿੰਨ ਕੈਰੈਕਟਰਿਸਟਿਕਸ ਹੈਗੇ ਨੇ ਲਾਈਫ ਦੇ ਉਹਦਾ ਉੱਥੇ ਹੀ ਨੇ ਉਹਦਾ ਤੁਸੀਂ ਤੋੜ ਕੇ ਲਿਆ ਬ੍ਰਹਮਪਾਤੀ ਬਿਸ਼ਨ ਡਾਰੀ ਫੂਲ ਸ਼ੰਕਰ ਦਿਓ ਉਹਦਾ ਲਿਆ ਤੁਸੀਂ ਤੋੜ ਕੇ ਉਹ ਸੈਂਸ ਲਿਖਿਆ ਹੋਇਆ। ਉਹ ਲਿਟਰਲ ਨਹੀਂ ਕਹਿ ਰਹੇ ਕਿ ਬ੍ਰਹਮ ਉਹ ਏਦਾਂ ਨਹੀਂ ਕਹਿ ਰਹੇ ਵੀ ਪੱਤੀ ਜਿਹੜੀ ਹੈ ਉਹ ਬ੍ਰਹਮਾ ਸੀਗੀ ਜਾਂ ਡਾਰੀ ਜਿਹੜੀ ਉਹ ਬਿਸ਼ਨ ਹੈ ਉਹ ਨਹੀਂ ਕਹਿ ਰਹੇ। ਨਹੀਂ ਉਹਦੇ ਚ ਇੱਕ ਹੋਰ ਭੇਦ ਵੀ ਹੈ ਸੁਰਜੀਤ ਸਿੰਘ ਉਹ ਇੱਕ ਆਰਡਰ ਵੀ ਹੈਗਾ ਜਿਹੜਾ ਮੈਂ ਕੋਈ ਕਹਿੰਦਾ ਗੁਣ ਕਹਿ ਰਿਹਾ ਨਾ ਜਿਹੜੇ ਉਹਦੇ ਗੁਣ ਨਹੀਂ ਜਿਹੜਾ ਉਹਦਾ ਜੇ ਕੈਰੈਕਟਰਿਸਟਿਕ ਆਪਾਂ ਹੈ ਉਹਨੂੰ ਹੋਰ ਥੋੜਾ ਐਕਸਟੈਂਡ ਕਰੀਏ ਦੇਖੋ ਸਭ ਤੋਂ ਪਹਿਲਾਂ ਤਣੇ ਨੂੰ ਡਾਰੀ ਲੱਗਦੀ ਹੈ। ਜਿਹੜੀ ਮਾਤੇ ਮੰਨਦੀ ਹੈ ਵੀ ਫੁੱਲ ਚੜਾਉਣੇ ਚਾਹੀਦੇ ਆ ਉਹ ਕਹਿੰਦੀ ਹੈ ਵੀ ਬ੍ਰਹਮ ਜਿਹੜਾ ਹੈਗਾ ਉਹਦਾ ਪੱਤਾ ਹੈ ਪਰ ਵਿਸ਼ਨ ਡਾਰੀ ਹੈ ਕਿਉਂਕਿ ਡਾਰੀ ਨੂੰ ਪੱਤਾ ਲੱਗਦਾ ਡਾਰੀ ਨੂੰ ਹੀ ਫੁੱਲ ਲੱਗਦਾ ਵੀ ਮੂਲ ਮੱਤ ਸਾਡੀ ਹੈ। ਉਹ ਇਹ ਵੀ ਕਹਿ ਰਹੇ ਆ ਵੀ ਵਿਸ਼ਨ ਇਹ ਉਹਦੇ ਚੋਂ ਆ ਰਿਹਾ ਇਹਨੂੰ ਕਹਿੰਦੇ ਆ ਵਿਸ਼ਨ ਪੁਰਾਣ। ਇਹ ਵਿਸ਼ਨ ਪੁਰਾਣ ਦੀ ਪੰਕਤੀ ਹੈ ਅਸਲ ਚ ਜਿਹਦੇ ਪਰ ਕਬੀਰ ਜੀ ਨੇ ਕਿਹਾ ਵੀ ਤੁਸੀਂ ਇੰਡਾਇਰੈਕਟਲੀ ਵਿਸ਼ਨ ਨੂੰ ਸੁਪਰੀਮ ਮੰਨਦੇ ਹੋ ਪੱਤਾ ਤਾਂ ਚੜਾਉਂਦੇ ਹੋ ਕਿਉਂਕਿ ਫੂਲ ਸ਼ੰਕਰ ਦਿਓ ਹੈ। ਪੱਤਾ ਫੁੱਲ ਸਭ ਤੋਂ ਅਖੀਰ 'ਚ ਲੱਗਦਾ ਵੀ ਤੁਸੀਂ ਉਹਨਾਂ ਨੂੰ ਨੀਵਾਂ ਦਿਖਾਉਂਦੇ ਹੋ। ਆ ਜਿਹੜੀਆਂ ਕਹਾਣੀਆਂ ਘੜੀਆਂ ਹੋਈਆਂ ਵੀ ਸ਼ਿਵ ਜੀ ਨੇ ਉਹ ਕਲਾ ਐ ਹੋ ਗਿਆ ਸੀ ਉਹ ਹੋ ਗਿਆ ਸੀ ਉਹ ਵਿਸ਼ਨ ਮੱਤ ਦੀ ਘੜੀ ਹੋਈ ਹੈ ਸ਼ਿਵ ਮੱਤ ਦੇ ਖਿਲਾਫ। ਜਿਹੜੀ ਰਾਮਾਇਣ ਹੈ ਅਸਲ ਵਿੱਚ ਜਿਹਦੀ ਗੱਲ ਹੁਣ ਮੋਦੀ ਕਰਦੇ ਰਹੇ ਆ ਇੰਡੀਅਨ ਪੋਲੀਟੀਸ਼ੀਅਨ ਉਹ ਕੁਛ ਨਹੀਂ ਉਹ ਵਿਸ਼ਨ ਭਗਤ ਦੀ ਸ਼ਿਵ ਭਗਤ ਤੇ ਜਿੱਤ ਹੈ। ਉਹਦਾ ਅਲਟੀਮੇਟ ਥੀਮ ਇਹ ਹੈ ਕਿ ਰਾਮ ਨੇ ਰਾਵਣ ਨੂੰ ਹਰਾਇਆ ਕਿਉਂਕਿ ਰਾਮ ਜਿਹੜਾ ਹੈ ਵਿਸ਼ਨ ਮੱਤ ਦਾ ਹੈਗਾ ਉਹ ਵਿਸ਼ਨੂੰ ਦਾ ਅਵਤਾਰ ਹੈ ਤੇ ਰਾਵਣ ਜਿਹੜਾ ਸੀ ਉਹ ਸ਼ਿਵ ਦਾ ਭਗਤ ਸੀ। ਦੇਖੋ ਭਗਤਾਂ ਨੂੰ ਨੀਵਾਂ ਦਿਖਾਉਣ ਲਈ ਇੱਕ ਅਵਤਾਰ ਨੂੰ ਉੱਚਾ ਦਿਖਾਇਆ ਉਹਦੀ ਆਹ ਪੋਲੀਟਿਕਸ ਹੈ ਸਾਰੀ ਰਾਮਾਇਣ ਦੀ। ਠੀਕ ਹੈ ਜੀ ਔਰ ਇਹ ਮਤ ਪੋਪੂਲਰ ਕਰ ਲਈ ਉਹਨਾਂ ਨੇ ਕਿਉਂਕਿ ਜਿਨ੍ਹਾਂ ਦਾ ਨੰਬਰ ਜ਼ਿਆਦਾ ਹੈਗਾ। ਗੁਰਜੀਤ ਵੀਰ ਜੀ ਇੱਥੇ ਤਿੰਨ ਹੀ ਪੜਾਂਗੇ ਜਾਂ ਤਿੰਨ ਪੜਾਂਗੇ ਜੀ 3 ਵਾਲਾ 3 ਹੈ ਜਾਂ 3 ਹੀ ਮੀਨਸ ਵੀ ਉਹਨਾਂ ਦੇ 3 ਹੈ ਉੱਥੇ ਤਾਂ ਸਿਆਰੀ ਨਾਲ ਹੋਣਾ ਚਾਹੀਦਾ। ਹਾਂਜੀ ਸਿਆਰੀ ਨਾਲ ਹੈ ਜੀ। 3 ਦੇਵ ਮੰਨੇ ਨਾ 3 ਦੇਵਾਂ ਦੇ ਨਾਂ ਦੱਸੇ ਹੋਏ ਆ। ਦੇਖੋ ਬ੍ਰਹਮਾ ਨਹੀਂ ਲਿਖਿਆ ਬ੍ਰਹਮ ਲਿਖਿਆ ਵੀਰ ਜੀ ਕਰਿਓ ਬ੍ਰਹਮ ਹਾਂਜੀ ਹਾਂ ਉਹਨਾਂ ਨੇ ਕੰਨਾ ਨਹੀਂ ਲਾਇਆ ਇੱਥੇ। ਹਾਂਜੀ ਹਾਂਜੀ ਬ੍ਰਹਮ ਹੈ ਹਾਂ ਦਿਓ ਤੇ ਵੀ ਔਂਕੜ ਲੱਗਿਆ ਹੋਇਆ ਦੇਖੋ ਨਾ। ਜੀ ਇਹ ਦੇਵ ਦੀ 3 ਦੀ ਸੈਂਸ ਲਿਆ। ਹਾਂ ਜਿਹੜਾ ਬ੍ਰਹਮਾ ਹੈ ਉਹ ਦੇਵ ਬਿਹਾਰੀ ਲਿਖਿਆ ਹੀ ਬਿਹਾਰੀ ਨਾਲ 3 ਤੱਤੇ ਨੂੰ ਬਿਹਾਰੀ ਗਿਣਤੀ ਐਂ ਲਿਖੀ ਜਾਂਦੀ ਹੈ ਗਿਣਤੀ ਦਾ ਅੱਖਰ ਬਿਹਾਰੀ ਨੰਨੇ ਤੇ ਸਿਆਰੀ ਲੱਗੇਗੀ। ਹਾਂ ਸਿਆਰੀ ਨਾਲ ਅੱਖਰ ਬਿਹਾਰੀ ਨਾਲ ਲਿਖਦੇ ਨੇ ਉਦੋਂ ਡੈਫੀਨੇਟਲੀ ਨੰਬਰ ਹੀ ਪੜਨਾ ਪੈਂਦਾ। नहीं ये जिਵੇਂ हिंदी में 1 2 3 होता है ना पंजाबी ਦਾ 1 2 3 ਹੁੰਦਾ। ਭਾਸ਼ਾ ਜਿਹੜੀ ਹੈ 3 ਲਿਖ ਕੇ 3 ਲਈ 3 ਵਰਤਿਆ ਜਾਂ 3 ਵਰਤਿਆ ਜਾਂਦਾ 3 ਪਰ ਜਿਹੜਾ 3 ਸ਼ਬਦ ਹੈ ਉਹ ਸਿਹਾਰੀ ਹੈ ਤੱਤੇ ਤੇ ਉਹ ਤੱਤੇ ਦੇ ਸਿਹਾਰੀ ਹੈ। ਜਿਵੇਂ ਜਿਨ ਸੇਵਿਆ ਤਿਨ ਪਾਇਆ ਮਾਨ ਉਹ ਪ੍ਰੋਨਾਊਨ ਹੈ ਇਹ ਸੰਖਿਆਵਾਚਕ ਸ਼ਬਦ ਹੈ ਇਹ ਨਿਊਮਰਲ ਹੈ
इस तरह ही 4 और 4 भी है ना, सिहारी वाला 4 4 है, दूसरा 4 दी सेंस आ जाता है जे सिहारी ना लगी होवे। जिवें पढ़े गुणे वो कढ़ियो वीर जी, 1 मिनट फिर आपां चारे वेद होए सचियार कढ़े, ਉਹਦੇ ਵਿੱਚ ਤੁਹਾਨੂੰ समझ आ जाएगा। आ देखो किवें लिखिया है, 4 4 हो गया ना। चारे वेदां चो कोई वेद नूं मन के ਜਿਹੜੀ ਗੁਰੂ ਨਾਨਕ ਜੀ ਨੇ ਪੰਕਤੀ ਦੱਸੀ ਹੈ, ਇਹਦੇ ਉੱਪਰ ਸਚਿਆਰਾ ਹੋਇਆ ਜਾ ਸਕਦਾ ਹੈ ਕਹਿੰਦੇ। ਅੱਗੇ ਦੇਖੋ ਨੈਕਸਟ ਪੰਕਤੀ ਕੀ ਹੈ, ਬੜੇ ਗੁਣੇ 3, ਇਹ 4 ਨਹੀਂ ਹੈ, ਆ 4 ਨਹੀਂ ਹੈਗਾ ਅੱਗੇ, ਇਹ 4 ਉੱਤਮ ਦੀ ਸੈਂਸ ਚ ਆਉਂਦਾ। ਬੜੇ ਗੁਣੇ 3 ਆ 4 ਨਹੀਂ ਹੈ ਸਿਹਾਰੀ ਵਾਲਾ। ਉੱਪਰ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਆਸਾ ਕੀ ਵਾਰ ਦੀ ਕਥਾ ਕੀਤੀ, ਉਹਨੇ 4 ਦਾ ਹੀ ਅਰਥ ਕੀਤਾ ਇੱਥੇ। ਉਹਨੇ ਦੇਖਿਆ ਨਹੀਂ ਵੀ ਸਿਹਾਰੀ, ਉਹਨਾਂ ਨੇ ਵੀ ਇਹ ਗੱਲ ਦੇਖੀ, ਉਹਨਾਂ ਨੇ ਇੱਥੇ 4 ਨੂੰ 4 ਹੀ ਕਿਹਾ ਹੋਇਆ, ਮੈਂ ਉਹ ਸੁਣੀ ਹੋਈ ਉਹਨਾਂ ਦੀ। ਸੋ ਇਹ ਇੰਨਾ ਕੁ ਲੈਂਗੁਏਜ ਦਾ ਫਰਕ ਹੈਗਾ। ਠੀਕ ਹੈ ਜੀ, ਹੋਰ ਕੋਈ ਕੁਐਸਚਨ? ਠੀਕ ਹੈ ਜੀ, ਥੈਂਕ ਯੂ। ਠੀਕ ਹੈ ਜੀ। ਖਾਲਕ ਵਾਲਾ ਕੱਢਿਓ ਕਿ ਸ਼ਬਦ ਜਿਹੜਾ ਹੈਗਾ ਕਬੀਰ ਜੀ ਦਾ, ਉਹਦੇ ਚ ਮੈਨੂੰ ਲੱਗਦਾ ਗ੍ਰਾਮੈਟੀਕਲ ਮਿਸਟੇਕ ਹੈਗਾ ਵੀਰ ਜੀ। ਖਾਲਕ ਖਲਕ ਖਲਕ ਮੈਂ ਖਾਲਕ, ਜਿਹੜਾ ਖਲਕ ਹੈ ਨਾ ਇਹਦੇ ਤੇ ਔਂਕੜ ਚਾਹੀਦਾ ਦੂਸਰੇ ਤੇ। ਖਾਲਿਕ ਖਲਕ ਤੇ ਔਂਕੜ ਚਾਹੀਦਾ, ਖਲਕ ਮਹਿ ਤੇ ਨਹੀਂ ਚਾਹੀਦਾ, ਉਹ ਠੀਕ ਹੈ। ਇੱਥੇ ਔਂਕੜ ਮਿਸ ਹੈ, ਜਿਹੜਾ ਦੂਸਰਾ ਹੈ ਨਾ ਖਾਲਿਕ ਤੋਂ ਬਾਅਦ ਖਲਕ ਤੇ ਔਂਕੜ ਚਾਹੀਦਾ, ਕਿਉਂਕਿ ਦੂਸਰੇ ਦਾ ਖਾਲਿਕ ਮਹਿ ਨੇ ਲੈ ਲਿਆ। ਐਵੇਂ ਕੋ ਕੱਢਿਓ, ਉਹਦੇ ਚ ਆਪਾਂ ਨੂੰ ਕਲੀਅਰ ਹੋ ਗਿਆ ਵੀ ਮਹਿ ਕਿਵੇਂ ਔਂਕੜ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ। ਦੇਖਿਓ ਖਲਕ ਰਚਨਾ ਦੀ ਸੈਂਸ ਚ ਆ ਗਿਆ ਜੀ। ਹਾਂ ਖਲਕਤ ਜਿਹਨੂੰ ਆਪਾਂ ਕਹਿੰਦੇ ਹਾਂ। ਹੁਣ ਇੱਥੇ ਦੇਖੋ ਮਹਿ ਕਰਕੇ ਬ੍ਰਹਮ ਤੇ ਔਂਕੜ ਨਹੀਂ ਹੈ ਵੀਰ ਜੀ। ਖਲਕ ਜੋ ਆਇਆ ਨਾ ਲਫ਼ਜ਼ ਖਲਕ, ਉਹ ਇਸਤਰੀ ਲਿੰਗ ਹੈ, ਇਸ ਕਰਕੇ ਕੱਕੇ ਦਾ ਔਂਕੜ ਹਟਿਆ ਜੀ, ਇਸਤਰੀ ਲਿੰਗ ਕਰਕੇ। ਮਾਇਆ ਇਸਤਰੀ ਲਿੰਗ ਆਇਆ, ਇਸਤਰੀ ਲਿੰਗ, ਹਾਂਜੀ, ਇਸ ਕਰਕੇ ਹਟਿਆ ਔਂਕੜ ਨਾ। ਖਲਕ ਵਰਡ ਤੇ ਨਹੀਂ ਫਰਕ ਪੈਣਾ, ਖਲਕ ਨੇ ਤਾਂ ਔਂਕੜ ਰੱਖਣਾ ਆਪਣਾ। ਵੀਰ ਜੀ ਇਸਤਰੀ ਲਿੰਗ ਕਰਕੇ ਹਟਿਆ ਨਾ। ਕਿੱਥੇ ਇਸਤਰੀ ਲਿੰਗ? ਖਲਕ, ਖਲਕ ਵਰਡ ਹੀ ਨਹੀਂ ਇਸਤਰੀ ਲਿੰਗ ਹੈ ਜੀ, ਖਲਕ ਵਰਡ ਪੁਲਿੰਗ ਹੈ। ਖਲਕਤ ਤੋਂ ਖਲਕ ਬਣਿਆ ਨਾ ਜੀ। ਨਹੀਂ ਤੁਸੀਂ ਹੋਰ ਜਗ੍ਹਾ ਦੇਖੋ ਨਾ, 1 ਮਿੰਟ। ਮਾਇਆ ਦੀ ਸੈਂਸ ਚ ਆ ਗਿਆ ਨਾ ਜੀ ਖਲਕ। ਨਹੀਂ ਉਹ ਤਾਂ ਖਲਕਤ ਤਾਂ ਮੈਂ ਉਹ ਕਹਿ ਰਹੀ ਹਾਂ ਨਾ ਵੀ ਖਲਕਤ ਜਿਹਨੂੰ ਆਪਾਂ ਕਹਿੰਦੇ ਹੈ, ਆਪਾਂ ਪਬਲਿਕ ਨੂੰ ਖਲਕਤ ਕਹਿੰਦੇ ਹਾਂ ਨਾ, ਵੀ ਜਿਹੜੀ ਪਬਲਿਕ ਹੈ। ਮੈਂ ਉਹ ਸੈਂਸ ਚ ਕਹਿ ਰਿਹਾ ਵੀ ਜਿਹੜੀ ਖਲਕਤ ਹੈਗਾ ਉਹ ਕ੍ਰੀਏਸ਼ਨ ਹੈ। ਤੇ ਮੈਨੂੰ ਲੱਗਦਾ ਖਾਲਕ ਵਰਡ ਤੇ ਮੈਂ ਦੇਖਿਆ ਵੀ ਇਹ ਭਾਈ ਰਣਧੀਰ ਸਿੰਘ ਦੀ ਕਿਤਾਬ ਚੋਂ ਮੈਂ ਪੜ੍ਹਦਾ ਸੀ, ਉਹਨਾਂ ਨੇ ਲਿਖਿਆ ਹੋਇਆ। ਖਾਲਕ ਦੇ ਕਾਫੀ ਐਗਜ਼ਾਮਪਲ ਸਾਹਮਣੇ ਆ ਗਏ ਨੇ ਨਾ। ਖਾਲਕ ਦੇ ਦੇਖੋ, ਖਾਲਕ ਨਹੀਂ ਕਿਤੇ ਹੋਰ ਜਗ੍ਹਾ ਹੁੰਦਾ। ਖਾਲਕ, ਅੱਛਾ ਖਾਲਕ, ਖਾਲਕ ਖੜ ਜੋ ਮੈਂ ਕਿਹਦੇ ਚ ਲੱਭਣੀ ਹੈ। ਹਾਂਜੀ ਜਿਹੜਾ ਖਾਲਕ ਹੈਗਾ ਔਂਕੜ ਵਾਲਾ, ਇਹ 5 ਵਾਰ ਆਉਂਦਾ। ਹੱਕ ਸੱਚ ਖਾਲਕ ਖਲਕ ਮਿਆਨੇ। ਖਲਕ ਤੇ ਤਾਂ ਠੀਕ ਹੈ, ਖਲਕ ਤੇ ਤਾਂ ਮੰਨਿਆ ਨਾ, ਖਾਲਕ ਦੀ ਮੈਂ ਗੱਲ ਕਰਦਾ। ਆਹ ਦੇਖ ਲਓ, ਹੱਕ ਸੱਚ ਖਾਲਕ ਖਲਕ ਮਿਆਨੇ, ਖਲਕ ਦੇ ਵਿੱਚ ਹੈ ਨਾ ਜੀ। ਖਾਲਕ ਰਬ ਰਿਹਾ ਸਰਬ ਠਾਈ, ਉੱਥੇ ਵੀ ਔਂਕੜ ਹੈ ਜੀ। ਖਾਲਕ ਦੇ ਤੇ ਔਂਕੜ ਆਏਗਾ ਨਾ ਜੀ, ਖਾਲਕ ਦੇ ਤੇ ਮੈਂ ਖਾਲਕ ਦੀ ਗੱਲ ਕਰਦਾ ਨਾ, ਖਾਲਕ ਤੇ ਆਏਗਾ। ਠੀਕ, ਉਹ ਤੇ ਆਏਗਾ ਜੀ, ਖਾਲਕ ਦੇ ਤੇ ਆਏਗਾ। ਖਲਕ ਦੀ ਗੱਲ ਕਰ ਰਹੇ ਸੀ ਨਾ, ਪਹਿਲਾ ਖਲਕ ਜਿਹੜਾ ਸੀਗਾ ਕਿ ਉਹਦੇ ਤੇ ਹੋਣਾ ਚਾਹੀਦਾ ਸੀਗਾ। ਨਹੀਂ ਖਾਲਕ ਤੇ ਨਹੀਂ, ਕਿਉਂਕਿ ਵਾਪਸ ਖਾਲਕ ਤੇ ਤਾਂ ਹੈਗਾ ਹੀ ਆ ਜੀ। ਖਾਲਕ ਤੇ ਤਾਂ ਉਹਨੇ ਲਾਇਆ ਹੋਇਆ ਹੀ ਹੈ ਨਾ। ਹਾਂਜੀ ਹਾਂਜੀ। ਮੈਂ ਇਹ ਦੱਸ ਰਿਹਾ ਵੀ ਜਦੋਂ ਮਹਿ ਸ਼ਬਦ ਲੱਗਦਾ ਹੈ, ਹਾਂ ਉਹ ਤੇ ਸੰਬੰਧਕ ਲੱਗ ਜਾਂਦਾ, ਮੈਂ ਆ ਗਿਆ ਤੇ ਫਿਰ ਹਟ ਜਾਣਾ।
ਅੱਛਾ ਪਰ ਤੁਸੀਂ ਖਾਲਕ ਇੱਥੇ ਕਹਿ ਰਹੇ ਸੀਗੇ ਕਿ ਇੱਥੇ ਹੋਣਾ ਚਾਹੀਦਾ ਸੀ ਨਾ। ਤੁਸੀਂ ਪਹਿਲੇ ਖਲਕ ਤੇ ਕਿਹਾ ਨਾ ਲੱਗਣਾ ਚਾਹੀਦਾ। ਹਾਂਜੀ। ਅੱਛਾ ਖੜ ਜਾਓ, ਉੱਪਰ ਚੱਲਿਓ, ਇੱਕ ਜਗ੍ਹਾ ਖਾਲਕ ਤੇ ਮਿਸਿੰਗ ਹੈ ਨਾ ਪੰਕਤੀਆਂ, ਉਹਨਾਂ ਨੇ ਲਿਖਿਆ ਹੋਇਆ, ਇਹ ਤਾਂ ਉੱਪਰ ਵੀ ਆਉਂਦਾ ਕਿਤੇ। ਨਹੀਂ ਖਲਕ ਤੇ ਔਂਕੜ ਆਮ ਆਉਂਦਾ। ਖਲਕ ਤੇ ਮੈਂ ਲੱਭਦਾ ਜੀ। ਹਾਂ ਉਹਨਾਂ ਨੇ ਲਿਖਿਆ ਹੋਇਆ ਹੈ, ਮੈਂ ਤਾਂ ਪੜਦਾ ਸੀ। ਖਲਕ ਤੇ ਨਹੀਂ ਆਏਗਾ ਵੀਰ ਜੀ। ਫਰੀਦ ਦਾ ਸ਼ਲੋਕ ਦੇਖ ਲਓ, ਫਰੀਦਾ ਖਲਕ ਮੈਂ ਖਲਕ ਬਸੇ ਰੱਬ ਮਾਹੇ। ਪਰ ਉਹ ਖਾਲਿਕ ਲਿਖਦੇ ਆ, ਖਾਲਿਕ ਖਲਕ ਮੈਂ। ਹਾਂ ਉਹ ਤਾਂ ਖਾਲਿਕ ਲਿਖਦੇ ਆ। ਉਹ ਵੀ ਦੇਖ ਲਓ, ਪਤਾ ਲੱਗ ਜੂ। ਖਾਲਿਕ ਖਲਕ ਚ ਇੱਕ ਵੀ ਔਕੜ ਨਹੀਂ ਹੈਗੀ। ਖਲਕ ਔਕੜ ਨਾਲ ਖਲਕ ਹੈਗਾ ਤੇ ਨਹੀਂ ਆਏਗਾ ਨਾ, ਖਲਕ ਤਾਂ ਬਿਨਾਂ ਤੋਂ ਆਏਗਾ। ਨਹੀਂ ਆਉਣਾ। ਅੱਛਾ ਇਹਦਾ ਮਤਲਬ ਇਹ ਇਹਨਾਂ ਨੇ ਫੇਰ ਜਾਂ ਤਾਂ ਔਕੜ ਲਾਤਾ ਖਾਲਕ ਤੇ, ਜਿਹੜੀਆਂ ਭਾਈ ਰਣਧੀਰ ਸਿੰਘ ਦੀਆਂ ਬੁੱਕਸ ਇੱਕ ਰਿਟਨ, ਉਹਨਾਂ ਨੇ ਮਿਸਟੇਕਸ ਦਾ ਨਾ ਇੱਕ ਪਿੱਛੇ ਉਹ ਬਣਾਇਆ ਹੋਇਆ, ਉਹਨਾਂ ਨੇ ਕਾਫੀ ਸ਼ਬਦ ਦਿੱਤੇ ਹੈ ਜਿਹਦੇ ਵਿੱਚ ਕੀ ਜਾਂ ਤਾਂ ਫਿਰ ਇਹਨਾਂ ਨੇ ਜਾਂ ਤਾਂ ਇਹ ਚੇਂਜ ਹੋ ਗਿਆ ਬਾਅਦ ਚ, ਕਿਉਂਕਿ ਕੁਛ ਗਲਤੀਆਂ ਇਹਨਾਂ ਨੇ ਜਦੋਂ ਪ੍ਰਿੰਟਿੰਗ ਕਰ ਰਹੀ ਹੈ ਨਾ, ਕੁਛ ਕਿਸੇ ਸਿੰਘ ਨੇ ਮੈਨੂੰ ਦੱਸਿਆ ਵੀ 4 ਕੁ ਵਾਰ ਇਹਨਾਂ ਨੇ ਥੋੜਾ ਚੇਂਜ ਕੀਤਾ, ਕਿਤੇ ਕਿਤੇ ਔਂਕੜ ਜਿਹੜੇ ਪਹਿਲੀਆਂ ਬੀੜਾਂ 'ਚ ਨਹੀਂ ਸੀ ਉਹ ਲੱਗੇ ਆ। ਮੈਂ ਤਾਂ ਕਹਿ ਰਿਹਾ ਸੀ ਵੀ ਉਹਨਾਂ ਨੇ ਇਹ ਗੱਲ ਲਿਖੀ ਆ, ਜਾਂ ਤਾਂ ਫਿਰ ਇਹ ਚੇਂਜ ਹੋ ਗਈ ਆ ਹੁਣ, ਜਾਂ ਫਿਰ ਉਹ ਹੋਏਗਾ। ਇਹ ਤਾਂ ਮੇਰਾ ਉਹ ਮੈਮਰੀ ਚੋਂ ਮੈਂ ਯੂਜ਼ ਕਰ ਰਿਹਾ ਸੀ ਵੀ ਸ਼ਾਇਦ ਉਹ ਕਹਿੰਦੇ ਸੀ ਵੀ ਇਹਦੇ ਵਿੱਚ ਇਹ ਜਗ੍ਹਾ ਉਹ ਨਹੀਂ ਹੈਗਾ। ਮੇਰੇ ਕੋਲ ਇੱਥੇ ਬੁੱਕ ਨਹੀਂ ਹੈਗੀ ਉਹ ਪਈ, ਪਰ ਆ ਜਿਹੜਾ ਮਹਿ ਜਿਹੜਾ ਹੈਗਾ, ਮਹਿ ਉਹਦਾ ਜਿਹੜਾ ਔਂਕੜ ਹੈ ਨਾ ਉਹ ਕਰ ਦਿੰਦਾ। ਲਿਖਦੇ ਤਾਂ ਠੀਕ ਹੈ। ਜਿਹੜਾ ਉਹ ਪਾਰ ਬ੍ਰਹਮ ਵਾਲਾ ਆਪਾਂ ਕਰਦੇ ਸੀ ਨਾ, ਜਨਮੇ ਬ੍ਰਹਮ ਬ੍ਰਹਮੇ, ਉਹਦੇ ਚ ਵੀ ਮੈਂ ਦੇਖੋ ਕਿਸ ਤਰ੍ਹਾਂ ਉਹ ਕੱਢਿਓ, ਬ੍ਰਹਮੇ ਜਨ ਜਨਮੇ ਪਾਰ ਬ੍ਰਹਮ। ਉਹ ਤੇ ਮੈਂ ਤੇ ਸੰਬੰਧਕ ਹੈਗਾ ਵੀਰ ਜੀ, ਜਿੱਥੇ ਵੀ ਲੱਗੇਗਾ ਉਹ ਤੇ ਪੁਲਿੰਗ ਦਾ ਤੇ ਔਂਕੜ ਹਟ ਜਾਏਗਾ ਉੱਥੇ। ਹਾਂ ਜਾਂਦਾ ਹੈ ਨਾ, ਜਿਵੇਂ ਹੁਣ ਆਇਆ ਵੀ ਬ੍ਰਹਮ ਮੈਂ, ਬ੍ਰਹਮ ਦਾ ਔਂਕੜ ਨਹੀਂ ਰਿਹਾ, ਜਨ ਮੈਂ ਜਨ ਦਾ ਔਂਕੜ ਨਹੀਂ ਰਿਹਾ। ਇਹ ਇੱਕ ਬੜਾ ਨੇੜੇ ਦੇ ਦੋ ਹੈ ਜਿੱਥੇ ਕਿ ਆਪਾਂ ਨੂੰ ਕਲੀਅਰ ਹੋ ਜਾਂਦਾ ਵੀ ਹਾਂ ਇਹ ਰੂਲ ਹੈ। ਠੀਕ ਹੈ ਜੀ, ਫਿਰ ਕਰੀਏ ਸਮਾਪਤੀ। ਹਾਂਜੀ ਠੀਕ ਹੈ ਜੀ, ਚੰਗਾ ਜੀ, ਅਗਲੇ ਹਫਤੇ ਮਿਲਦੇ ਹਾਂ ਜੀ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।